ਜਿੱਥੇ ਆਪਾਂ ਗੱਲ ਕਰਦੇ ਹਾਂ ਜਦੋਂ ਕਿਸਾਨ ਸੰਘਰਸ਼ ਦੀ, ਤਾਂ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਕੁਝ ਤੈਅ ਹੋ ਰਿਹਾ, ਬਹੁਤ ਕੁਝ ਜਿਹੜਾ ਹੈ ਵਿਉਂਤਾਂ ਬਣਾਈਆਂ ਜਾ ਰਹੀਆਂ ਨੇ ਤੇ ਬੜੀਆਂ ਲਹਿਰਾਂ ਜਿਹੜੀਆਂ ਬਣਾਈਆਂ ਵੀ ਗਈਆਂ ਤੇ ਹੁਣ ਵੀ ਬਹੁਤ ਕੁਝ ਜਿਹੜਾ ਹੈ ਸੋਸ਼ਲ ਮੀਡੀਆ ਤੇ ਚੱਲ ਰਿਹਾ। ਪਿਛਲੇ ਦਿਨੀ ਬਾਬਾ ਬਖਸ਼ੀਸ਼ ਸਿੰਘ ਹੋਰਾਂ ਦੇ ਉੱਤੇ ਹਮਲਾ ਹੋਇਆ, ਕਾਤਲਾਨਾ ਹਮਲਾ ਹੋਇਆ। ਸੋ ਕਾਤਲਾਨਾ ਹਮਲਾ ਹੋਣਾ ਉਹਨੂੰ ਕਿਸ ਤਰ੍ਹਾਂ ਆਪਾਂ ਲੈ ਸਕਦੇ ਹਾਂ ਕਿ ਇਹ ਸੁਭਾਵਿਕ ਨਹੀਂ ਹੈਗਾ ਜਾਂ ਫਿਰ ਆਮ ਗੱਲ ਨਹੀਂ ਹੈ। ਇਸ ਸੰਘਰਸ਼ ਦੇ ਵਿੱਚ ਉਹਨਾਂ ਲੋਕਾਂ, ਕਾਮਰੇਡੀ ਸੋਚ ਵਾਲੇ ਲੋਕਾਂ ਵਾਸਤੇ ਕਿਹੜੇ ਜ਼ਿਆਦਾ ਰੋੜੇ ਬਣਦੇ ਸੀ ਰਸਤੇ ਵਿੱਚ। ਸਭ ਤੋਂ ਪਹਿਲਾਂ ਸੀਗਾ ਦੀਪ ਸਿੱਧੂ। ਉਹਨਾਂ ਦਾ ਪਹਿਲਾ ਨਿਸ਼ਾਨਾ ਸੀ ਦੀਪ ਸਿੱਧੂ, ਕਿਉਂਕਿ ਦੀਪ ਸਿੱਧੂ ਕਿਸੇ ਵੀ ਪਾਸੇ ਫਿੱਟ ਨਹੀਂ ਸੀ ਬਹਿੰਦਾ ਉਹਨਾਂ ਨਾਲ। ਕਿ ਦੁਸ਼ਮਣ ਚਾਹੁੰਦਾ ਹੈ ਕਿ ਅਸੀਂ ਵੀ ਦੋ ਫਾੜ ਹੋ ਜਾਈਏ। ਅੱਧੇ ਕੁ ਲੋਕ ਜਿਹੜੇ ਉਹ ਦੀਪ ਸਿੱਧੂ ਨਾਲ ਚਲੇ ਜਾਣ, ਅੱਧੇ ਜਿਹੜੇ ਬਾਕੀ ਰਹਿੰਦੇ ਹੋਏ ਲੱਖੇ ਨਾਲ ਚਲੇ ਜਾਣ। ਸੋ ਇਹ ਚਾਲ ਹੁਣ ਦੁਸ਼ਮਣ ਦੀ ਹੈ। ਮਤਲਬ ਅਸੀਂ ਮੋਦੀ ਨਾਲ ਮੀਟਿੰਗਾਂ ਕਰਨੀਆਂ ਸੀ ਕਿ ਕਿੱਦਾਂ ਬਿੱਲ ਰੱਦ ਕਰ ਰਹੇ ਨੇ, ਜਦ ਕਿ ਆਪਣੀਆਂ 10 ਮੀਟਿੰਗਾਂ ਦੇ ਵਿੱਚ ਸਾਡੇ ਕੋਲ ਆਪਣਾ ਜਿਹੜਾ ਹੈ ਉਹ ਇਹ ਨਹੀਂ ਸੁਝਾਅ ਹੋਇਆ ਕਿ ਅਸੀਂ ਲੱਖੇ ਨੂੰ ਨਾਲ ਰੱਖਣਾ ਜਾਂ ਨਹੀਂ ਰੱਖਣਾ। ਸੋ ਦੂਸਰਾ ਹੁਣ ਜਿਹੜਾ ਸਿੱਕਾ ਅਜਮਾਉਣਾ ਸੀ ਉਹ ਰਾਜਨੀਤੀ ਦੇ ਵਿੱਚ, ਤੇ ਜਿੱਦਾਂ ਦੇ ਰਾਹ ਤੇ ਤੁਸੀਂ ਪੈ ਗਏ ਹੋ ਤੁਹਾਡਾ ਰਾਜਨੀਤੀ 'ਚ ਵੀ ਕੁਝ ਨਹੀਂ ਬਣਨਾ। ਤੁਹਾਨੂੰ ਇਹ ਆਵਾਜ਼ ਤੁਸੀਂ ਅੱਜ ਬਣੇ ਫਿਰਦੇ ਹੋ ਮਨੁੱਖਤਾ ਦੇ, ਬੜੇ ਰਾਖੇ ਅਸੀਂ ਮਨੁੱਖਤਾ ਦੇ। ਤੁਸੀਂ ਇੱਕ ਨੌਜਵਾਨ ਆਗੂ ਪੰਜਾਬ ਦਾ ਜਿਹੜਾ ਹੈ ਉਹਨੂੰ ਜੇ 4 ਸਹੂਲਤਾਂ ਮਿਲ ਵੀ ਗਈਆਂ ਤਾਂ ਤੁਸੀਂ ਉਹਦੇ ਵਿਰੋਧ ਦੇ ਵਿੱਚ ਹੋ। ਤੁਸੀਂ ਆਪਣੇ ਆਪ ਨੂੰ ਵਾਰਸ ਕਹਿੰਦੇ ਹੋ ਪੰਜਾਬ ਦੇ, ਫਿੜੇ ਮੂੰਹ ਤੁਹਾਡੇ। ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਨੇ? ਆਸ ਕਰਦਾ ਹਾਂ ਤੁਸੀਂ ਠੀਕ ਠਾਕ ਹੋਵੋਗੇ, ਆਪਣੇ ਪਰਿਵਾਰਾਂ ਦੇ ਨਾਲ ਰਾਜੀ ਖੁਸ਼ੀ ਹੋਵੋਗੇ ਤੇ ਇਸ ਵੇਲੇ ਦੇਖ ਰਹੇ ਹੋਵੋਗੇ ਸੋਸ਼ਲ ਮੀਡੀਆ ਦੇ ਉੱਤੇ ਜੋ ਚੱਲ ਰਿਹਾ ਤੇ ਕਾਫੀ ਤੁਸੀਂ ਉਹਦੇ ਵਿੱਚ ਪਾਰਟਿਸਿਪੇਸ਼ਨ ਵੀ ਕਰ ਰਹੇ ਹੋ, ਮਤਲਬ ਭਾਗ ਵੀ ਲੈ ਰਹੇ ਹੋ। ਸੋਸ਼ਲ ਮੀਡੀਆ ਦਾ ਅੱਜ ਇੱਕ ਬੜਾ ਆਪਾਂ ਕਹਿ ਲਈਏ ਅਹਿਮ ਯੋਗਦਾਨ ਜਿਹੜਾ ਹੈ ਇਸ ਵੇਲੇ ਚੱਲ ਰਿਹਾ। ਜਿੱਥੇ ਆਪਾਂ ਗੱਲ ਕਰਦੇ ਹਾਂ ਜਦੋਂ ਕਿਸਾਨ ਸੰਘਰਸ਼ ਦੀ, ਤਾਂ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਕੁਝ ਤੈਅ ਹੋ ਰਿਹਾ, ਬਹੁਤ ਕੁਝ ਜਿਹੜਾ ਹੈ ਵਿਉਂਤਾਂ ਬਣਾਈਆਂ ਜਾ ਰਹੀਆਂ ਨੇ ਤੇ ਬੜੀਆਂ ਲਹਿਰਾਂ ਜਿਹੜੀਆਂ ਬਣਾਈਆਂ ਵੀ ਗਈਆਂ ਤੇ ਹੁਣ ਵੀ ਬਹੁਤ ਕੁਝ ਜਿਹੜਾ ਹੈ ਸੋਸ਼ਲ ਮੀਡੀਆ ਤੇ ਚੱਲ ਰਿਹਾ। ਸੋ ਅੱਜ ਸਮਾਂ ਕੱਢ ਕੇ ਤੇ ਮੈਂ ਸੋਚਿਆ ਕਿ ਕੁਝ ਜ਼ਰੂਰੀ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰ ਦਵਾਂ, ਕਿਉਂਕਿ ਬਹੁਤ ਜ਼ਰੂਰੀ ਹੁੰਦਾ ਜਦੋਂ ਆਪਾਂ ਪਹਿਲਾਂ ਹੀ ਸਾਰੀ ਗੱਲਬਾਤ ਨੂੰ ਸਮਝ ਲੈਨੇ ਆ, ਸੋਚ ਲੈਨੇ ਆ, ਤਾਂ ਉਹਦੇ ਵਰਗੀ ਰੀਸ ਨਹੀਂ ਹੁੰਦੀ, ਕਿਉਂਕਿ ਕਈ ਵਾਰ ਬਹੁਤ ਦੇਰ ਹੋ ਜਾਂਦੀ ਹੈ। ਇਸ ਕਰਕੇ ਕੁਝ ਜ਼ਰੂਰੀ ਬੇਨਤੀਆਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਸੋ ਇਸ ਵੇਲੇ ਆਪਾਂ ਲਾਈਵ ਹੋਏ ਆ। ਬੇਨਤੀ ਕਰਦਾ ਸਾਰੇ ਜਿੰਨੇ ਦੋਸਤ ਮਿੱਤਰ ਨੇ ਇਸ ਲਾਈਵ ਨੂੰ ਸ਼ੇਅਰ ਕਰ ਦਿਓ ਤਾਂ ਕਿ ਤੁਹਾਡੇ ਹੋਰ ਜਿੰਨੇ ਵੀ ਦੋਸਤ ਮਿੱਤਰ ਤੁਹਾਡੇ ਨਾਲ ਜੁੜੇ ਹੋਏ ਨੇ ਉਹਨਾਂ ਤੱਕ ਇਹ ਸਾਡੀ ਗੱਲਬਾਤ ਜਿਹੜੀ ਆ ਪਹੁੰਚ ਸਕੇ। ਸੋ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਹੈ ਜੀ, ਪਿਛਲੇ ਦਿਨੀ ਬਾਬਾ ਬਖਸ਼ੀਸ਼ ਸਿੰਘ ਹੋਰਾਂ ਦੇ ਉੱਤੇ ਹਮਲਾ ਹੋਇਆ, ਕਾਤਲਾਨਾ ਹਮਲਾ ਹੋਇਆ। ਸੋ ਕਾਤਲਾਨਾ ਹਮਲਾ ਹੋਣਾ ਉਹਨੂੰ ਕਿਸ ਤਰ੍ਹਾਂ ਆਪਾਂ ਲੈ ਸਕਦੇ ਹਾਂ ਕਿ ਇਹ ਸੁਭਾਵਿਕ ਨਹੀਂ ਹੈਗਾ ਜਾਂ ਫਿਰ ਆਮ ਗੱਲ ਨਹੀਂ ਹੈ ਕਿ ਇੱਕ ਉਹ ਸ਼ਖਸ ਜਿਹੜਾ ਕਿਸਾਨੀ ਸੰਘਰਸ਼ ਦੇ ਵਿੱਚ ਲੰਬੇ ਸਮੇਂ ਤੋਂ ਆਪਣਾ ਰੋਲ ਨਿਭਾ ਰਿਹਾ। ਬਾਬਾ ਬਖਸ਼ੀਸ਼ ਸਿੰਘ ਦਾ ਰੋਲ ਸਿਰਫ ਇਹ ਹੀ ਨਹੀਂ ਕਿ ਉਹ ਕਿਸਾਨੀ ਸੰਘਰਸ਼ ਦੇ ਵਿੱਚ ਆਪਣਾ ਰੋਲ ਨਿਭਾ ਰਿਹਾ। ਬਖਸ਼ੀਸ਼ ਸਿੰਘ ਹੋਰਾਂ ਦੀਆਂ ਪਿਛਲੇ ਦਿਨੀ ਐਸੀਆਂ ਇੰਟਰਵਿਊਜ਼, ਵੀਡੀਓਜ਼ ਵੀ ਸਾਹਮਣੇ ਆਈਆਂ ਜਿਹਦੇ ਵਿੱਚ ਉਸਨੇ ਦੀਪ ਸਿੱਧੂ ਬਾਰੇ ਬਹੁਤ ਕੁਝ ਜਿਹੜਾ ਹੈ ਬਿਆਨ ਕੀਤਾ ਸੀ, ਜੋ ਸ਼ਾਇਦ ਦੀਪ ਸਿੱਧੂ ਆਪ ਬਾਹਰ ਹੁੰਦਾ ਉਹ ਨਾ ਕਰ ਸਕਦਾ, ਜੋ ਬਾਬਾ ਬਖਸ਼ੀਸ਼ ਸਿੰਘ ਹੋਰਾਂ ਨੇ ਉਹਨਾਂ ਬਾਰੇ ਜੋ ਬਿਆਨ ਜਿਹੜੇ ਹੈ ਉਹ ਦਿੱਤੇ। ਸੋ ਉਸ ਤੋਂ ਬਾਅਦ ਜਿਹੜੀਆਂ ਸਟੇਜਾਂ ਲੱਗੀਆਂ, ਮਸਤੂਆਣੇ ਦੀ ਸਟੇਜ ਹੋ ਗਈ ਜਾਂ ਉਸ ਤੋਂ ਬਾਅਦ ਮਹਿਰਾਜ ਵਾਲੀ ਜਿਹੜੀ ਰੈਲੀ ਸੀ ਉਹਦੇ ਵਿੱਚ ਵੀ ਬਾਬਾ ਬਖਸ਼ੀਸ਼ ਸਿੰਘ ਹੋਰਾਂ ਦਾ ਬੜਾ ਅਹਿਮ ਰੋਲ ਦੇਖਣ ਨੂੰ ਮਿਲਿਆ। ਸੋ ਅਖੀਰ ਉਹਨਾਂ ਦੇ ਉੱਤੇ ਹਮਲਾ ਹੋ ਜਾਂਦਾ ਹੈ। ਹਮਲਾ ਵੀ ਇਸ ਕਦਰ ਕੀਤਾ ਗਿਆ ਕਿ ਕੋਈ ਤੇਜ਼ਧਾਰ ਹਥਿਆਰ ਸੀ। ਹੋ ਸਕਦਾ ਹੈ ਕੋਸ਼ਿਸ਼ ਹੋਵੇ ਕਿ ਉਹਨਾਂ ਨੂੰ ਕਤਲ ਕਰ ਦਿੱਤਾ ਜਾਵੇ, ਜਾਂ ਫਿਰ ਦੂਸਰੀ ਗੱਲ ਇਹ ਹੋ ਸਕਦੀ ਵੀ ਉਹਨਾਂ ਨੂੰ ਡਰਾ ਦਿੱਤਾ ਜਾਵੇ ਵੀ ਭਾਈ ਜਿਹੜਾ ਤੁਸੀਂ ਰੋਲ ਨਿਭਾ ਰਹੇ ਹੋ ਉਹਦੇ ਤੋਂ ਬਾਜ਼ ਆ ਜਾਓ। ਹੋ ਸਕਦਾ ਕੁਝ ਇਸ ਤਰ੍ਹਾਂ ਦਾ ਵੀ ਹੋਵੇ, ਪਰ ਇਹ ਤਾਰਾਂ ਕਿੱਥੇ ਜਾ ਕੇ ਜੁੜਦੀਆਂ ਨੇ? ਬਾਬਾ ਬਖਸ਼ੀਸ਼ ਸਿੰਘ ਤੇ ਹਮਲਾ ਹੋਣਾ, ਇਹਦੀ ਤਾਰ ਕਿੱਥੇ ਤੱਕ ਜੁੜਦੀ ਹੈ ਜਾ ਕੇ? ਜੇਕਰ ਆਪਾਂ ਕੁਝ ਕੁ ਦਿਨ ਪਿੱਛੇ ਚਲੇ ਜਾਈਏ, ਤਕਰੀਬਨ 20 ਕੁ ਦਿਨ ਪਿੱਛੇ ਚਲੇ ਜਾਈਏ, ਤਾਂ ਪੰਜਾਬ ਦੇ ਕੁਝ ਨੌਜਵਾਨ ਜਿਹਦੇ ਵਿੱਚ ਗੁਰਸੇਵਕ ਸਿੰਘ ਭਾਣਾ ਦਾ ਨਾਮ ਆਉਂਦਾ, ਉਹਨਾਂ ਨੇ ਇੱਕ ਨੌਜਵਾਨ ਨੂੰ ਨਾਲ ਲੈ ਕੇ ਵੀਡੀਓ ਬਣਾਈ ਸੀ। ਉਹਨਾਂ ਨੇ ਦੱਸਿਆ ਸੀ ਕਿ ਇਸ ਨੌਜਵਾਨ ਦੇ ਉੱਤੇ ਕੁਝ ਕਾਮਰੇਡ ਆਗੂਆਂ ਵੱਲੋਂ ਹਮਲਾ ਕੀਤਾ ਗਿਆ, ਲੱਤਾਂ ਬਾਹਾਂ ਤੋੜ ਦਿੱਤੀਆਂ ਗਈਆਂ। ਸੋ ਕਿਉਂ ਤੋੜੀਆਂ ਗਈਆਂ? ਉਹ ਕਹਿੰਦਾ ਵੀ ਮੈਂ ਸੰਘਰਸ਼ ਬਾਰੇ ਫੇਸਬੁੱਕ ਦੇ ਉੱਤੇ ਲਿਖਦਾ ਸੀ ਤੇ ਜਿਹੜੀ ਕਾਮਰੇਡੀ ਸੋਚ ਹੈਗੀ ਆ ਉਹਦੇ ਅਸੀਂ ਉਲਟ ਲਿਖਦੇ ਸੀ, ਮਤਲਬ ਕਿ ਉਹਨਾਂ ਦਾ ਆਪਾਂ ਮੁਕਾਬਲਾ ਕਰਦੇ ਸੀ ਵੀ ਇਦਾਂ ਨਹੀਂ ਹੋਣਾ ਚਾਹੀਦਾ, ਆਹ ਸੋਚ ਹੈ। ਤੇ ਅਖੀਰ ਉਸ ਨੌਜਵਾਨ ਦੇ ਉੱਤੇ ਵੀ ਹਮਲਾ ਹੋਇਆ, ਉਹਨੂੰ ਵੀ ਡਰਾਉਣ ਦੀ ਕੋਸ਼ਿਸ਼ ਕੀਤੀ ਗਈ। ਸੋ ਹੁਣ ਦੂਸਰਾ ਹਮਲਾ ਹੈਗਾ ਬਾਬਾ ਬਖਸ਼ੀਸ਼ ਸਿੰਘ ਹੋਰਾਂ ਦੇ ਉੱਤੇ। ਉਹਨਾਂ ਨੂੰ ਵੀ ਡਰਾਉਣ ਦੀ ਕੋਸ਼ਿਸ਼ ਸੀ ਜਾਂ ਫਿਰ ਉਹਨਾਂ ਨੂੰ ਕਤਲ ਕਰਨ ਦੀ ਕੋਸ਼ਿਸ਼ ਸੀ। ਸੋ ਆਪਾਂ ਦੇਖ ਲਈਏ ਵੀ ਉਹ ਲੋਕ ਕਿੱਥੋਂ ਤੱਕ ਗਿਰ ਚੁੱਕੇ ਨੇ।
ਜਿਹੜੇ ਇੱਕ ਪਾਸੇ ਤਾਂ ਕਹਿੰਦੇ ਆ ਵੀ ਅਸੀਂ ਸੰਘਰਸ਼ ਜਿਹੜਾ ਉਹਨੂੰ ਜਿੱਤ ਕੇ ਵਾਪਸ ਆਉਣਾ, ਅਸੀਂ ਕਿਸਾਨਾਂ ਦੇ ਹੱਕ ਦੀ ਗੱਲ ਕਰਦੇ ਆ, ਪਰ ਦੂਸਰੇ ਪਾਸੇ ਆਪਣੇ ਹੀ ਲੋਕਾਂ ਦੇ ਉੱਤੇ ਉਹ ਹਮਲੇ ਕਰਵਾ ਰਹੇ ਨੇ। ਹਮਲੇ ਵੀ ਜਿਸ ਤਰ੍ਹਾਂ ਹੋ ਰਹੇ ਆ ਆਪ ਸਭ ਜਾਣਦੇ ਹੋ। ਸੋ ਹੁਣ ਆਪਾਂ ਗੱਲ ਕਰੀਏ ਕੜੀ ਕਿੱਥੋਂ ਜੁੜਦੀ ਆ। ਇਸ ਸੰਘਰਸ਼ ਦੇ ਵਿੱਚ ਉਹਨਾਂ ਲੋਕਾਂ, ਕਾਮਰੇਡੀ ਸੋਚ ਵਾਲੇ ਲੋਕਾਂ ਵਾਸਤੇ ਕਿਹੜੇ-ਕਿਹੜੇ ਜ਼ਿਆਦਾ ਰੋੜੇ ਬਣਦੇ ਸੀ ਰਸਤੇ ਵਿੱਚ, ਆਪਾਂ ਉਹਨਾਂ ਦੇ ਨਾਮ ਗਿਣ ਲਈਏ। ਸਭ ਤੋਂ ਪਹਿਲਾਂ ਸੀਗਾ ਦੀਪ ਸਿੱਧੂ। ਉਹਨਾਂ ਦਾ ਪਹਿਲਾ ਨਿਸ਼ਾਨਾ ਸੀ ਦੀਪ ਸਿੱਧੂ, ਕਿਉਂਕਿ ਦੀਪ ਸਿੱਧੂ ਕਿਸੇ ਵੀ ਪਾਸੇ ਫਿੱਟ ਨਹੀਂ ਸੀ ਬਹਿੰਦਾ ਉਹਨਾਂ ਨਾਲ, ਸੋ ਉਹਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਕਿਸੇ ਤਰ੍ਹਾਂ ਕਰਕੇ, ਜੋ ਵੀ ਹੈ। ਦੂਸਰਾ ਸੀਗਾ ਲੱਖਾ ਸਿਧਾਣਾ। ਲੱਖੇ ਸਿਧਾਣੇ ਨੂੰ ਵੀ ਹੁਣ ਇਸ ਤਰ੍ਹਾਂ ਆਪਾਂ ਕਹਿ ਲਈਏ ਪੁਲਿਸ ਤੋਂ ਭਗੌੜਾ ਹੋ ਗਿਆ, ਸੰਘਰਸ਼ ਦੀ ਗਰਾਊਂਡ ਤੋਂ ਉਹ ਬਾਹਰ ਹੋ ਚੁੱਕਿਆ। ਸੋ ਇੱਕ ਉਹ ਰੋੜਾ ਸੀਗਾ ਉਹਨਾਂ ਦੇ। ਦੋ ਸੀ, ਤੀਸਰਾ ਨੰਬਰ ਸੀ ਭਾਈ ਪਲਵਿੰਦਰ ਸਿੰਘ ਤਲਵਾੜਾ ਹੋਰਾਂ ਦਾ। ਉਹਨਾਂ ਨੂੰ ਵੀ ਕਰ ਕਰਾ ਕੇ ਪੁਰਾਣੇ ਕੇਸ ਦੀ ਜਲਦ ਤੋਂ ਜਲਦ ਤਫਤੀਸ਼ ਹੋਈ ਤਾਂ ਉਹਨਾਂ ਨੂੰ ਜੇਲ੍ਹ ਜਿਹੜੀ ਹੈ ਜਾਣੀ ਪੈ ਗਈ। ਮਤਲਬ 3 ਬੰਦੇ ਉਹ ਸੀ। ਚੌਥਾ ਬੰਦਾ ਸੀ ਬਾਬਾ ਬਖਸ਼ੀਸ਼ ਸਿੰਘ, ਜਿਹਦੇ ਉੱਤੇ ਹੁਣ ਹਮਲਾ ਕਰਵਾਇਆ ਗਿਆ। ਇਹ ਕੜੀਆਂ ਕਿੱਥੋਂ ਜੁੜਦੀਆਂ ਨੇ ਇਹ ਤੁਸੀਂ ਆਪ ਹੀ ਸਮਝ ਲਓ ਹੁਣ। ਸੋ ਆਪਣੇ ਲੋਕ, ਆਪਣੇ ਹੀ ਲੋਕ, ਇਹ ਵੀ ਪੰਜਾਬ ਦੇ ਵਸਨੀਕ ਨੇ, ਇਹ ਵੀ ਉਸ ਪੰਜਾਬ ਦੀ ਮਿੱਟੀ ਦੇ ਵਸਨੀਕ ਨੇ ਜਿਹੜੇ ਹਮਲੇ ਕਰਵਾ ਰਹੇ ਨੇ। ਇੱਕ ਪਾਸੇ ਹਮਲੇ ਸਹਿਣ ਵਾਲੇ ਨੇ, ਇੱਕ ਪਾਸੇ ਕਰਵਾਉਣ ਵਾਲੇ ਆ। ਅਸੀਂ ਹਮੇਸ਼ਾ ਇਸ ਬਗੈਰਤੀ ਦਾ ਸ਼ਿਕਾਰ ਹੁੰਦੇ ਆਏ ਆ, ਚਾਹੇ ਜਿੰਨੇ ਵੀ ਅਸੀਂ ਮੋਰਚੇ ਲੜੇ ਹੋਣ। ਕੋਈ ਬਾਹਰੋਂ ਆ ਕੇ ਭਈਏ ਨੇ ਕਿਸੇ ਨੇ ਵਿਰੋਧ ਸਾਡਾ ਨਹੀਂ ਕੀਤਾ ਜਾਂ ਫਿਰ ਅੰਦੋਲਨ ਖਰਾਬ ਨਹੀਂ ਕੀਤਾ। ਜਦੋਂ ਵੀ ਕੀਤਾ ਸਾਡੇ ਵਿਚਲੇ ਛੁਪੇ ਹੋਏ ਐਸੇ ਅਨਸਰ ਸੀ ਜਿਨ੍ਹਾਂ ਨੇ ਕੀਤਾ। ਅੱਜ ਵੀ ਇਹ ਲੋਕ ਹੁਣ ਗੱਲ ਤਾਂ ਬਾਹਰ ਆ ਚੁੱਕੀ ਹੈ ਕਿ ਕੁਝ 3 ਕਿਹਾ ਜਾਂਦਾ, 3 ਐਸੇ ਨਾਮ ਨੇ ਜਿਹੜੇ ਏਕਤਾ ਨਹੀਂ ਹੋਣ ਦੇਣਾ ਚਾਹੁੰਦੇ। ਸੋ ਹੁਣ ਉਹ ਜਿਹੜੇ 3 ਨਾਮ ਨੇ ਉਹ ਸਾਰੇ ਤੁਸੀਂ ਜਾਣਦੇ ਹੋ ਕਿਹੜੇ-ਕਿਹੜੇ ਨਾਮ ਹੈਗੇ ਆ। ਸੋ ਉਹ ਚਾਹੁੰਦੇ ਆ ਵੀ ਏਕਤਾ ਨਾ ਹੋਵੇ। ਮਤਲਬ ਕਹਿਣ ਦਾ ਉਹਨਾਂ ਦਾ ਸਿੱਧਾ ਸਾਦਾ ਨਿਸ਼ਾਨਾ ਹੈ ਕਿ ਅਸੀਂ ਇਸੇ ਤਰ੍ਹਾਂ ਉਲਝਾ ਕੇ ਰੱਖੀਏ ਕਿਸਾਨੀ ਬਿੱਲਾਂ ਨੂੰ ਲੈ ਕੇ। ਮਤਲਬ ਕੋਈ ਵੀ ਇਹ ਚਾਹੇ ਪਾਸ ਹੋਣ ਚਾਹੇ ਫੇਲ, ਉਹਨਾਂ ਨੂੰ ਕੋਈ ਲੈਣ ਦੇਣ ਨਹੀਂ। ਉਹਨਾਂ ਦਾ ਮਕਸਦ ਇੱਕ ਹੈ ਕਿ ਸਾਡੇ ਕੋਲ ਸਟੇਜ ਰਵੇ, ਅਸੀਂ ਪ੍ਰਧਾਨਗੀ ਘੁੱਟੀਏ, 2022 ਨੂੰ ਅਸੀਂ ਹੈਂਡਲ ਕਰੀਏ ਆਉਣ ਵਾਲੇ ਟਾਈਮ ਦੇ ਉੱਤੇ। ਸੋ ਇਸ ਤਰੀਕੇ ਦੇ ਨਾਲ ਉਹ ਲੋਕ ਨਹੀਂ ਚਾਹੁੰਦੇ ਕਿ ਏਕਤਾ ਹੋਵੇ। ਹੁਣ ਅਸੀਂ ਅੱਜ ਗੱਲਬਾਤ ਕਰਨੀ ਹੈ ਜੀ, ਬਹੁਤ ਜ਼ਰੂਰੀ ਗੱਲਾਂ ਨੇ ਕਿ ਸੋਸ਼ਲ ਮੀਡੀਆ ਦੇ ਉੱਤੇ ਹੁਣ ਇੱਕ ਲਹਿਰ ਹੋਰ ਚੱਲ ਪਈ ਹੈ, ਜਿਹਦੇ ਬਾਰੇ ਮੈਂ ਪਿਛਲੀ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਸੀ। ਤੇ ਸਾਡੇ ਕੁਝ ਦੋਸਤ, ਸਾਡੇ ਉਹ ਲੋਕ ਜਿਹੜੇ ਦੀਪ ਸਿੱਧੂ ਨੂੰ ਪਿਆਰ ਕਰਦੇ ਨੇ, ਲੱਖੇ ਸਿਧਾਣੇ ਨੂੰ ਪਿਆਰ ਕਰਦੇ ਆ, ਕਿਸਾਨੀ ਹੱਕਾਂ ਦੇ ਵਿੱਚ ਅਸਲ ਦੇ ਵਿੱਚ ਗੱਲਬਾਤ ਕਰਦੇ ਆ। ਸੋ ਉਹ ਵੀ ਕੁਝ ਲੋਕ ਆਪਾਂ ਕਹਿ ਸਕਦੇ ਆ ਵੀ ਇੱਕ ਦੂਜੇ ਨੂੰ ਦੇਖੋ ਦੇਖੀ ਉਹ ਗੱਲਬਾਤ ਹੈ ਆਪਣੀ ਫੇਸਬੁੱਕ ਦੇ ਉੱਤੇ ਸਾਂਝੀ ਕਰਨ ਲੱਗ ਪਏ ਆ, ਜੋ ਕਿ ਘਾਤਕ ਹੈ। ਉਹ ਗੱਲ ਕੀ ਹੈ? ਉਹ ਗੱਲ ਹੈ ਜੀ ਲੱਖੇ ਸਿਧਾਣੇ ਦੇ ਵਿਰੋਧ ਦੀ। ਹੁਣ ਸਾਡੇ ਕੁਝ ਨੌਜਵਾਨ ਜਿਹੜੇ ਪਿਆਰ ਤਾਂ ਕਰਦੇ ਨੇ, ਮਤਲਬ ਕਿ ਉਹਨਾਂ ਦੇ ਦਿਲ ਦੇ ਵਿੱਚ ਕੋਈ ਮੈਲ ਨਹੀਂ ਹੈਗੀ, ਪਰ ਉਹ ਲੱਖੇ ਸਿਧਾਣੇ ਦੇ ਵਿਰੋਧ ਦੇ ਵਿੱਚ ਉਤਰ ਆਇਆ। ਹੁਣ ਮਤਲਬ ਉਹ ਪੋਸਟਾਂ ਪਾਉਣ ਲੱਗ ਪਏ, ਲੱਖਾ ਸਿਧਾਣਾ ਚੁੱਪ ਹੈ, ਲੱਖਾ ਸਿਧਾਣਾ ਬੋਲਦਾ ਨਹੀਂ, ਦੀਪ ਸਿੱਧੂ ਦੇ ਹੱਕ 'ਚ ਨਹੀਂ ਬੋਲਦਾ, ਉਹ ਕੁਝ ਨਹੀਂ ਕਹਿੰਦਾ, ਜਾਂ ਉਹਨੂੰ ਕੁਝ ਕਹਿਣਾ ਚਾਹੀਦਾ ਇਸ ਮਸਲੇ ਦੇ ਉੱਤੇ ਜਾਂ ਇਸ ਤਰ੍ਹਾਂ। ਕਿਉਂਕਿ ਸਭ ਤੋਂ ਪਹਿਲਾਂ ਕਹਿੰਦੇ ਹੁੰਦੇ ਆਪਣਿਆਂ ਨੂੰ ਸਮਝਾਓ ਫਿਰ ਦੂਸਰਿਆਂ ਨੂੰ, ਬਾਅਦ ਵਿੱਚ ਬਗਾਨਿਆਂ ਦੀ ਵਾਰੀ ਆਉਂਦੀ ਹੈ, ਪਹਿਲਾਂ ਆਪਣਾ ਘਰ ਆਪਾਂ ਦੇਖ ਲਈਏ। ਜਿੰਨੀ ਨੌਜਵਾਨੀ ਹੈਗੀ ਹੈ, ਅੱਜ ਮੈਂ ਬੇਨਤੀ ਕਰਨਾ ਚਾਹੁੰਦਾ, ਬੜੀ ਮੁਸ਼ਕਲ ਦੇ ਨਾਲ ਟਾਈਮ ਕੱਢ ਕੇ ਅੱਜ ਆਪਾਂ ਲਾਈਵ ਹੋਏ ਆ, ਸੋ ਜਰੂਰ ਇਸ ਬੇਨਤੀ ਨੂੰ ਪ੍ਰਵਾਨ ਕਰਿਓ। ਸਾਡਾ ਕੋਈ ਵੀ ਹੁਕਮ ਨਹੀਂ, ਸਾਡੀ ਸਿਰਫ ਅਪੀਲ, ਸਾਡੀ ਇੱਕ ਬੇਨਤੀ ਹੈ ਸਾਰੇ ਨੌਜਵਾਨਾਂ ਨੂੰ, ਜਿਨ੍ਹਾਂ ਦੇ ਹੁਣ ਮਨ ਦੇ ਵਿੱਚ ਇੱਕ ਰੋਸ ਜਿਹੜਾ ਇਹ ਪੈਦਾ ਹੁੰਦਾ ਜਾ ਰਿਹਾ ਵੀ ਲੱਖਾ ਸਿਧਾਣਾ ਵੀ ਉਹਨਾਂ ਵਰਗਾ ਹੀ ਨਿਕਲਿਆ, ਲੱਖੇ ਨੂੰ ਵੀ ਉਹ ਸੋਚ ਜਿਹੜੀ ਪਿਆਰੀ ਹੈ। ਲੱਖਾ ਸਿਧਾਣਾ ਚਾਹੁੰਦਾ ਹੈ ਕਿ ਕਿਸਾਨਾਂ ਨਾਲ ਜਾਵਾਂ ਤੇ ਉਹ ਦੀਪ ਸਿੱਧੂ ਬਾਰੇ ਕੁਝ ਨਹੀਂ ਬੋਲ ਰਿਹਾ। ਹੁਣ ਆਪਾਂ ਇੱਥੇ ਗੱਲ ਕਰੀਏ ਵੀ ਲੱਖਾ ਸਿਧਾਣੇ ਦਾ ਜਿਹੜਾ ਯੋਗਦਾਨ ਹੈ ਉਹ ਕਿਸੇ ਤੋਂ ਘੱਟ ਨਹੀਂ। ਲੰਬੇ ਸਮੇਂ ਤੋਂ ਕਿਸਾਨ ਸੰਘਰਸ਼ ਅਜੇ ਸ਼ੁਰੂ ਵੀ ਨਹੀਂ ਸੀ ਹੋਇਆ, ਉਹਦੇ ਪਿਛਲੇ ਕਾਰਜ ਵੀ ਆਪਾਂ ਸਾਰੇ ਦੇਖ ਲਈਏ। ਤੇ ਹੁਣ ਜਦੋਂ ਇੱਥੇ ਤੱਕ ਗੱਲ ਪਹੁੰਚ ਚੁੱਕੀ ਹੈ, ਇੱਕ ਸਾਡਾ ਨੌਜਵਾਨ ਯੋਧਾ ਅੰਦਰ ਹੈ, ਦੂਸਰਾ ਭਗੌੜਾ ਹੈ, ਤੇ ਅਸੀਂ ਹੁਣ ਉਹਨਾਂ ਚਾਲਾਂ ਦੇ ਵਿੱਚ ਨਾ ਪਈਏ ਜਿਹੜੀਆਂ ਦੁਸ਼ਮਣ ਸਾਨੂੰ ਪਵਾਉਣਾ ਚਾਹੁੰਦਾ। ਕਿ ਦੁਸ਼ਮਣ ਚਾਹੁੰਦਾ ਕਿ ਅਸੀਂ ਵੀ ਦੋ ਫਾੜ ਹੋ ਜਾਈਏ, ਅੱਧੇ ਕੁ ਲੋਕ ਜਿਹੜੇ ਉਹ ਦੀਪ ਸਿੱਧੂ ਨਾਲ ਚਲੇ ਜਾਣ, ਅੱਧੇ ਜਿਹੜੇ ਬਾਕੀ ਰਹਿੰਦੇ ਹੋਏ ਲੱਖੇ ਨਾਲ ਚਲੇ ਜਾਣ। ਸੋ ਇਹ ਚਾਲ ਹੁਣ ਦੁਸ਼ਮਣ ਦੀ ਹੈ। ਦੁਸ਼ਮਣ ਦੀ ਚਾਲ ਕਿਵੇਂ ਆ, ਇਹਦੇ ਬਾਰੇ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ 'ਚ ਦੱਸ ਚੁੱਕਿਆ ਕਿ ਸੰਯੁਕਤ ਮੋਰਚੇ ਵੱਲੋਂ ਸੱਦਾ ਦਿੱਤਾ ਜਾਂਦਾ ਕਿ ਲੱਖਾ ਸਾਡਾ ਪੁੱਤਰ ਹੈ, ਦੀਪ ਨਾਲ ਕੋਈ ਲੈਣ ਦੇਣ ਨਹੀਂ। ਦਲ ਖਾਲਸਾ ਦੀ ਯੂਥ ਜਥੇਬੰਦੀ ਵੱਲੋਂ ਪੋਸਟਰ ਤਿਆਰ ਕੀਤਾ ਜਾਂਦਾ ਹੈ, ਉਹਦੇ ਵਿੱਚ ਲੱਖਾ ਸਿਧਾਣਾ ਹੈਗਾ, ਦੀਪ ਸਿੱਧੂ ਨਹੀਂ ਹੈ। ਇਹ ਦੂਸਰਾ ਵਾਰ ਸੀ। ਤੀਸਰਾ ਵਾਰ ਹੁਣ ਜਿਹੜੀ ਇੱਕ ਨਵੀਂ ਰੈਲੀ ਦਾ ਪੋਸਟਰ ਜਿਹੜਾ ਤਿਆਰ ਕੀਤਾ ਗਿਆ, ਉਹਦੇ ਵਿੱਚ ਲੱਖੇ ਸਿਧਾਣੇ ਦੀ ਫੋਟੋ ਹੈਗੀ ਹੈ ਤੇ ਦੂਸਰੇ ਪਾਸੇ ਦੀਪ ਸਿੱਧੂ ਦੀ ਨਹੀਂ ਹੈ। ਉਹ ਜਦੋਂ ਪੋਸਟਰ ਸੋਸ਼ਲ ਮੀਡੀਆ ਦੇ ਉੱਤੇ ਆਇਆ ਤੇ ਸਾਡੇ ਕੁਝ ਏਕਤਾ ਕੂਕਣ ਵਾਲੇ ਲੋਕ ਜਿਹੜੇ ਹਮੇਸ਼ਾ ਏਕਤਾ ਕੂਕਦੇ ਰਹਿੰਦੇ ਨੇ, ਉਹ ਕਹਿੰਦੇ ਵੀ ਤੁਸੀਂ ਭੜਕਾਉਂਦੇ ਹੋ, ਤੁਸੀਂ ਕਿਸਾਨ ਆਗੂਆਂ ਦੇ ਖਿਲਾਫ ਚੱਲਦੇ ਹੋ, ਤੁਸੀਂ ਏਦਾਂ ਕਰਦੇ ਹੋ, ਤੁਸੀਂ ਉਹ ਕਰਦੇ ਹੋ, ਤੁਸੀਂ ਏਕਤਾ ਨਹੀਂ ਹੋਣ ਦੇਣੀ ਚਾਹੁੰਦੇ। ਪਰ ਜਦੋਂ ਉਹ ਪੋਸਟਰ ਸੋਸ਼ਲ ਮੀਡੀਆ ਦੇ ਉੱਤੇ ਆਇਆ ਜਿਹਦੇ ਉੱਤੇ ਲੱਖੇ ਸਿਧਾਣੇ ਦੀ ਫੋਟੋ ਹੈ, ਦੀਪ ਸਿੱਧੂ ਦੀ ਨਹੀਂ ਹੈ, ਤਾਂ ਉਹ ਏਕਤਾ ਕੂਕਣ ਵਾਲੇ ਲੋਕ ਬਹੁਤ ਖੁਸ਼ ਹੋਏ ਉਹ ਲੋਕ।
ਕਿ ਹਾਂ ਹੁਣ ਗੱਲ ਬਣੀ ਹੈ। ਮਤਲਬ ਕਿ ਉਹ ਦੀਪ ਸਿੱਧੂ ਨੂੰ ਬਾਹਰ ਕਰਕੇ ਏਕਤਾ ਕਰਨੀ ਚਾਹੁੰਦੇ ਨੇ, ਨਾ ਕਿ ਸਾਰਿਆਂ ਨੂੰ ਨਾਲ ਲੈ ਕੇ। ਪਰ ਜਿਹੜੀ ਦੀਪ ਸਿੱਧੂ ਦੀ ਸੋਚ ਹੈ ਜਾਂ ਉਹਦੇ ਨਾਲ ਕਹਿੰਦੀ ਹੈ ਵੀ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ, ਮਤਲਬ ਕਿ ਚਾਹੇ ਉਹ ਲੱਖੇ ਦੇ ਸਮਰਥਕ ਹੈ, ਚਾਹੇ ਕਿਸਾਨ ਆਗੂਆਂ ਦੇ ਸਮਰਥਕ ਹੈ, ਚਾਹੇ ਕਾਮਰੇਡੀ ਸੋਚ ਕਿਉਂ ਨਾ ਹੋਵੇ, ਉਹ ਸੋਚ ਇਹ ਕਹਿੰਦੀ ਹੈ। ਪਰ ਬਹੁਤ ਸਾਰੇ ਜਿਹੜੇ ਲੋਕ ਨੇ, ਜਿਹੜੇ ਪ੍ਰਸ਼ੰਸਕ ਨੇ ਜਾਂ ਫਿਰ ਫੈਨ ਨੇ ਇਹਨਾਂ ਲੋਕਾਂ ਦੇ, ਕਿਸਾਨ ਆਗੂਆਂ ਦੇ ਜਾਂ ਸੰਯੁਕਤ ਮੋਰਚੇ ਜਾਂ ਕਾਮਰੇਡੀ ਸੋਚ ਦੇ ਕਹਿ ਲਈਏ, ਉਹਨਾਂ ਦਾ ਹੁਣ ਜ਼ੋਰ ਲੱਗਿਆ ਹੋਇਆ ਵੀ ਦੀਪ ਸਿੱਧੂ ਨੂੰ ਅਸੀਂ ਵੀ ਕਿਸੇ ਤਰ੍ਹਾਂ ਬਾਹਰ ਕਰੀਏ ਤੇ ਲੱਖੇ ਸਿਧਾਣੇ ਨੂੰ, ਕਿਉਂਕਿ ਗਲ ਦੀ ਹੱਡੀ ਬਣ ਚੁੱਕਿਆ। ਦੀਪ ਸਿੱਧੂ ਤਾਂ ਅੰਦਰ ਹੈ, ਜਿੰਨੀ ਦੇਰ ਉਹ ਅੰਦਰ ਹੈਗਾ ਉਨੀ ਦੇਰ ਇਹਨਾਂ ਵਾਸਤੇ ਕੋਈ ਵੀ ਰੋੜਾ ਨਹੀਂ। ਸੋ ਲੱਖਾ ਸਿਧਾਣਾ ਰੋੜਾ ਕਿਵੇਂ ਬਣ ਰਿਹਾ ਵੀ ਉਹ ਇੱਕ ਤਾਂ ਉਹ ਬਹੁਤ ਵੱਡੀ ਤਾਦਾਦ ਦੇ ਵਿੱਚ ਨੌਜਵਾਨ ਲੈ ਕੇ ਆਪਣਾ ਵੱਖ ਇੱਕ ਕਹਿ ਲਈਏ ਵੀ ਧੜਾ ਬਣਿਆ ਹੋਇਆ। ਸੋ ਇਸ ਕਰਕੇ ਉਹਨਾਂ ਦੇ ਲਈ ਇਹ ਇੱਕ ਰੋੜਾ ਬਣਿਆ ਹੋਇਆ। ਫਿਰ ਉਹਨਾਂ ਦੇ ਕੋਲ ਹੁਣ ਇਹ ਇੱਕੋ ਇੱਕ ਆਪਸ਼ਨ ਸੀ ਕਿ ਲੱਖੇ ਸਿਧਾਣੇ ਨੂੰ ਨਾਲ ਲੈ ਲਈਏ, ਜਿਹਦੇ ਨਾਲ ਕਿ ਸਾਡੀ ਪਾਵਰ ਜਿਹੜੀ ਹੈ, ਖੁੱਸੀ ਹੋਈ ਪਾਵਰ ਸਾਨੂੰ ਦੁਬਾਰਾ ਮਿਲ ਸਕੇ। ਸੋ ਇਸ ਕਰਕੇ ਹੁਣ ਲੱਖੇ ਨੂੰ ਸੱਦਿਆ ਜਾ ਰਿਹਾ, ਵਾਰ-ਵਾਰ ਇਨਵੀਟੇਸ਼ਨ ਦਿੱਤੇ ਜਾ ਰਹੇ ਨੇ। ਪਰ ਇੱਥੇ ਹੁਣ ਹੋਰ ਗੱਲ ਸੁਣ ਲਓ, ਸੱਦਿਆ ਵੀ ਜਾ ਰਿਹਾ, ਮਤਲਬ ਇਹ ਵੀ ਕਿਹਾ ਜਾ ਰਿਹਾ ਵੀ ਲੱਖਾ ਵੀ ਆ ਜਾਏ, ਉਹਦੇ ਸਮਰਥਕ ਵੀ ਸਾਡੇ ਨਾਲ ਆ ਜਾਣ, ਪਰ ਕਿਤੇ ਨਾ ਕਿਤੇ ਪ੍ਰਧਾਨਗੀ ਚੌਧਰ ਜਿਹੜੀ ਹੈ ਫਿਰ ਖੁੱਸਦੀ ਹੋਈ ਨਜ਼ਰ ਆਉਂਦੀ ਹੈ। ਇਸ ਕਰਕੇ ਲੱਖੇ ਸਿਧਾਣੇ ਨੂੰ ਸਿੱਧਾ ਜੀ ਆਇਆਂ ਨੂੰ ਨਹੀਂ ਕਹਿ ਰਹੇ। ਪਿਛਲੇ ਦਿਨੀ ਨੌਜਵਾਨਾਂ ਵੱਲੋਂ ਖੁਲਾਸੇ ਕੀਤੇ ਗਏ ਨੇ ਕਿ 10 ਮੀਟਿੰਗਾਂ ਹੋ ਚੁੱਕੀਆਂ ਸਿਰਫ ਇਹਦੇ ਉੱਤੇ। ਆਪਾਂ ਮੋਦੀ ਨਾਲ ਮੀਟਿੰਗਾਂ ਤਾਂ ਕੀ ਕਰਨੀਆਂ ਸੀ, ਸਾਡੇ ਆਪਣੇ ਮਸਲਿਆਂ ਦੇ ਉੱਤੇ 10 ਮੀਟਿੰਗਾਂ ਹੋ ਚੁੱਕੀਆਂ। ਮਤਲਬ ਅਸੀਂ ਮੋਦੀ ਨਾਲ ਮੀਟਿੰਗਾਂ ਕਰਨੀਆਂ ਸੀ ਕਿ ਕਿੱਦਾਂ ਬਿੱਲ ਰੱਦ ਕਰ ਰਹੇ ਨੇ, ਜਦ ਕਿ ਆਪਣੀਆਂ 10 ਮੀਟਿੰਗਾਂ ਦੇ ਵਿੱਚ ਸਾਡੇ ਕੋਲ ਆਪਣਾ ਜਿਹੜਾ ਹੈ ਉਹ ਇਹ ਨਹੀਂ ਸੁਝਾਅ ਹੋਇਆ ਕਿ ਅਸੀਂ ਲੱਖੇ ਨੂੰ ਨਾਲ ਰੱਖਣਾ ਜਾਂ ਨਹੀਂ ਰੱਖਣਾ। 10 ਮੀਟਿੰਗਾਂ ਹੋਣ ਤੋਂ ਬਾਅਦ 3 ਮੈਂਬਰੀ ਕਮੇਟੀ ਬਣਾਈ ਗਈ ਜੋ ਫੈਸਲਾ ਕਰੇਗੀ ਕਿ ਲੱਖੇ ਨੂੰ ਕਿਵੇਂ ਨਾਲ ਲੈਣਾ। ਮਤਲਬ ਪ੍ਰੈਸ ਕਾਨਫਰੰਸ ਕਰਨਗੇ, ਬਲਦੇਵ ਸਿੰਘ ਹੋਰੀ ਸੀ ਉਹਦੇ ਵਿੱਚ, 2 ਮੈਂਬਰ ਹੋਰ ਸੀ, 3 ਨੂੰ ਪਾਵਰ ਦਿੱਤੀ ਗਈ। ਸੋ ਕਿਹਾ ਗਿਆ ਵੀ ਇਹ ਬੰਦੇ ਹੁਣ ਲੱਖੇ ਨੂੰ ਨਾਲ ਲੈਣਗੇ। ਹਜੇ ਤੱਕ ਉਹਨਾਂ ਦੇ ਕੋਲੋਂ ਇੱਕ ਵੀ ਸ਼ਬਦ ਜਿਹੜਾ ਹੈ ਉਹ ਨਹੀਂ ਨਿਕਲਿਆ। 30 ਦਾ ਸਮਾਂ ਸੀ, ਅੱਜ 31 ਹੋ ਗਈ ਆ, ਕੋਈ ਉਹਨਾਂ ਦੇ ਕੋਲੋਂ ਸ਼ਬਦ ਨਹੀਂ ਨਿਕਲਿਆ। ਮਤਲਬ ਲੱਖੇ ਨੂੰ ਨਾਲ ਲੈਣਾ, ਲੈਣ ਲੱਗਿਆਂ ਵੀ ਬਹੁਤ ਸਾਰੀਆਂ ਪ੍ਰੋਬਲਮਸ ਜਿਹੜੀਆਂ ਉਹਨਾਂ ਨੂੰ ਆ ਰਹੀਆਂ ਨੇ, ਜਿਹੜੀਆਂ ਉਹ ਪ੍ਰਗਟਾਵਾ ਨਹੀਂ ਕਰ ਪਾ ਰਹੇ। ਸੋ ਉਹਨਾਂ ਦੇ ਵਿੱਚ ਹੁਣ ਆਪਸੀ ਇੱਕ ਜਿਹੜੀ ਐਸੀ ਖਿੱਚੋਤਾਣ ਬਣੀ ਹੋਈ ਹੈ। ਕੁਲਵੰਤ ਕਾਂਤੀ ਨੇ ਪਿਛਲੇ ਦਿਨੀ ਕੀ ਗੱਲ ਕਹੀ ਹੈ ਕਿ ਲੱਖਾ ਸਿਧਾਣਾ ਮਾਫੀ ਮੰਗ ਕੇ ਆਵੇ। ਇੱਥੇ ਹੁਣ ਬੜੀ ਵੱਡੀ ਗੱਲ ਹੈਗੀ ਆ, ਲੱਖੇ ਸਿਧਾਣੇ ਦੇ ਉੱਤੇ ਵੀ ਹੁਣ ਸਵਾਲ ਜਿਹੜੇ ਨੇ ਉਹ ਆ ਜਾਣੇ ਆ ਵੀ ਲੱਖਾ ਕਰਦਾ ਕੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ। ਸਵਾਲ ਜਿਹੜੇ ਉਹਨੇ ਪੈਦਾ ਕਰ ਦਿੱਤੇ, ਕਹਿੰਦਾ ਮਾਫੀ ਮੰਗ ਕੇ ਆਵੇ 26 ਦੀਆਂ ਘਟਨਾਵਾਂ ਤੇ ਦੂਸਰੀ ਗੱਲ, ਸਾਡੇ ਜਾਬਤੇ 'ਚ ਚੱਲਣਾ ਪਊਗਾ, ਸਾਡੀ ਜੁੱਤੀ ਥੱਲੇ ਰਹਿ ਕੇ ਜਿਹੜਾ ਸਟੇਜ ਦੇ ਉੱਤੇ ਰਹਿਣਾ ਪਊਗਾ ਜਾਂ ਸਾਡੇ ਨਾਲ ਰਹਿਣਾ ਪਊਗਾ। ਹੁਣ ਆਪਾਂ ਇੱਥੇ ਹੁਣ ਸਵਾਲ ਜਿਹੜਾ ਪੈਦਾ ਹੋ ਜਾਂਦਾ ਵੀ ਭਾਈ ਲੱਖਾ ਸਿਧਾਣਾ ਤੁਹਾਡੀ ਸਟੇਜ ਦਾ ਮੁਹਤਾਜ ਹੈ, ਤੁਹਾਡਾ ਸਿਰ ਦੇ ਉੱਤੇ ਹੱਥ ਰਹੇਗਾ ਤੇ ਲੱਖਾ ਜਿਹੜਾ ਹੈ ਬੋਲ ਸਕਦਾ ਹੈ। ਮਤਲਬ ਲੱਖੇ ਦੀ ਆਪਣੀ ਕੋਈ ਵੀ ਹੈਸੀਅਤ ਨਹੀਂ, ਕੋਈ ਔਕਾਤ ਨਹੀਂ ਹੈਗੀ ਇਸ ਮੋਰਚੇ ਦੇ ਵਿੱਚ, ਜਾਂ ਫਿਰ ਉਹਦਾ ਨੌਜਵਾਨੀ ਦੇ ਵਿੱਚ ਕੋਈ ਰਸੂਖ ਨਹੀਂ ਹੈਗਾ, ਬਿਲਕੁਲ ਨਹੀਂ ਹੈ। ਇਹ ਜਾਣ ਬੁੱਝ ਕੇ ਇਸ ਤਰ੍ਹਾਂ ਉਲਝਾਇਆ ਜਾ ਰਿਹਾ, ਲੱਖੇ ਨੂੰ ਵੀ ਟੋਇਆ ਜਾ ਰਿਹਾ, ਉਹਨੂੰ ਵੀ ਕਿਤੇ ਨਾ ਕਿਤੇ ਤੁਣਕਾ ਲਾ ਕੇ ਦੇਖਿਆ ਜਾ ਰਿਹਾ ਵੀ ਲੱਖਾ ਕਿੱਥੋਂ ਤੱਕ ਬੋਲਦਾ ਹੈ। ਮਤਲਬ ਅੱਜ ਹੁਣ ਲੱਖੇ ਦੇ ਉੱਤੇ ਵੀ ਏਡੀ ਵੱਡੀ ਕਹਿ ਲਈਏ ਵੀ ਇੱਕ ਰਿਸਪੌਂਸਿਬਿਲਟੀ ਆ ਗਈ ਹੈ, ਜਿਹੜੀ ਪਹਿਲਾਂ 20 ਸੀ ਹੁਣ ਜ਼ਿਆਦਾ ਆ ਗਈ ਹੈ ਵੀ ਜੇਕਰ ਲੱਖਾ ਇੰਨਾ ਜ਼ਿਆਦਾ ਕਾਹਲਾ ਇਸ ਸਟੇਜ ਤੇ ਵਾਪਸ ਜਾਣ ਨੂੰ, ਇਹਦਾ ਮਤਲਬ ਉਹਨੂੰ ਨੌਜਵਾਨੀ ਦੇ ਨਾਲ ਜਾਂ ਫਿਰ ਪੰਜਾਬ ਦੇ ਹੱਕਾਂ ਦੇ ਨਾਲ ਪਿਆਰ ਨਹੀਂ ਹੈਗਾ। ਜੇਕਰ ਉਹ ਧੌਣ ਨੀਵੀਂ ਕਰਕੇ ਸਟੇਜ ਦੇ ਉੱਤੇ ਜਾ ਕੇ ਬੋਲਦਾ ਕਿ ਮੈਨੂੰ ਮਾਫੀ ਵੀ ਦੇ ਦਿਓ ਤੇ ਜੋ ਤੁਸੀਂ ਕਹੋਗੇ ਮੈਂ ਉਹਦੇ ਹਿਸਾਬ ਦੇ ਨਾਲ ਗੱਲ ਕਰੂੰਗਾ, ਜੇਕਰ ਲੱਖਾ ਇਸ ਤਰ੍ਹਾਂ ਕਰ ਲੈਂਦਾ ਤੇ ਸਾਡੇ ਸਾਰਿਆਂ ਦੇ ਦਿਲਾਂ ਚੋਂ ਬਾਹਰ ਹੋ ਜਾਊਗਾ। ਇਹ ਤਾਂ ਸਿੱਧੀ ਜੀ ਗੱਲ ਹੈ, ਕਿਉਂਕਿ ਅਸੀਂ ਲੱਖੇ ਵਾਸਤੇ ਸਟੈਂਡ ਲਿਆ ਹੁਣ ਤੱਕ, ਦੀਪ ਸਿੱਧੂ ਵਾਸਤੇ ਸਟੈਂਡ ਲਿਆ ਹੁਣ ਤੱਕ, ਕਿਉਂਕਿ ਪੰਜਾਬ ਦੇ ਇਹ ਵਾਰਸ ਨੇ। ਜੇਕਰ ਇਹ ਪੰਜਾਬ ਦੇ ਵਾਰਸ ਆਪਣੀ ਸੋਚ ਨੂੰ ਗਹਿਣੇ ਰੱਖ ਕੇ ਤੇ ਇਹਨਾਂ ਲੋਕਾਂ ਦੇ ਮਗਰ ਲੱਗ ਜਾਣਗੇ ਤਾਂ ਫਿਰ ਉੱਥੇ ਕੋਈ ਵੀ ਇਸ ਤਰ੍ਹਾਂ ਦੀ ਕੋਈ ਤੁੱਕਬਾਜੀ ਨਹੀਂ ਬਣਦੀ ਕਿ ਅਸੀਂ ਲੱਖੇ ਦੇ ਨਾਲ ਖੜਾਂਗੇ ਅੱਗੇ ਤੋਂ। ਸੋ ਇਹ ਅਸੀਂ ਪੂਰਨ ਤੌਰ ਤੇ ਆਸ ਕਰਦੇ ਹਾਂ ਵੀ ਲੱਖਾ ਇਦਾਂ ਕਦੀ ਨਹੀਂ ਕਰੂਗਾ, ਮਾਫੀ ਮੰਗ ਕੇ ਵੀ, ਜਾਂ ਫਿਰ ਉਹ ਸਟੇਜ ਦਾ ਮੁਹਤਾਜ ਨਹੀਂ ਹੈਗਾ। ਲੱਖਾ ਸਿਧਾਣਾ ਸਟੇਜ ਦਾ ਮੁਹਤਾਜ ਨਹੀਂ ਹੈ, ਜਿਵੇਂ ਉਹਨੂੰ ਇਹੋ ਜਿਹੇ ਜਿਹੜੇ ਕਾਮਰੇਡੀ ਸੋਚ ਵਾਲੇ ਲੋਕ ਕਹਿੰਦੇ ਆ ਵੀ ਸਾਡੀ ਜੁੱਤੀ ਥੱਲੋਂ ਦੀ ਹੋ ਕੇ ਲੰਘ ਤਾਂ ਫੇਰ ਤੈਨੂੰ ਸਟੇਜ ਦੇ ਉੱਤੇ ਬੋਲਣ ਦੇਾਂਗੇ। ਲੱਖਾ ਪਹਿਲਾਂ ਵੀ ਜ਼ਿਆਦਾ ਨਹੀਂ ਬੋਲਿਆ, ਜਦੋਂ 26 ਤੋਂ ਪਹਿਲਾਂ ਵੀ ਉਹਨੂੰ ਵੀ ਕਿਤੇ ਬੋਲਣ ਦਾ ਮੌਕਾ ਦਿੰਦੇ ਸੀ। ਲੱਖਾ ਆਪਣੇ ਲਾਈਵ ਪ੍ਰੋਗਰਾਮਾਂ ਦੇ ਜ਼ਰੀਏ ਜਾਂ ਫਿਰ ਵੈਸੇ ਨੌਜਵਾਨਾਂ ਨੂੰ ਸੰਬੋਧਨ ਹੁੰਦਾ ਰਹਿੰਦਾ ਸੀ। ਸੋ ਉਹ ਉੱਥੇ ਤੱਕ ਹੀ ਸੀਮਤ ਰਵੇ ਤਾਂ ਵਧੀਆ ਗੱਲ ਹੈਗੀ ਆ। ਮਤਲਬ ਕਹਿਣ ਦਾ ਵੀ ਇਹਨਾਂ ਆਗੂਆਂ ਦੇ ਜੇਕਰ ਨਾਲ ਚੱਲਣਾ ਹੈ, ਹੁਣ ਉਹ ਕਹਿੰਦੇ ਮਾਫੀ ਮੰਗ ਕੇ ਆਵੇ, ਮਤਲਬ ਇੱਥੇ ਹੁਣ ਉਲਟਾ ਚੋਰ ਕੋਤਵਾਲ ਕੋ ਡਾਂਟੇ ਵਾਲੀ ਗੱਲ ਹੋ ਗਈ ਭਈ ਸਾਰਾ ਸੰਘਰਸ਼ ਤੁਸੀਂ ਖਰਾਬ ਕੀਤਾ, ਨੌਜਵਾਨੀ ਨੂੰ ਸੱਦਾ ਤੁਸੀਂ ਦਿੱਤਾ, 26 ਤਰੀਕ ਨੂੰ ਆ ਜਾਓ ਟਰੈਕਟਰ ਲੈ ਕੇ ਮੋਦੀ ਦੀ ਹਿੱਕ ਤੇ ਚੜਾਂਗੇ, ਇਹ ਸਾਰੀ ਬਕਵਾਸ ਤੁਸੀਂ ਕਰਦੇ ਰਹੇ ਹੋ। ਅੱਜ ਮਾਫੀ ਕੌਣ ਮੰਗੇ? ਲੱਖਾ। ਜਦਕਿ ਲੱਖੇ ਨੇ ਤੁਹਾਡੇ ਨਾਲ ਹੋ ਕੇ ਰਾਤੀ ਨੌਜਵਾਨੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਕਿਤੇ ਕੰਮ ਖਰਾਬ ਨਾ ਹੋ ਜੇ,
ਉਹਦੇ ਵੱਲੋਂ ਆਪਣੀ ਪੂਰੀ ਕੋਸ਼ਿਸ਼ ਸੀ। ਸੋ ਫਿਰ ਮਾਫੀ ਵੀ ਲੱਖਾਂ ਮੰਗੇ, ਪਰ ਸਾਰਾ ਕੁਝ ਕੀਤਾ ਕਰਾਇਆ ਤੁਹਾਡਾ ਸੀ। ਅੱਜ ਤੁਸੀਂ ਫਿਰ ਨਹੀਂ ਮੰਨ ਰਹੇ। ਇਹਦੇ ਵਿੱਚ ਹੁਣ ਬੜੀਆਂ ਇੰਪੋਰਟੈਂਟ ਗੱਲਾਂ ਨੇ, ਅੱਜ ਇਸ ਲਾਈਵ ਦੇ ਵਿੱਚ ਮੈਂ ਤੁਹਾਡੇ ਨਾਲ ਉਹ ਸਾਰੀਆਂ ਸਾਂਝੀਆਂ ਕਰੂੰਗਾ। ਇਹ ਪਹਿਲਾ ਸੰਘਰਸ਼ ਹੈ ਜਿਹਦੇ ਵਿੱਚ ਕਿਸਾਨ ਆਗੂ, ਮੈਂ ਸਾਰਿਆਂ ਨੂੰ ਨਹੀਂ ਕਹਾਂਗਾ, ਬਹੁਤ ਸਾਰੇ ਚੰਗੇ ਨੇ ਵਿੱਚ, ਬੜੀਆਂ ਜਥੇਬੰਦੀਆਂ ਚੰਗੀਆਂ ਵੀ ਹੋਣਗੀਆਂ, ਫਿਰ ਵੀ ਇਹ ਪਹਿਲਾ ਸੰਘਰਸ਼ ਐਸਾ ਹੈ ਜਿਹਦੇ ਵਿੱਚ ਇਹਨਾਂ ਦੇ ਧੌਣ ਦੀ ਜਿਹੜੀ ਹੱਡੀ ਹੈ ਉਹ ਜਿਹੜੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਕਿ ਜਿਹੜਾ ਧੌਣ ਦੇ ਵਿੱਚ ਕੀਲਾ ਗੱਡਿਆ ਹੋਇਆ ਇਹਨਾਂ ਦੇ। ਕੋਈ ਵੀ ਝੁਕਣ ਨੂੰ ਤਿਆਰ ਨਹੀਂ, ਕੋਈ ਵੀ ਗੱਲ ਕਰਨ ਨੂੰ ਤਿਆਰ ਨਹੀਂ ਹੈਗਾ। ਇਹਨਾਂ ਨੂੰ ਆਪਣੀ ਹਉਮੈ ਪਿਆਰੀ ਹੈ, ਸਿਰਫ ਇਹਨਾਂ ਲੋਕਾਂ ਨੂੰ ਆਪਣੀ ਹਉਮੈ ਪਿਆਰੀ ਹੈ। ਕਿਸੇ ਨੂੰ ਕੋਈ ਲੈਣ ਦੇਣ ਨਹੀਂ ਹੈਗਾ, ਕਿਸੇ ਨੂੰ ਕੋਈ ਲੈਣ ਦੇਣ ਨਹੀਂ। ਬਾਰ-ਬਾਰ ਇਸੇ ਕਰਕੇ ਜੇ ਆਪਾਂ ਕਹਿੰਦੇ ਨਾ ਮੋਦੀ ਅੱਜ ਬਿੱਲ ਨਹੀਂ ਮੰਨਦਾ ਪਿਆ, ਉਹ ਕਹਿੰਦਾ ਮੈਂ ਰੱਦ ਨਹੀਂ ਕਰਨੇ, ਮੋਦੀ ਸਰਕਾਰ ਇਸ ਤਰ੍ਹਾਂ, ਅਸੀਂ ਗਾਲਾਂ ਬੜੀਆਂ ਵਾਰ ਰਹੇ ਹਾਂ ਮੋਦੀ ਸਰਕਾਰ ਨੂੰ, ਪਰ ਤੁਹਾਡੇ ਕੁਝ ਜਿਹੜੇ ਕਿਸਾਨ ਆਗੂ ਨੇ ਉਹ ਮੋਦੀ ਨਾਲੋਂ ਘੱਟ ਨਹੀਂ। ਜੇ ਉਹ ਬਿੱਲ ਰੱਦ ਨਹੀਂ ਕਰ ਰਿਹਾ ਤਾਂ ਇੱਧਰ ਏਕਤਾ ਵਾਲੀ ਗੱਲ ਇਹ ਵੀ ਨਹੀਂ ਕਰਦੇ ਪਏ। ਇਹ ਵੀ ਨੌਜਵਾਨਾਂ ਨੂੰ ਨਾਲ ਲੈ ਕੇ ਚੱਲਣ ਨੂੰ ਤਿਆਰ ਨਹੀਂ ਕਿ ਚੌਧਰ ਜਿਹੜੀ ਆ ਉਹ ਸਾਡੀ ਰਵੇ, ਸਾਡੇ ਕੋਲ ਹੀ ਚੌਧਰ ਰਵੇ, ਤਾਂ ਫੇਰ ਹੀ ਗੱਲਬਾਤ ਬਣੂਗੀ। ਜਿੰਨੇ ਆਉਣਾ ਸਾਡੀ ਜੁੱਤੀ ਥੱਲੋਂ ਦੀ ਲੰਘ ਕੇ ਆਵੇ, ਇਹੀ ਸੋਚ ਲੈ ਕੇ ਜਿਹੜੇ ਆ ਉਹ ਚੱਲ ਰਹੇ ਨੇ। ਜੇਕਰ ਹੁਣ ਆਪਾਂ ਇਹ ਦੇਖੀਏ ਵੀ ਇਹ ਐਸੀ ਜਿਹੜੀ ਹੈ ਧੌਣ ਦੇ ਵਿੱਚ ਇਹਨਾਂ ਦਾ ਕੀਲਾ ਗੱਡਿਆ ਰਹੂਗਾ ਤਾਂ ਕੌਣ ਨਾਲ ਤੁਰੂਗਾ। ਅੱਜ ਸਾਰੇ ਇਹ ਗੱਲ ਕਹਿ ਚੁੱਕੇ ਨੇ, ਵੱਖ-ਵੱਖ ਜਿਹੜੇ ਲੋਕ ਨੇ ਉਹ ਇਹ ਗੱਲ ਕਹਿੰਦੇ ਆ ਵੀ ਸਟੇਜਾਂ ਦੇ ਅੱਗੋਂ ਜਿਹੜਾ ਇਕੱਠ ਹੈ ਉਹ ਘਟਣ ਲੱਗ ਪਿਆ। ਹੁਣ ਲੋਕ ਬਹੁਤ ਘਟ ਗਏ ਨੇ ਉੱਥੋਂ, ਪਰ ਇਹਨਾਂ ਦੀ ਜਿਹੜੀ ਹੈ ਉਹ ਉੱਥੇ ਹੀ ਜਿਹੜਾ ਟਸ ਤੋਂ ਮਸ ਨਹੀਂ ਹੋਣਾ। ਅਸੀਂ ਟਸ ਤੋਂ ਮਸ ਨਹੀਂ ਹੋਣਾ, ਕੁਝ ਵੀ ਹੋ ਜਾਏ ਭਾਵੇਂ। ਅੱਜ ਪੰਜਾਬ ਦੇ ਮੀਡੀਆ ਨੇ ਸੈਕਿੰਡ ਟਾਈਮ ਬਾਈਕਾਟ ਕੀਤਾ ਸੰਯੁਕਤ ਮੋਰਚੇ ਦੀ ਜਿਹੜੀ ਹੈ ਸਟੇਜ ਦਾ। ਆਪਾਂ ਕਦੇ ਸੁਣਿਆ ਪਿਛਲੇ ਸਮੇਂ ਦੇ ਵਿੱਚ ਵੀ, ਚਾਹੇ ਬੀਜੇਪੀ ਹੈ ਚਾਹੇ ਕੋਈ ਵੀ ਹੈਗਾ, ਕਿ ਕਿਸੇ ਨੇ ਬੀਜੇਪੀ ਦਾ ਵਿਰੋਧ ਕਰ ਦਿੱਤਾ ਹੋਵੇ। ਮਤਲਬ ਪੰਜਾਬ ਦੇ ਮੀਡੀਆ ਨੇ ਜਾਂ ਕਿਸੇ ਵੀ ਮੀਡੀਆ ਨੇ ਇੱਕ ਧਿਰ ਦਾ, ਜਾਂ ਕਹਿ ਲਈਏ ਵੀ ਸੰਘਰਸ਼ ਕਰ ਰਹੀ ਧਿਰ ਦਾ ਵਿਰੋਧ ਕਰ ਦਿੱਤਾ ਹੋਵੇ, ਬਾਈਕਾਟ ਕਰਤਾ ਹੋਵੇ। ਤੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ, ਅੱਜ ਦੂਜੀ ਵਾਰ ਹੈ, ਇਹ 2 ਮਹੀਨਿਆਂ ਦੇ ਵਿੱਚ ਦੂਜੀ ਵਾਰ ਪੰਜਾਬੀ ਮੀਡੀਆ ਨੇ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਦਾ ਬਾਈਕਾਟ ਕਰ ਦਿੱਤਾ ਹੈ। ਆਖਰ ਪ੍ਰੋਬਲਮ ਕਿੱਥੇ ਹੈ? ਆਖਰ ਕੀ ਲੋੜ ਪੈ ਗਈ? ਇਹ ਜਿਹੜੇ ਪੰਜਾਬੀ ਨੌਜਵਾਨ ਨੇ ਜਿੰਨੇ ਵੀ ਹੈਗੇ, ਜਗਦੀਪ ਸਿੰਘ ਥਲੀ ਹੋ ਗਿਆ, ਮੱਕੜ ਹੋ ਗਿਆ, ਜਾਂ ਹੋਰ ਨੌਜਵਾਨ ਜਸਵੀਰ ਸਿੰਘ ਹੋ ਗਿਆ, ਜਾਂ ਹੋਰ ਵੀ ਹੈਗੇ ਆ, ਸੋ ਇਹਨਾਂ ਨੂੰ ਕੀ ਲੋੜ ਪੈ ਗਈ ਕਿ ਅੱਜ ਅਸੀਂ ਇਹਨਾਂ ਦਾ ਦੁਬਾਰਾ ਬਾਈਕਾਟ ਕਰਦੇ ਹਾਂ? ਹੁਣ ਉਹ ਜਿਹੜੀ ਸਹਿਮਤੀ, ਜਿਹੜੀ ਬਾਈਕਾਟ ਹੋਇਆ ਮੀਡੀਆ ਦਾ, ਉਹਨੂੰ ਲੈ ਕੇ ਵੀ ਅੱਜ ਮੀਟਿੰਗ ਸੀਗੀ। ਮਤਲਬ ਕਿ ਸਾਡੇ ਕੋਲੋਂ ਆਪਣੇ ਜਿਹੜੇ ਰੁਝੇਵੇਂ ਕਹਿ ਲਈਏ ਜਾਂ ਉਲਝਣਾਂ ਜਿਹੜੀਆਂ ਉਹ ਮੁੱਕਦੀਆਂ ਪਈਆਂ ਨਹੀਂ, ਤੇ ਅਸੀਂ ਗੱਲ ਕਰਨੀ ਹੈ ਜੀ ਮੋਦੀ ਨਾਲ ਬਿੱਲਾਂ ਦੀ। ਅਸੀਂ ਮੋਦੀ ਨਾਲ ਗੱਲ ਕਰਨੀ, ਬਿੱਲ ਵਾਪਸ ਕਰਾ ਕੇ ਜਾਵਾਂਗੇ। ਤੁਹਾਡਾ ਕਦੀ ਮੀਡੀਆ ਨਾਲ ਰੌਲਾ ਰਹਿੰਦਾ? ਤੁਹਾਡਾ ਕਦੀ ਨੌਜਵਾਨਾਂ ਦੇ ਨਾਲ ਰੌਲਾ ਰਹਿੰਦਾ? ਤੁਹਾਡੇ ਆਪਣੇ ਰੌਲੇ ਤਾਂ ਤੁਹਾਡੇ ਮੁੱਕਦੇ ਨਹੀਂ। ਤੁਸੀਂ ਗੱਲ ਕਰਦੇ ਹੋ ਕਿ ਅਸੀਂ ਜਿਹੜੇ ਮੋਦੀ ਤੱਕ ਪਹੁੰਚ ਕਰਨੀ ਹੈ। ਧੌਣ ਦੇ ਵਿੱਚ ਤੁਹਾਡੇ ਕੀਲਾ ਇਦਾਂ ਦਾ ਅੜਿਆ ਹੋਇਆ। ਆ ਪਹਿਲੀ ਵਾਰੀ ਤੁਸੀਂ ਨੋਟ ਕੀਤਾ ਹੋਣਾ ਹੈ ਕਿ ਪਿਛਲੇ 2 ਮਹੀਨਿਆਂ ਜਦੋਂ ਤੋਂ ਦਿੱਲੀ ਬੈਠੇ ਆ ਮੀਡੀਆ ਕਰਮੀ ਜਿਹੜੇ ਪੰਜਾਬ ਦੇ ਨੇ, ਮੈਂ ਅੱਜ ਬਾਰ-ਬਾਰ ਇਹ ਕਿਉਂ ਕਹਿ ਰਿਹਾ, ਕਿਉਂਕਿ ਇਹਨਾਂ ਪੰਜਾਬੀ ਨੌਜਵਾਨਾਂ ਦੀ ਬੜੀ ਦੇਣ ਹੈਗੀ ਆ। ਜਿਹੜਾ ਸੰਯੁਕਤ ਮੋਰਚੇ ਦਾ ਜਿਹੜਾ ਇਹ ਸਟੇਜ ਹੈ, ਜਾਂ ਫਿਰ ਜਿੰਨਾ ਵੀ ਮੋਰਚਾ ਆਪਾਂ ਲੈ ਕੇ ਗਏ ਆਗੇ, ਲਗਭਗ ਸਾਰੇ ਦੀ ਹੋਲ ਦੀ ਗੱਲ ਕਰ ਲਈਏ ਆਪਾਂ, ਬੜਾ ਯੋਗਦਾਨ ਰਿਹਾ ਇਸ ਪੰਜਾਬੀ ਮੀਡੀਆ ਦਾ। ਪਰ ਅੱਜ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਜਿਹੜੇ ਸਾਡੇ ਲੀਡਰ ਨੇ, ਉਹ ਜਦੋਂ ਕੋਈ ਨੌਜਵਾਨ ਜਿਹੜਾ ਪੱਤਰਕਾਰ ਹੈ ਸਵਾਲ ਕਰਦਾ ਹੈ ਤਾਂ ਉਹਨੂੰ ਕਹਿੰਦੇ ਨੇ ਵੀ ਤੂੰ ਖਰਾਬ ਕਰਨਾ ਚਾਹੁੰਦਾ ਮੋਰਚਾ, ਤੂੰ ਖਰਾਬ ਕਰਨਾ ਚਾਹੁੰਦਾ ਮੋਰਚਾ, ਤੇਰਾ ਚੈਨਲ ਖਰਾਬ ਕਰਨਾ ਚਾਹੁੰਦਾ। ਜਦ ਇਹਨਾਂ ਦੀ ਸਟੇਜ ਦਿਖਾਈ ਜਾਂਦੀ ਸੀ ਲਾਈਵ, ਤਾਂ ਉਦੋਂ ਹੀ ਬੜੇ ਖੁਸ਼ ਸੀਗੇ ਕਿ ਭਈ ਆ ਪੰਜਾਬ ਦਾ ਅਸਲ ਮੀਡੀਆ ਹੈ, ਗੋਦੀ ਮੀਡੀਆ ਤਾਂ ਵਿਕ ਗਿਆ, ਅਸਲੀ ਮੀਡੀਆ ਤਾਂ ਸਾਡੇ ਪੰਜਾਬ ਦਾ ਹੈ। ਇਹ ਗੱਲਾਂ ਰੋਲਾ ਪਾ ਕੇ ਇਹਨਾਂ ਨੇ ਕਹੀਆਂ ਸੀ, ਕਈਆਂ ਨੂੰ ਸਨਮਾਨਿਤ ਵੀ ਕਰਤਾ ਸੀ ਪੰਜਾਬ ਵਾਲਿਆਂ ਨੂੰ, ਪੰਜਾਬ ਦੇ ਮੀਡੀਆ ਨੂੰ। ਅੱਜ ਇਹ ਕਹਿੰਦੇ ਵੀ ਤੁਹਾਡਾ ਚੈਨਲ ਖਰਾਬ ਕਰਦਾ ਪਿਆ, ਤੁਸੀਂ ਖਰਾਬ ਕਰਦੇ ਪਏ ਹੋ। ਕਿੱਡੀ ਬੇਹੂਦਗੀ ਦੇ ਨਾਲ ਇਹ ਜਿਹੜੇ 40 ਸਾਲ ਦੇ ਐਕਸਪੀਰੀਅੰਸ ਵਾਲੇ ਲੀਡਰ ਨੇ, ਇਹ ਕਿੱਡੀ ਨੌਜਵਾਨ ਜਿਹੜੇ ਪੱਤਰਕਾਰ ਹੈਗੇ, ਉਹਨਾਂ ਨੂੰ ਕਿੱਡੀ ਬਕਵਾਸਬਾਜੀ, ਕਿੱਡੀ ਬੇਹੂਦਾ ਭਾਸ਼ਾ ਦੇ ਵਿੱਚ ਉਹਨਾਂ ਦੇ ਨਾਲ ਡੀਲਿੰਗ ਕਰ ਰਹੇ ਨੇ। ਕਿਉਂ? ਕਿਉਂਕਿ ਉਹ ਸਵਾਲ ਪੁੱਛਦੇ ਆ, ਕਹਿੰਦੇ ਲੱਖੇ ਬਾਰੇ ਤਾਂ ਤੁਹਾਡਾ ਹੀ ਸਵਾਲ ਹੈ, ਹੋਰ ਤਾਂ ਕੋਈ ਪੁੱਛਦਾ ਨਹੀਂ। ਅੱਜ ਸੋਸ਼ਲ ਮੀਡੀਆ ਤੁਹਾਨੂੰ ਚੀਖ ਕੇ ਇਹ ਗੱਲ ਕਹਿ ਰਿਹਾ ਵੀ ਲੱਖੇ ਬਾਰੇ ਕੀ ਸੋਚਿਆ ਤੁਸੀਂ? ਤੁਸੀਂ ਕਹਿੰਦੇ ਉਹ ਚੈਨਲ ਦਾ ਸਵਾਲ ਹੈ, ਤੁਸੀਂ ਕਹਿੰਦੇ ਉਹ ਮੱਕੜ ਦਾ ਸਵਾਲ ਹੈ, ਥਲੀ ਦਾ ਸਵਾਲ ਹੈ। ਅੱਜ ਤੁਹਾਡੀ ਸੋਚ ਕਿੱਥੇ ਖੜੀ ਹੈ? ਤੁਸੀਂ ਸਾਰਿਆਂ ਨੂੰ ਕਹਿ ਰਹੇ ਹੋ, ਸਾਰਿਆਂ ਨੂੰ ਨਕਾਰੀ ਜਾ ਰਹੇ ਹੋ। ਜੇਕਰ ਮੋਦੀ ਘੱਟ ਨਹੀਂ ਤਾਂ ਘੱਟ ਤੁਸੀਂ ਵੀ ਨਹੀਂ। ਇਹ ਤੁਹਾਡੇ ਕੋਈ ਲੱਛਣ ਨਹੀਂ ਹੈਗੇ। ਅੱਜ ਥੋੜਾ ਜਿਹਾ ਗਰਮ ਕਿਉਂ ਆ? ਕਿਉਂਕਿ ਇਹ ਬਹੁਤ ਹੱਦ ਹੋ ਚੁੱਕੀ ਹੈ। ਫਿਰ ਤੁਸੀਂ ਆਪਣੇ ਐਸੇ ਲੋਕ ਛੱਡ ਦਿੱਤੇ ਆ ਜਿਹੜੇ ਹੁਣ ਭੰਬਲ ਭੂਸਾ ਪੈਦਾ ਕਰ ਰਹੇ ਆ ਸੋਸ਼ਲ ਮੀਡੀਆ ਦੇ ਉੱਤੇ। ਕੋਈ ਐਕਟਰ ਹੈ, ਕੋਈ ਗਾਇਕ ਹੈਗਾ, ਕੋਈ ਕੁਛ ਹੈ, ਕੋਈ ਤੁਹਾਡਾ ਸਮਾਜ ਸੇਵੀ ਹੈਗਾ,
ਇਹ ਸਾਰੇ ਭੰਬਲ ਭੂਸਾ ਪੈਦਾ ਕਰ ਰਹੇ ਆ। ਕੋਈ ਕਿਤੇ ਕਿਸ ਪਾਸੇ ਨੂੰ ਖਿੱਚ ਰਿਹਾ, ਕੋਈ ਕਿਸ ਪਾਸੇ ਨੂੰ ਖਿੱਚ ਰਿਹਾ। ਸੋਨੀਆ ਮਾਨ ਦੀ ਗੱਲ ਕਰ ਲਈਏ ਆਪਾਂ ਹੁਣ ਪਹਿਲਾਂ, ਪਰ ਮੈਂ ਬੇਨਤੀ ਕਰ ਦਿੰਦਾ ਜਿੰਨੇ ਨੌਜਵਾਨ ਇਸ ਲਾਈਵ ਨੂੰ ਦੇਖਣਗੇ ਤੇ ਇੱਕੋ ਇੱਕ ਬੇਨਤੀ ਹੈਗੀ ਆ ਸੋਨੀਆ ਮਾਨ ਬਾਰੇ ਕਿ ਆਪਣਾ ਪੰਜਾਬ ਦਾ ਜਾਂ ਫਿਰ ਕਹੀਏ ਸਿੱਖੀ ਸਪਿਰਿਟ, ਸਿੱਖੀ ਸੋਚ ਦਾ ਹਮੇਸ਼ਾ ਤੁਹਾਡਾ ਇਹ ਮਕਸਦ ਹੋਣਾ ਚਾਹੀਦਾ ਕਿ ਕਦੇ ਵੀ ਕਿਸੇ ਨੂੰ ਮਾੜੀ ਲੈਂਗੁਏਜ ਨਹੀਂ ਵਰਤਣੀ। ਚਾਹੇ ਤੁਹਾਨੂੰ ਕੋਈ ਕਿਸਾਨੀ ਆਗੂ ਜਾਂ ਫਿਰ ਕੋਈ ਤੁਹਾਨੂੰ ਮਾੜਾ ਕਹਿ ਰਿਹਾ, ਪਰ ਤੁਸੀਂ ਆਪਣੇ ਕਹਿ ਲਈਏ ਵੀ ਆਪਣਾ ਦੱਸਣਾ ਹੈ ਆਪਣਾ ਆਪ ਹੀ ਅਸੀਂ ਕਿਹਨਾਂ ਦੇ ਵਾਰਸ ਹੈਗੇ ਆ। ਸੋ ਕੋਈ ਲੋੜ ਨਹੀਂ ਹੈਗੀ ਕਿਸੇ ਨੂੰ ਮਾੜੀ ਭਾਸ਼ਾ ਬੋਲਣ ਦੀ, ਖਾਸ ਤੌਰ ਦੇ ਉੱਤੇ ਔਰਤਾਂ। ਸੋਨੀਆ ਮਾਨ ਦੀ ਗੱਲ ਕਰੀਏ, ਤਰਕ ਦੇ ਨਾਲ ਉਹਨੂੰ ਕਮੈਂਟ ਕਰੋ ਜੇ ਕਰਨਾ। ਜੇ ਤੁਹਾਡੇ ਕੋਲ ਤਰਕ ਹੈਗਾ, ਕੋਈ ਗੱਲ ਹੈ, ਸਵਾਲ ਹੈ, ਤਾਂ ਉਹ ਤੁਸੀਂ ਪੁੱਛੋ, ਸੋਨੀਆ ਮਾਨ ਨੂੰ ਵੀ ਪੁੱਛੋ, ਪਰ ਕਦੀ ਵੀ ਗਲਤ ਭਾਸ਼ਾ, ਗਲਤ ਸ਼ਬਦਾਵਲੀ ਨਾ ਵਰਤੋ। ਕਿਉਂਕਿ ਇੱਕ ਪਾਸੇ ਹੁਣ ਪੰਜਾਬ ਦੀ ਸੋਚ ਖੜੀ ਹੋਈ ਹੈ, ਸਿੱਖ ਸੋਚ ਖੜੀ ਹੋਈ ਹੈ, ਦੂਜੇ ਪਾਸੇ ਕਾਮਰੇਡੀ ਸੋਚ ਆ। ਸੋ ਆਪਾਂ ਕਿਸ ਭਾਸ਼ਾ ਨੂੰ ਲੈ ਕੇ ਚੱਲਣਾ ਹੈ, ਕਿਉਂਕਿ ਗਾਲਾਂ ਤਾਂ ਕਾਮਰੇਡ ਵੀ ਬਹੁਤ ਕੱਢਦੇ ਆਏ ਆ। ਆਪਾਂ ਪਿਛਲਾ ਇਹਨਾਂ ਦਾ ਰਿਕਾਰਡ ਦੇਖੀਏ ਤਾਂ ਅੱਜ ਵੀ ਕੱਢ ਰਹੇ ਆ ਮਾਲੀ ਸ਼ਾਲੀ ਦੂਜੇ ਤੀਜੇ, ਇਹਨਾਂ ਦੀ ਸ਼ਬਦਾਵਲੀ ਵੇਖੋ ਜਾ ਕੇ। ਫਿਰ ਆਪਾਂ ਹੁਣ ਕਾਮਰੇਡਾਂ ਦੇ ਬਰਾਬਰ ਨਹੀਂ ਖੜਨਾ ਹੈਗਾ, ਆਪਣੀ ਸੋਚ ਆਪਾਂ ਉੱਚੀ ਰੱਖੀਏ। ਸੋਨੀਆ ਮਾਨ ਮਾਫ ਕਰਨਾ ਇਹਦੇ ਬਾਰੇ ਜੇ ਹੁਣ ਮੈਂ ਗੱਲ ਕਰੂੰ, ਪਰ ਬੇਨਤੀ ਸਿਰਫ ਮੇਰੀ ਇਹ ਹੈਗੀ ਆ, ਬਾਰ-ਬਾਰ ਸ਼ਾਇਦ ਕਈ ਵਾਰ ਚੇਤਾ ਭੁੱਲ ਜਾਂਦਾ ਭਈ ਕਮੈਂਟਸ ਦੇ ਵਿੱਚ ਸੋਨੀਆ ਮਾਨ ਨੂੰ ਕੁਝ ਵੀ ਗਲਤ ਨਾ ਕਿਹਾ ਜਾਵੇ, ਕਿਉਂਕਿ ਚਾਹੇ ਜੋ ਮਰਜ਼ੀ ਹੈ, ਸਿੱਖ ਜਿਹੜੇ ਨੇ ਉਹ ਤਾਂ ਦੁਸ਼ਮਣ ਦੀਆਂ ਧੀਆਂ ਭੈਣਾਂ ਨੂੰ ਵੀ ਬਚਾ ਕੇ ਲਿਆਉਂਦੇ ਰਹੇ ਨੇ, ਬਗਾਨੇ ਧਰਮਾਂ ਦੀਆਂ ਧੀਆਂ ਭੈਣਾਂ ਨੂੰ ਬਚਾ ਕੇ ਲਿਆਉਂਦੇ ਰਹੇ ਆ। ਪਰ ਆਪਾਂ ਬੇਹੂਦਾ ਸ਼ਬਦਾਵਲੀ ਕੋਈ ਨਾ ਵਰਤੀਏ, ਤਰਕ ਦੇ ਨਾਲ ਗੱਲ ਕਰੀਏ। ਸੋਨੀਆ ਮਾਨ ਜੇਕਰ ਕੋਈ ਗੱਲ ਕਰਦੀ ਹੈ ਤਾਂ ਉਹਦੇ ਕੋਲੋਂ ਵੀ ਜਵਾਬ ਮੰਗੀਏ ਵੀ ਭਾਈ ਦੇ ਜਵਾਬ ਜੇ ਹੈ ਤੇਰੇ ਕੋਲ ਤਾਂ। ਸੋਨੀਆ ਮਾਨ ਜਿਹੜੀ ਅੱਜ ਕੱਲ ਦੁਬਾਰਾ ਤੋਂ ਚਰਚਾ ਦੇ ਵਿੱਚ ਆ ਗਈ, ਪਹਿਲਾਂ ਥੋੜੀ ਜਿਹੀ ਠੰਡੀ ਹੋ ਗਈ ਸੀ। ਐਕਚੁਅਲੀ ਐਕਟਿੰਗ ਲਾਈਨ ਦੇ ਵਿੱਚ ਸੋਨੀਆ ਮਾਨ ਦਾ ਜਿਹੜਾ ਹੈ ਕਿਰਦਾਰ ਕਹਿ ਲਈਏ ਜਾਂ ਇੱਕ ਫੀਲਡ ਕਹਿ ਲਈਏ, ਉਹ ਖਤਮ ਹੈ, ਮਤਲਬ ਕਿ ਲਗਭਗ ਖਤਮ ਹੈ। ਐਕਟਿੰਗ ਆਉਂਦੀ ਨਹੀਂ ਹੈਗੀ। ਮਾਫ ਕਰਨਾ ਇਹ ਗੱਲਾਂ ਕਹਿਣੀਆਂ ਪਈਆਂ, ਪਰਸਨਲੀ ਮੈਂ ਕਿਸੇ ਤੇ ਅਟੈਕ ਕਰਦਾ ਨਹੀਂ, ਪਰ ਸੋਨੀਆ ਮਾਨ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਕਿ ਸੋਸ਼ਲ ਮੀਡੀਆ ਤੇ ਜੋ ਬੋਲਦੇ ਨੇ ਤੇ ਉਸ ਤੋਂ ਬਾਅਦ ਹੀ ਫਿਰ ਇਹ ਗੱਲਾਂ ਜਿਹੜੀਆਂ ਨੇ ਉਹ ਨਿਕਲਦੀਆਂ। ਮੈਂ ਸ਼ੁਰੂ ਦੇ ਵਿੱਚ ਇੱਕ ਵਾਰੀ ਗੱਲ ਕੀਤੀ ਸੀ, ਜਦੋਂ ਉਹਨਾਂ ਦੀ ਤਸਵੀਰ ਇੱਕ ਜਨਾਨੇ ਦੇ ਪੈਰਾਂ ਦੇ ਵਿੱਚ ਬੈਠਿਆ ਹੋਇਆ ਬਾਹਰ ਆਈ ਸੀ, ਜਿਹਦੇ ਪੈਰ ਧੋ ਕੇ ਪੀ ਰਹੇ ਨੇ ਜਾਂ ਉਹ ਪੈਰ ਨਿਚੋੜ ਕੇ ਪੀ ਰਹੇ ਨੇ, ਉਹ ਬੰਦੇ ਦੀ ਸਮਝ ਨਹੀਂ ਲੱਗਦੀ ਉਹ ਬੰਦਾ ਹੈ, ਜਨਾਨੀ ਹੈ, ਸ਼ੀਮੇਲ ਹੈ, ਫੀਮੇਲ ਹੈ। ਉਹਨੇ ਨੇਲ ਪਾਲਿਸ਼ ਵੀ ਲਾਈ ਹੋਈ ਹੈ, ਦਾੜੀ ਵੀ ਰੱਖੀ ਹੋਈ ਹੈ, ਰੰਗਿਆ ਵੀ ਹੋਇਆ, ਬਹੁਤ ਕੁਝ ਕੀਤਾ ਹੋਇਆ, ਐਡਾ ਢਿੱਡ ਕੱਢਿਆ ਹੋਇਆ। ਸੋ ਉਹਦੇ ਪੈਰਾਂ 'ਚ ਤੁਸੀਂ ਬੈਠ ਕੇ ਗੱਲਾਂ ਕਰੋਗੇ ਪੰਜਾਬ ਦੀਆਂ, ਪੰਜਾਬ ਦੇ ਹੱਕ ਦਿਵਾਉਣ ਦੀਆਂ ਗੱਲਾਂ ਕਰੋਗੇ ਤੁਸੀਂ ਅਸਲ ਜਾਣਦੇ ਹੀ ਨਹੀਂ ਹੋ ਕਿ ਪੰਜਾਬ ਦੇ ਕਿਹੜੇ ਵਾਰਸ ਨੇ, ਇਸ ਲਈ ਤੁਸੀਂ ਗੱਲਾਂ ਕਰਦੇ ਹੋ ਨਾ ਜਨਾਨੀਆਂ ਦੇ ਪੈਰਾਂ ਦੇ ਵਿੱਚ ਬਹਿ ਕੇ ਕਿ ਤੁਸੀਂ ਹੱਕ ਦਿਵਾਉਣੇ ਨੇ। ਤੁਸੀਂ ਆਪਣਾ ਪਿਛੋਕੜ ਤਾਂ ਵੇਖੋ, ਤੁਹਾਨੂੰ ਇਹ ਨਹੀਂ ਪਤਾ, ਤੁਸੀਂ ਉਦਾਂ ਗੱਲਾਂ ਕਰਦੇ ਹੋ। ਸੋਨੀਆ ਮਾਨ ਜੀ, ਤੁਸੀਂ ਗੱਲਾਂ ਕਰਦੇ ਹੋ ਸੋਸ਼ਲ ਮੀਡੀਆ ਤੇ ਕਿ ਮੈਂ ਵੀ ਸਿੱਖਾਂ ਦੀ ਧੀ ਆ। ਜੇਕਰ ਸਿੱਖਾਂ ਦੀ ਧੀ ਹੋ ਕੇ ਜਨਾਨੀਆਂ ਦੇ ਪੈਰਾਂ ਦੇ ਵਿੱਚ ਬਹਿਣਾ ਤਾਂ ਫਿਰ ਤੁਸੀਂ ਅਸਲ ਸਿੱਖਾਂ ਦੇ ਕੀ ਪੰਜਾਬ ਦੇ ਵੀ ਵਾਰਸ ਨਹੀਂ ਹੈਗੇ। ਫਿਰ ਤੁਸੀਂ ਕਿਤੇ ਬਾਹਰੋਂ ਮਤਲਬ ਕਿ ਕਿਤੇ ਪੰਜਾਬ 'ਚ ਆਏ ਲੱਗਦੇ ਹੋ ਮੈਨੂੰ। ਅੱਜ ਤੁਹਾਨੂੰ ਇਹ ਗੱਲਾਂ ਜਿਹੜੀਆਂ, ਇੱਕ ਪਾਸਿਓਂ ਤੁਹਾਡਾ ਫੀਲਡ, ਤੁਹਾਡਾ ਕੈਰੀਅਰ ਮੁੱਕ ਗਿਆ, ਤੁਹਾਡੇ ਕੋਲ ਐਕਟਿੰਗ ਨਹੀਂ ਹੋਈ ਫਿਲਮਾਂ ਦੇ ਵਿੱਚ। ਦੇਖਿਆ ਅਸੀਂ 3-4 ਫਿਲਮਾਂ ਦੇਖੀਆਂ, ਉਹ ਤਿੰਨੇ ਹੀ ਫਲॉप ਨੇ। ਜਿੰਨੇ ਸਾਡੇ ਨਾਲ ਜੁੜੇ ਹੋਏ ਆ ਤੁਸੀਂ ਵੀ ਜਾ ਕੇ ਦੇਖ ਲਿਓ। ਸੋ ਦੂਸਰਾ ਹੁਣ ਜਿਹੜਾ ਸਿੱਕਾ ਅਜਮਾਉਣਾ ਸੀ ਉਹ ਰਾਜਨੀਤੀ ਦੇ ਵਿੱਚ, ਤੇ ਜਿੱਦਾਂ ਦੇ ਰਾਹ ਤੇ ਤੁਸੀਂ ਪੈ ਗਏ ਹੋ, ਤੁਹਾਡਾ ਰਾਜਨੀਤੀ 'ਚ ਵੀ ਕੁਝ ਨਹੀਂ ਬਣਨਾ। ਕਿਉਂਕਿ ਉਹਨਾਂ ਲੋਕਾਂ ਦਾ ਰਾਜਨੀਤੀ 'ਚ ਕੁਝ ਨਹੀਂ ਬਣਿਆ ਪੰਜਾਬ ਦਿਆਂ 'ਚ ਜਿਨ੍ਹਾਂ ਨੇ ਪੰਜਾਬ ਦੇ ਹਿੱਤ ਦੀ ਗੱਲ ਨਹੀਂ ਕੀਤੀ। ਅੱਜ ਬਾਦਲ ਦਲ ਕਿੱਥੇ ਖੜਿਆ ਆ ਕੇ? ਅੱਜ ਆਮ ਆਦਮੀ ਪਾਰਟੀ ਦੇ ਕੁਝ ਜਿਹੜੇ ਲੋਕ ਨੇ, ਜਿਹੜੇ ਰਿੰਪੀ ਬਲਜਿੰਦਰ ਕੌਰ ਵਰਗੇ, ਜਿਹੜੀ ਕਹਿੰਦੀ ਮੈਨੂੰ ਅਫਸੋਸ ਹੈ ਕਿ ਮੈਂ ਜਿਨ੍ਹਾਂ ਦੇ ਘਰ ਦੇ ਵਿੱਚ ਜੰਮੀ ਆ, ਅੱਜ ਉਹ ਕਿੱਥੇ ਕਿਹੜੀ ਲਾਈਨ ਦੇ ਵਿੱਚ ਆ ਕੇ ਖੜ ਗਈ ਹੈ। ਸੋਨੀਆ ਮਾਨ ਜੀ, ਜੇਕਰ ਪੋਲੀਟੀਕਲ ਲਾਈਨ ਦੇ ਵਿੱਚ ਕੈਰੀਅਰ ਬਣਾਉਣਾ ਹੈ ਤਾਂ ਤੁਹਾਨੂੰ ਸਿੱਖਾਂ ਦੇ ਤੇ ਪੰਜਾਬ ਦੇ ਹਿੱਤ ਦੇ ਵਿੱਚ ਖੜਨਾ ਪੈਣਾ ਹੈ। ਇਹੀ ਮੇਰੀ ਐਡਵਾਈਸ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਨੂੰ ਹੈ, ਚਾਹੇ ਕੋਈ ਨਵੀਂ ਪਾਰਟੀ ਆਮ ਆਦਮੀ ਪਾਰਟੀ ਵਰਗੀ ਹੈ ਜਾਂ ਕੋਈ ਹੋਰ ਹੈਗੀ ਆ। ਸੋ ਇਹ ਇੱਥੋਂ ਤੱਕ ਆਪਾਂ ਜਦੋਂ ਹੁਣ ਇੱਕ ਕੇਂਦਰ ਦੇ ਲੈਵਲ ਦੀ ਗੱਲ ਕਰ ਲੈਨੇ ਆ, ਉਹਨਾਂ ਦੇ ਵਿੱਚ ਵੀ ਐਸੀ ਭੰਬਲ ਭੂਸੇ ਪਾਉਣ ਵਾਲੇ ਬਹੁਤ ਲੋਕ ਨੇ ਜਿਹੜੇ ਘੱਟ ਗਿਣਤੀਆਂ ਦੇ ਖਿਲਾਫ ਬੋਲਦੇ ਨੇ। ਮੁੜ ਕੇ ਇੱਕ ਵੱਡੀ ਪਾਵਰ ਜਿਹੜੀ ਹੈ, ਵੱਡੀ ਪਾਰਟੀ ਹੈ, ਉਹਨਾਂ ਨੂੰ ਲੈ ਜਾਂਦੀ ਹੈ ਅੱਗੇ, ਉਹਨਾਂ ਨੂੰ ਉਹ ਬਣਾ ਕੇ ਕੋਈ MP ਦਾ ਅਹੁਦਾ ਦੇ ਦਿੰਦੀ ਜਾਂ ਕਿਤੇ ਵੀ ਹੋ ਜਾਂਦਾ। ਤੁਹਾਡੇ ਨਾਲ ਇਦਾਂ ਨਹੀਂ ਹੋਣਾ, ਕਿਉਂਕਿ ਪੰਜਾਬ 'ਚ ਇਦਾਂ ਨਹੀਂ ਹੈਗਾ। ਪੰਜਾਬ 'ਚ ਸਾਰੇ ਆਪਣੇ ਕੁਰਸੀਆਂ ਦੇ ਭੁੱਖੇ ਆ, ਤੁਹਾਨੂੰ ਕਿਸੇ ਨੇ ਨਹੀਂ ਦੇਣੀ। ਜਿੰਨਾ ਮਰਜ਼ੀ ਬੋਲ ਲਓ, ਕੰਗਣਾ ਨੂੰ ਮਿਲ ਜਾਣੀ ਆ ਕੁਰਸੀ, ਤੁਹਾਨੂੰ ਨਹੀਂ ਮਿਲਣੀ। ਕਿਉਂਕਿ ਕੇਂਦਰ ਦੇ ਕੋਲ ਜਾਂ BJP ਪਾਰਟੀ ਦੇ ਕੋਲ ਐਸੇ ਲੋਕਾਂ ਲਈ ਬਹੁਤ ਥਾਂ ਹੈਗੀ ਆ। ਪਰ ਪੰਜਾਬ ਦੇ ਵਿੱਚ ਜੇ ਅਕਾਲੀ ਦਲ ਬਾਦਲ ਵੀ ਆ ਜਾਂਦੀ ਹੈ ਜਾਂ ਦੂਜੇ ਵੀ ਆ ਜਾਂਦੇ ਤਾਂ ਉਹਨਾਂ ਦੇ ਪਿੱਛੇ ਲੌਂਗ ਲਾਣਾ ਬਹੁਤ ਹੈ, ਤੁਹਾਨੂੰ ਫਿਰ ਵੀ ਸੀਟ ਨਹੀਂ ਮਿਲਣੀ। ਅੱਜ ਸੋਨੀਆ ਮਾਨ ਜਿਹੜੀ ਹੈ ਉਹ ਬਾਰ-ਬਾਰ ਆ ਕੇ ਇਹ ਕਹਿ ਰਹੀ ਹੈ ਵੀ ਅੱਜ ਇੱਕ ਤੁਸੀਂ ਕਲੀਨ ਸ਼ੇਵ ਦੇ ਪਿੱਛੇ ਲੱਗੇ ਹੋਏ ਹੋ, ਉਹਦੀ ਆਪਣੀ ਸ਼ੇਵ ਕੀਤੀ ਹੋਈ, ਕਲੀਨ ਸ਼ੇਵ ਕੀਤੀ ਹੈ, ਉਹਦੀ ਕਟਿੰਗ ਹੈਗੀ ਆ।
ਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਤੁਸੀਂ ਕਦੋਂ ਅੰਮ੍ਰਿਤ ਛਕਿਆ ਸੀ? ਤੁਸੀਂ ਸਿਰ ਤੇ ਦਮਾਲਾ ਸਜਾਇਆ ਹੋਇਆ ਹੈ? ਤੁਹਾਡਾ ਆਪਣਾ ਕੀ ਰੂਪ ਤੁਹਾਡਾ ਹੈਗਾ? ਤੁਸੀਂ ਤਸਵੀਰਾਂ 'ਚ ਦੇਖ ਲਿਆ, ਆ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਤੁਹਾਡੀਆਂ ਤਸਵੀਰਾਂ। ਜੇ ਤੁਸੀਂ ਕਿਸੇ ਨੂੰ ਕਹਿ ਰਹੇ ਹੋ ਕਿ ਕੋਈ ਕਲੀਨ ਸ਼ੇਵ ਹੈਗਾ ਜਾਂ ਕੋਈ ਕਿਤੇ ਵੀ ਹੈ, ਤੁਹਾਡਾ ਆਪਣਾ ਰੂਪ ਕੀ ਹੈ? ਭਰਵੱਟੇ ਤੁਹਾਡੇ ਮੁੰਨੇ ਹੋਏ ਨੇ, ਮਾਫ ਕਰਨਾ। ਅੱਜ ਪਰਸਨਲੀ ਇਸ ਕਰਕੇ ਕਹਿ ਰਿਹਾ, ਪਰਸਨਲ ਆਪਾਂ ਉਦੋਂ ਹੁੰਨੇ ਆ ਜਦੋਂ ਤੁਸੀਂ ਕਿਸੇ ਤੇ ਪਰਸਨਲ ਅਟੈਕ ਕਰਦੇ ਹੋ। ਜਦੋਂ ਤੁਹਾਨੂੰ ਬਹੁਤ ਭੱਦੀ ਸ਼ਬਦਾਵਲੀ ਕਮੈਂਟਾਂ ਦੇ ਵਿੱਚ ਲੋਕ ਵਰਤਣ ਲੱਗ ਪਏ ਤਾਂ ਫਿਰ ਤੁਸੀਂ ਕੀ ਕਹਿਣਾ ਸ਼ੁਰੂ ਕਰ ਦਿੱਤਾ? ਇੱਥੇ ਹੁਣ ਨੋਟ ਕਰਿਓ ਗੱਲ ਮੇਰੀ। ਜਦੋਂ ਵੀ ਕਿਸੇ ਦੀ ਬੇੜੀ ਡੁੱਬਦੀ ਹੁੰਦੀ ਹੈ ਨਾ, ਨੋਟ ਕਰ ਲਿਓ ਕਿਰਪਾ ਕਰਕੇ ਇਹ ਗੱਲ। ਜਦੋਂ ਵੀ ਕਿਸੇ ਦਾ ਰਾਜਨੀਤਿਕ ਕੈਰੀਅਰ ਜਾਂ ਫਿਰ ਕਿਸੇ ਦਾ ਕੋਈ ਆਪਣਾ ਫੀਲਡ, ਮਤਲਬ ਕਿ ਉਹਦੀ ਪਪੂਲੈਰਿਟੀ ਘਟਦੀ ਹੁੰਦੀ ਹੈ ਜਾਂ ਉਹ ਕਿਸੇ ਬੇਇੱਜ਼ਤੀ ਦੇ ਕਿਨਾਰੇ ਤੇ ਆ ਕੇ ਖੜ ਜਾਂਦਾ, ਮਤਲਬ ਕਿ ਉਹਦੀ ਉੱਥੋਂ ਇਮੇਜ ਜਿਹੜੀ ਹੈ ਖਤਮ ਹੋਣ ਵੱਲ ਤੁਰ ਪੈਂਦੀ ਹੈ, ਫਿਰ ਉਹ ਸਿੱਖੀ ਦਾ ਸਹਾਰਾ ਲੈਂਦਾ। ਆ ਪਿਛਲੇ 3 ਮਹੀਨਿਆਂ ਦੇ ਸੋਨੀਆ ਮਾਨ ਦੇ ਆਪਾਂ ਕਹਿ ਲਈਏ ਪੀਰੀਅਡ ਦੇ ਵਿੱਚ, ਇਸ 3 ਮਹੀਨਿਆਂ ਦਾ ਸੋਨੀਆ ਮਾਨ ਦਾ ਪੀਰੀਅਡ ਦੇਖ ਲਈਏ, ਇੱਕ ਵਾਰ ਵੀ ਉਹਨੇ ਇਹ ਗੱਲ ਨਹੀਂ ਸੀ ਕਹੀ ਕਿ ਜਰਨਲ ਸੁਬੇਗ ਸਿੰਘ ਦੇ ਪਰਿਵਾਰ ਦੇ ਵਿੱਚੋਂ ਆ ਮੈਂ। ਅੱਜ ਜਦੋਂ ਭੱਦੀ ਸ਼ਬਦਾਵਲੀ ਵਰਤੀ ਗਈ, ਸਵਾਲ ਪੁੱਛੇ ਗਏ ਸੋਨੀਆ ਮਾਨ ਨੂੰ ਕਮੈਂਟਾਂ ਦੇ ਵਿੱਚ, ਤਾਂ ਅੱਜ ਉਹਨੂੰ ਜ਼ਿਕਰ ਕਰਨਾ ਪਿਆ ਕਿ ਮੈਂ ਜਰਨਲ ਸੁਬੇਗ ਸਿੰਘ ਦੇ ਖਾਨਦਾਨ ਦੇ ਵਿੱਚੋਂ ਆ। ਮਤਲਬ ਜਦੋਂ ਤੁਹਾਡੀ ਬੇੜੀ ਡੁੱਬਦੀ ਆ ਉਦੋਂ ਤੁਹਾਨੂੰ ਸਿੱਖੀ ਚੇਤੇ ਆ ਜਾ, ਇਦਾਂ ਹੀ ਕਾਮਰੇਡ ਕਰਦੇ ਆ। ਪਹਿਲਾਂ ਕਹਿੰਦੇ ਨਿਸ਼ਾਨ ਸਾਹਿਬ ਪਿੱਛੇ ਲੈ ਜਾਓ, ਜਦੋਂ ਫਿਰ ਥੂ ਹੁੰਦੀ ਆ ਫਿਰ ਕਹਿੰਦੇ ਅਸੀਂ ਵੀ ਪੰਜ ਕਕਾਰੀ ਆ ਜਾਂ ਨਿਤਨੇਮੀ ਆ, ਫਿਰ ਇਦਾਂ ਕਹਿੰਦੇ ਆ। ਇਹ ਇਸੇ ਤਰੀਕੇ ਦੇ ਨਾਲ ਜੇ ਤੁਸੀਂ ਜਰਨਲ ਸੁਬੇਗ ਸਿੰਘ ਹੋਰਾਂ ਦੀ ਗੱਲ ਵੀ ਕਰਦੇ ਹੋ ਕਿ ਮੈਂ ਉਹਨਾਂ ਦੇ ਖਾਨਦਾਨ ਦੇ ਵਿੱਚੋਂ ਆ, ਅੱਜ ਜੇਕਰ ਜਰਨਲ ਸੁਬੇਗ ਸਿੰਘ ਵੀ ਹੁੰਦੇ ਤਾਂ ਤੁਹਾਡਾ ਵਿਰੋਧ ਕਰਦੇ। ਜੇ ਚਲੋ ਮੰਨ ਵੀ ਲੈਨੇ ਆ ਵੀ ਤੁਸੀਂ ਉਹਨਾਂ ਦੇ ਖਾਨਦਾਨ ਚੋਂ, ਪਹਿਲੀ ਗੱਲ ਤਾਂ ਅਸੀਂ ਕਦੀ ਵੀ ਇਹ ਚੀਜ਼ ਨੂੰ ਮੰਨ ਕੇ ਨਹੀਂ ਚੱਲਦੇ। ਅਸੀਂ ਪੁਜਾਰੀ ਨਹੀਂ ਹੈਗੇ, ਅਸੀਂ ਉਹ ਪੁਜਾਰੀ ਨਹੀਂ ਕਿ ਪੀੜ੍ਹੀ ਦਰ ਪੀੜ੍ਹੀ ਤੁਹਾਨੂੰ ਪੂਜਣਾ ਸ਼ੁਰੂ ਕਰ ਦਈਏ ਕਿ ਜੇ ਜਰਨਲ ਸੁਬੇਗ ਸਿੰਘ ਜੀ ਤੁਹਾਡੇ ਮਾਸੜ ਸੀ ਤਾਂ ਅੱਜ ਤੁਹਾਡੀ ਵੀ ਪੂਜਾ ਅਸੀਂ ਕਰ ਦਈਏ। ਐਦਾਂ ਨਹੀਂ ਹੈਗਾ ਸਾਡੇ ਵਿੱਚ। ਉਹ ਸ਼ਖਸੀਅਤ ਉਹੋ ਹੀ ਸੀ, ਆ ਜਿਹੜੀ ਤੁਹਾਡੀ ਸ਼ਖਸੀਅਤ ਆ ਉਹ ਤੁਸੀਂ ਦਿਖਾ ਦਿੱਤੀ ਆ। ਜਰਨਲ ਸੁਬੇਗ ਸਿੰਘ ਹੋਰਾਂ ਦੀ ਜਿਹੜੀ ਸ਼ਖਸੀਅਤ ਸੀ, ਤੁਸੀਂ ਅੱਜ ਨਿਸ਼ਾਨ ਸਾਹਿਬ ਦਾ ਵਿਰੋਧ ਕਰ ਰਹੇ ਹੋ, ਉਹਨਾਂ ਨੇ ਨਿਸ਼ਾਨ ਸਾਹਿਬ ਵਾਸਤੇ ਕੁਰਬਾਨੀ ਦੇ ਦਿੱਤੀ ਹੈ। ਦੱਸੋ ਕਿੱਥੇ ਖੜੀ ਤੁਹਾਡੀ ਸੋਚ? ਜਰਨਲ ਸੁਬੇਗ ਸਿੰਘ ਦਾ ਨਾਮ ਨਾ ਲਓ, ਬਹੁਤ ਵਧੀਆ ਗੱਲ ਹੈ। ਤੇ ਅਸੀਂ ਇਹ ਬਾਰ-ਬਾਰ ਮੈਂ ਇਹਦੀ ਉਦਾਹਰਨ ਦੇ ਦਿੰਦਾ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ, ਅੱਜ ਉਹਨਾਂ ਨੂੰ ਦੁਨੀਆ ਜਾਣਦੀ ਹੈ, ਦੁਨੀਆ ਦੇ ਵਿੱਚ ਮਾਣ ਹੈ ਉਹਨਾਂ ਦਾ, ਪਰ ਉਹਨਾਂ ਦੇ ਜਿਹੜੇ ਸਪੁੱਤਰ ਨੇ ਉਹ ਉਹਨਾਂ ਦੀ ਬਰਾਬਰੀ ਤਾਂ ਨਹੀਂ ਨਾ ਕਰ ਸਕਦੇ। ਰਿਸਪੈਕਟ ਹੈ ਕਿ ਉਹਨਾਂ ਦੇ ਬੱਚੇ ਨੇ, ਉਹ ਅਸੀਂ ਬਹੁਤ ਰਿਸਪੈਕਟ ਕਰਦੇ ਹਾਂ। ਸੰਤਾਂ ਦੇ ਜਿਹੜੇ ਜਿਹੜੇ ਪੁੱਤਰ ਨੇ ਅੱਗੋਂ ਉਹਨਾਂ ਦੇ ਵੀ ਬੱਚੇ ਹੋ ਗਏ ਆ, ਅਸੀਂ ਰਿਸਪੈਕਟ ਕਰਦੇ ਹਾਂ ਉਹਨਾਂ ਦੀ, ਪਰ ਸੰਤ ਜਰਨੈਲ ਸਿੰਘ ਤਾਂ ਨਹੀਂ ਬਣ ਗਏ ਨਾ। ਉਹ ਅੱਜ ਆਪਣੀ ਆਮ ਜ਼ਿੰਦਗੀ ਜੀ ਰਹੇ ਆ, ਸਾਡੇ ਦਿਲਾਂ ਦੇ ਵਿੱਚ ਉਹਨਾਂ ਵਾਸਤੇ ਬਹੁਤ ਰਿਸਪੈਕਟ ਹੈਗੀ ਆ। ਇਸੇ ਤਰੀਕੇ ਦੇ ਨਾਲ ਜੇਕਰ ਜਰਨਲ ਸੁਬੇਗ ਸਿੰਘ ਸੀ ਤਾਂ ਤੁਸੀਂ ਉਹਨਾਂ ਦਾ ਨਾਮ ਨਾ ਵਰਤੋ ਤਾਂ ਚੰਗਾ ਹੋਊਗਾ। ਜਰਨਲ ਸੁਬੇਗ ਸਿੰਘ ਦਾ ਨਾਮ ਨਾ ਵਰਤੋ, ਤੁਸੀਂ ਆਪਣੇ ਫਾਦਰ ਵਾਲਾ ਵਰਤ ਲਓ, ਕਿਉਂਕਿ ਤੁਹਾਡੀ ਸੋਚ ਉਸ ਤਰੀਕੇ ਦੇ ਨਾਲ ਚੱਲ ਰਹੀ ਹੈ, ਤੁਸੀਂ ਉਸ ਸੋਚ ਨੂੰ ਲੈ ਕੇ ਚੱਲ ਰਹੇ ਹੋ। ਇਸ ਕਰਕੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਹ ਕੰਮ ਜਿਹੜੇ ਹੈਗੇ ਆ ਤੁਹਾਨੂੰ ਸੋਭਦੇ ਨਹੀਂ। ਜੇਕਰ ਤੁਸੀਂ ਸੰਘਰਸ਼ ਦੇ ਵਿੱਚ ਹੈਗੇ ਹੋ, ਤੁਸੀਂ ਇੱਕ ਸੋਚ ਨੂੰ ਪਿਆਰ ਨਹੀਂ ਕਰਦੇ, ਜੋ ਤੁਹਾਨੂੰ ਲੱਗਿਆ ਬੜਾ ਬੁਰਾ ਹੋ ਗਿਆ, ਜਰਨਲ ਸੁਬੇਗ ਸਿੰਘ ਇਸ ਤਰ੍ਹਾਂ ਸੀ, ਮੈਂ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਆ, ਏਦਾਂ ਉਦਾਂ, ਇਹ ਗੱਲਾਂ ਜਿਹੜੀਆਂ ਨੇ ਨਾ ਕਰੋ, ਕਿਉਂਕਿ ਤੁਹਾਡੇ ਵਿਚਾਰ ਹੀ ਨਹੀਂ ਮਿਲਦੇ। ਤੁਹਾਡੇ ਵਿਚਾਰ ਹੀ ਬਿਲਕੁਲ ਉਲਟ ਵਿਚਾਰਧਾਰਾ ਦੇ ਨੇ। ਅੱਛਾ ਠੀਕ ਹੈ, ਜੇ ਆਪਾਂ ਇਹ ਵੀ ਮੰਨ ਲਈਏ ਵੀ ਇੱਕ ਪਾਸੇ ਜਰਨਲ ਸੁਬੇਗ ਸਿੰਘ ਤੁਹਾਡੇ ਮਾਸੜ, ਦੂਸਰੇ ਪਾਸੇ ਤੁਹਾਡੇ ਫਾਦਰ ਸਾਹਿਬ ਦੀ ਮੌਤ ਕਿਸ ਤਰੀਕੇ ਦੇ ਨਾਲ ਹੋਈ ਸੀ ਤੇ ਜਰਨਲ ਸੁਬੇਗ ਸਿੰਘ ਦੀ ਮੌਤ ਕਿਸ ਤਰੀਕੇ ਦੇ ਨਾਲ ਹੋਈ ਸੀ? ਦੋਨੇ ਸੋਚਾਂ ਇੱਕੋ ਜਿਹੀਆਂ ਸੀ, ਇੱਕੋ ਤਰੀਕੇ ਦੇ ਨਾਲ ਮੌਤ ਹੋਈ ਹੈ ਤੁਹਾਡੇ ਫਾਦਰ ਸਾਹਿਬ ਦੀ ਤੇ ਜਰਨਲ ਸੁਬੇਗ ਸਿੰਘ ਦੀ? ਬਿਲਕੁਲ ਨਹੀਂ, ਇਹ ਦੋ ਅਲੱਗ ਵਿਚਾਰਧਾਰਾਵਾਂ ਸੀ। ਸੋ ਤੁਸੀਂ ਹੁਣ ਪਹਿਲਾਂ 3 ਮਹੀਨੇ ਆਪਣੇ ਫਾਦਰ ਦੀ ਗੱਲ ਕਰਦੇ ਰਹੇ, ਜਦੋਂ ਹੁਣ ਤੁਹਾਨੂੰ ਪਤਾ ਲੱਗਿਆ ਵੀ ਸਾਰੇ ਮੇਰੇ ਵਿਰੋਧ ਹੋ ਚੁੱਕੇ ਆ, ਫਿਰ ਤੁਹਾਨੂੰ ਇਹ ਆ ਗਿਆ ਯਾਦ ਪਈ ਮੈਂ ਹੁਣ ਜਰਨਲ ਸੁਬੇਗ ਸਿੰਘ ਦਾ ਨਾਮ ਵਰਤਣਾ ਹੈ। ਜੇਕਰ ਚਲੋ ਮੰਨ ਵੀ ਲਓ ਅੱਜ ਤੁਸੀਂ ਉਹਨਾਂ ਦਾ ਨਾਮ ਵਰਤ ਲਿਆ ਤੇ ਜਰਨਲ ਸੁਬੇਗ ਸਿੰਘ ਦੇ ਭਰਾ ਤੁਹਾਡੇ ਨਾਲ ਆਏ ਸੀ, ਉਹ ਕੀ ਕਹਿ ਰਹੇ ਸੀ ਨਾਲ ਖੜੇ ਤੇ ਤੁਸੀਂ ਕੀ ਕਹਿ ਰਹੇ ਸੀ, ਇਹ ਵੀ ਪਤਾ ਨਾ। ਹੁਣ ਇੱਥੋਂ ਤੁਹਾਨੂੰ ਸਮਝ ਜਾਣਾ ਚਾਹੀਦਾ ਵੀ ਦੋ ਸੋਚਾਂ ਨੇ, ਦੋ ਅਲੱਗ-ਅਲੱਗ ਨੇ। ਨਾ ਲਿਓ ਅੱਜ ਤੋਂ ਬਾਅਦ ਨਾਮ ਉਹਨਾਂ ਦਾ। ਅਸੀਂ ਸ਼ਖਸੀਅਤ ਨੂੰ ਪਿਆਰ ਕਰਦੇ ਹਾਂ, ਅਸੀਂ ਉਹਨਾਂ ਦੇ ਵੰਸ਼ ਨੂੰ ਪਿਆਰ ਨਹੀਂ ਕਰਦੇ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਤੇ ਉਹਨਾਂ ਦੇ ਬੱਚਿਆਂ ਦਾ ਕੀ ਹੈ, ਉਹਨਾਂ ਦੇ ਬੱਚਿਆਂ ਦੀ ਕਿਹੜੀ ਥਾਂ ਅੱਜ ਸਿੱਖ ਕੌਮ ਦੇ ਵਿੱਚ ਤੇ ਉਹਨਾਂ ਦੀ ਕਿਹੜੀ ਸੀ? ਅਸੀਂ ਸ਼ਖਸੀਅਤ ਨੂੰ ਪਿਆਰ ਕਰਦੇ ਹਾਂ। ਤੁਹਾਡੀਆਂ ਕੁਰਬਾਨੀਆਂ ਹੈ ਤੇ ਗੱਲ ਕਰੋ, ਤੁਹਾਡੀ ਸੋਚ ਕਿੱਥੇ ਹੈ ਤੁਸੀਂ ਗੱਲ ਕਰੋ। ਇਹ ਨਾ ਕਹੋ ਵੀ ਅਸੀਂ ਉਹਨਾਂ ਦੇ ਵਾਰਸ ਹਾਂ,
ਉਹਨਾਂ ਦੇ ਵਾਰਸ ਆ, ਉਹਨਾਂ ਨੇ ਕੁਰਬਾਨੀਆਂ ਕਿੱਦਾਂ ਦਿੱਤੀਆਂ, ਇਹ ਗੱਲ ਯਾਦ ਕਰ ਲਿਓ। ਅਗਲੀ ਗੱਲ ਕਰਨੀ ਹੈ ਗੱਲ ਵੜੈਚ ਦੀ। ਗੱਲ ਵੜੈਚ ਹੁਣ ਕਹਿੰਦੇ ਆ ਵੀ 3 ਕੁ ਮਹੀਨੇ ਬਾਅਦ ਉਹਨੂੰ ਕਿਤੇ ਚੇਤਾ ਆਇਆ ਵੀ ਹੁਣ ਕਿਤੇ ਸਾਹ ਲੈਣ ਦਾ ਟਾਈਮ ਹੈ, ਮੇਰੇ ਦੁਬਾਰਾ ਐਂਟਰੀ ਕਰਨ ਦਾ ਟਾਈਮ ਹੈ, ਤੇ ਹੁਣ ਉਹਨੇ ਇੱਕ ਨਿਮਾਣੀ ਜੀ ਕੋਸ਼ਿਸ਼ ਕੀਤੀ ਹੈ, ਆਪਣੀ ਤੁੱਛ ਜੀ ਕੋਸ਼ਿਸ਼ ਕੀਤੀ ਹੈ, ਤੇ ਹੁਣ ਇਸ ਵਾਰੀ ਹੁਣ ਦੇਖੋ ਚੇਂਜ ਕਿਵੇਂ ਹੋ ਰਿਹਾ ਕਿਰਦਾਰ। ਆਪਾਂ ਸੋਨੀਆ ਮਾਨ ਦੀ ਗੱਲ ਕਰਤੀ ਵੀ ਜਨਰਲ ਸੁਬੇਗ ਸਿੰਘ ਦਾ ਨਾਮ ਵਰਤ ਕੇ ਹੁਣ ਇੱਕ ਸਿੰਪਥੀ ਲੈਣਾ ਚਾਹੁੰਦੀ ਹੈ। ਹੁਣ ਗੱਲ ਵੜੈਚ ਦਾ ਵੀ ਸੁਣ ਲਓ। ਗੱਲ ਵੜੈਚ 2 ਕੁ ਮਹੀਨੇ ਬਾਅਦ, ਕਿਉਂਕਿ ਚੰਗੀ ਉਹਦੀ ਮਿੱਟੀ ਪਲੀਤ ਕੀਤੀ ਗਈ ਹੈ ਸੋਸ਼ਲ ਮੀਡੀਆ ਤੇ, ਜਿਹੜੀ ਉਹਨੇ ਬਕਵਾਸ ਕੀਤੀ ਸੀ, ਹੁਣ ਉਹ ਕੀ ਕਹਿੰਦਾ, ਹੁਣ ਦੇਖੋ ਸਿੰਪਥੀ ਕਿੱਦਾਂ ਲੈਣੀ ਉਹਨੇ ਸੋਸ਼ਲ ਮੀਡੀਆ ਦੇ ਉੱਤੇ, ਸਿੱਖਾਂ ਦੀ ਸਿੰਪਥੀ ਕਿਵੇਂ ਲੈਣੀ ਹੈ। ਕਹਿੰਦਾ ਹਿੰਦੂ ਰਾਸ਼ਟਰ ਦੀ ਗੱਲ ਕਰੀਏ ਤਾਂ ਉੱਥੇ ਸੀਟਾਂ ਮਿਲ ਜਾਂਦੀਆਂ, ਜੇ ਕੋਈ ਖਾਲਿਸਤਾਨ ਜਿੰਦਾਬਾਦ ਕਹਿ ਦਿੰਦਾ ਤੇ ਉਹਨਾਂ ਦੇ ਨਾਲ ਵਿਤਕਰਾ ਕਿਉਂ, ਅੱਜ ਉਹਨੇ ਸਵਾਲ ਚੁੱਕਿਆ। ਤੇ ਉਹਦੀ ਉਹ ਲਾਸਟ ਵੀਡੀਓ ਚੱਕ ਕੇ ਅੱਜ ਦੁਬਾਰਾ ਜੇਕਰ ਤੁਸੀਂ ਦੇਖੋ, ਉਹਦੇ ਵਿੱਚ ਉਹ ਕੀ ਕਹਿੰਦਾ, ਕਹਿੰਦਾ ਵਿਦੇਸ਼ੀ ਸਿੱਖਾਂ ਨੂੰ ਮੈਂ ਬੇਨਤੀ ਕਰਦਾ, ਭਰਾਵਾ ਇੱਥੇ ਅੱਗ ਨਾ ਲਾਓ, ਅਸੀਂ ਮੁੰਡੇ ਨਹੀਂ ਮਰਵਾਉਣੇ, ਅਸੀਂ ਆ ਨਹੀਂ ਕਰਨਾ, ਇਹ ਕਿਸਾਨੀ ਬੇਲਣੇ। ਅੱਜ ਤੂੰ ਇਹ ਗੱਲ ਕਿਉਂ ਕਹਿ ਰਿਹਾ ਵੀ ਖਾਲਿਸਤਾਨ ਜਿੰਦਾਬਾਦ ਕਹਿਣ ਤੇ ਛਿੱਤਰ ਕਿਉਂ ਪੈਂਦੇ ਆ, ਤੂੰ ਕਿਉਂ ਸਵਾਲੇ ਖੜਾ ਕਰ ਰਿਹਾ। ਸੋ ਜਦੋਂ ਕਿਸੇ ਦੀ ਬੇੜੀ ਡੁੱਬਣ ਲੱਗਦੀ ਹੈ, ਉਹ ਸਿੱਖੀ ਦਾ ਸਹਾਰਾ ਲੈਂਦਾ, ਉਹ ਫਿਰ ਐਸੀਆਂ ਉਦਾਹਰਨੀਆਂ ਦੇਣੀਆਂ ਸ਼ੁਰੂ ਕਰ ਦਿੰਦਾ। ਇਹਨਾਂ ਲੋਕਾਂ ਨੂੰ ਅਵੋਇਡ ਕਰੋ, ਇਹਨਾਂ ਲੋਕਾਂ ਤੋਂ ਬਚ ਕੇ ਰਹੋ, ਇਹਨਾਂ ਨੂੰ ਵਾਪਸ ਜਿਹੜਾ ਇਸ ਤੁਹਾਡੇ ਕਿਸੇ ਵੀ ਕੋਈ ਵੀ ਤੁਹਾਡਾ ਸਰਕਲ ਹੈਗਾ ਉਹਦੇ ਵਿੱਚ ਵੜਨ ਨਾ ਦਿਓ ਦੁਬਾਰਾ ਇਹਨਾਂ ਨੂੰ, ਕਿਉਂਕਿ ਇਹ ਉਹ ਲੋਕ ਨੇ ਜਿਹੜਾ ਮੌਕਾ ਵੇਖ ਕੇ, ਮੌਕੇ ਦਾ ਫਾਇਦਾ ਉਠਾ ਕੇ ਤੇ ਤੁਹਾਡੇ ਵਿੱਚ ਵੜਨਾ ਚਾਹੁੰਦੇ ਹੁੰਦੇ ਦੁਬਾਰਾ। ਤੇ ਗੱਲ ਵੜੈਚ ਹੁਣ ਦੁਬਾਰਾ ਕੋਸ਼ਿਸ਼ ਕਰ ਰਿਹਾ। ਆਉਣ ਵਾਲੇ ਦਿਨਾਂ ਦੇ ਵਿੱਚ ਉਹਦੀ ਇੱਕ ਅੱਧੀ ਵੀਡੀਓ ਹੋਰ ਆ ਜਾਣੀ ਹੈ, ਕਿਉਂਕਿ ਉਹਨੇ ਇੱਕ ਪਾ ਦਿੱਤੀ ਹੈ, ਉਹਦੇ ਥੱਲੇ ਵੀ ਬਹੁਤ ਭੱਦੀ ਸ਼ਬਦਾਵਲੀ ਚੱਲੀ ਕਮੈਂਟਾਂ ਦੇ ਵਿੱਚ, ਲੋਕਾਂ ਦਾ ਰੋਸ ਹੈ, ਕਿਉਂਕਿ ਭੰਬਲ ਪੂਸਾ ਜਦੋਂ ਪਾਉਣਾ ਹੁੰਦਾ ਤਾਂ ਫਿਰ ਇਹ ਲੋਕਾਂ ਦੇ ਇਹਨਾਂ ਨੂੰ ਸੁਣਨਾ ਪੈਂਦਾ। ਫਿਰ ਇੱਕ ਗੱਲ ਹੁੰਦੀ ਹੈ, ਇੱਕ ਹੱਦ ਹੁੰਦੀ ਹੈ, ਜਦੋਂ ਤੁਸੀਂ ਹੱਦ ਲੰਘ ਜਾਂਦੇ ਹੋ ਫਿਰ ਆਹ ਕੁਛ ਹੀ ਚੱਲਣਾ ਤੁਹਾਡੇ ਕਮੈਂਟਾਂ ਦੇ ਵਿੱਚ। ਅਸੀਂ ਇਹ ਚੀਜ਼ਾਂ ਨੂੰ ਕਦੇ ਵੀ ਐਕਸੈਪਟ ਨਹੀਂ ਕਰਦੇ, ਜਾਂ ਇਹਨਾਂ ਨੂੰ ਆਪਾਂ ਇਹ ਨਹੀਂ ਕਹਿੰਦੇ ਵੀ ਇਹ ਵੱਧ ਜਾਣ, ਤੁਹਾਨੂੰ ਗਾਲਾਂ ਪੈਣ, ਆਪਾਂ ਕਦੇ ਵੀ ਨਹੀਂ ਕਹਿੰਦੇ ਨਾ ਕੱਢੋ ਗਾਲਾਂ, ਗਲਤ ਹੈ ਇਹ। ਪਰ ਜੇਕਰ ਤੁਹਾਡੇ ਕੋਲ ਇੰਨੀ ਅਕਲ ਨਹੀਂ ਹੈ, ਤੁਹਾਨੂੰ ਉਹ ਪ੍ਰਮਾਤਮਾ ਨੇ ਜਿੰਨੇ ਕੁ ਜੋਗਾ ਰੱਖਿਆ, ਢੋਲਕੀਆਂ ਛੇਣੇ ਵਜਾਣ ਜੋਗਾ ਜੇਕਰ ਤੁਹਾਨੂੰ ਰੱਖਿਆ ਤਾਂ ਉੱਥੇ ਤਾਂ ਕਰੋ। ਤੁਸੀਂ ਬਣੇ ਫਿਰਦੇ ਹੋ ਆ ਕੇ ਕਿਸਾਨ ਸੰਘਰਸ਼ ਦੇ ਪਤਾ ਨਹੀਂ ਕੀ ਖੈਰ ਖਵਾ, ਤੁਸੀਂ ਹੋ ਸਾਰੇ, ਫਿਰ ਗੱਲ ਕਰਦੇ ਹੋ ਤੁਸੀਂ ਦੋਗਲੀ। ਆ ਦੋਗਲੀਆਂ ਗੱਲਾਂ ਕਰਨੀਆਂ ਛੱਡ ਦਿਓ। ਗੱਲ ਵੜੈਚ ਵਾਲੀ ਗੱਲ ਤੋਂ ਬਾਅਦ ਹੁਣ ਅਗਲੀ ਗੱਲ ਜਿਹੜੀ ਕਰਨੀ ਹੈ, ਕਿਉਂਕਿ ਅੱਜ ਬਹੁਤ ਕੁਝ ਇਕੱਠਾ ਹੋਇਆ ਪਿਆ, ਟਾਈਮ ਬਹੁਤ ਘੱਟ ਲੱਗਦਾ, ਚਲੋ ਆਪਾਂ ਇਹ ਵੀ ਕਰ ਲੈਨੇ ਆ। ਹੁਣ ਅਗਲੀ ਗੱਲ ਜਿਹੜੀ ਚੱਲ ਰਹੀ ਹੈ ਜੀ ਦੀਪ ਸਿੱਧੂ ਬਾਰੇ, ਕਿ ਉਹਨੂੰ VIP ਸਹੂਲਤਾਂ ਜੇਲ੍ਹ ਦੇ ਵਿੱਚ ਮਿਲ ਰਹੀਆਂ। ਬੜੇ ਸੀਨੀਅਰ, ਬੜੇ ਪੜ੍ਹੇ ਲਿਖੇ, ਬੜੇ ਆਪਣੇ ਆਪ ਨੂੰ ਦੱਸਣ ਵਾਲੇ ਲੋਕ ਇਹ ਸਵਾਲ ਉਠਾ ਰਹੇ ਆ ਕਿ ਦੀਪ ਸਿੱਧੂ ਨੂੰ ਅੰਦਰ VIP ਸਹੂਲਤਾਂ ਮਿਲ ਰਹੀਆਂ। ਹੁਣ ਇਹ ਉਹ ਲੋਕ ਨੇ, ਜਿੱਦਣ ਦੀਪ ਸਿੱਧੂ ਗੱਜਦਾ ਸੀ ਸਟੇਜਾਂ ਤੋਂ, ਜਿੱਦਣ ਦੀਪ ਸਿੱਧੂ ਦੇ ਨਾਲ ਉਹ 26 ਜਨਵਰੀ ਵਾਲਾ ਵਰਤਾਰਾ ਹੋ ਗਿਆ, ਇਹ ਉਹ ਲੋਕ ਨੇ ਕਹਿੰਦੇ ਸੀ ਵੀ ਇਹ ਤਾਂ ਅਮਿਤ ਸ਼ਾਹ ਦੇ ਨਾਲ ਸਿੱਧੀ ਗੱਲਬਾਤ ਹੈ ਬੰਦੇ ਦੀ, ਤੇ ਇਹ ਜੋ ਮਰਜ਼ੀ ਕਰੇ। ਬਾਕੀ ਮੁੰਡਿਆਂ ਨੂੰ ਗੋਲੀਆਂ ਵੀ ਵੱਜ ਗਈਆਂ, ਇਹ ਸਿੱਧਾ ਪਹੁੰਚ ਗਿਆ ਉੱਥੇ, ਇਹਨੂੰ ਕਿਤੇ ਵੀ ਕੋਈ ਡੰਡਾ ਨਹੀਂ ਵੱਜਾ, ਇਹ ਗੁਰਦੁਆਰੇ ਦੇ ਲਾਗੇ ਪਹੁੰਚ ਗਿਆ, ਇਹਨੂੰ ਕਿਸੇ VIP ਕਾਰ ਨੇ ਉੱਥੇ ਤੱਕ ਪਹੁੰਚਾਇਆ। ਆਹੀ ਗੱਲਾਂ ਸੀ ਨਾ। ਚਲੋ ਇਹ ਉਸ ਦਿਨ ਦੀ ਇਹਨਾਂ ਦੀ ਸੋਚ ਹੈਗੀ ਆ ਕਿ ਇਹਦੀ ਅਮਿਤ ਸ਼ਾਹ ਦੇ ਨਾਲ ਸਿੱਧੀ ਗੱਲਬਾਤ ਹੈ, ਮੋਦੀ ਦੇ ਨਾਲ ਇਹਦੀਆਂ ਫੋਟੋਆਂ, ਭਈ ਉਹਨਾਂ ਦਾ ਬੰਦਾ ਹੈ, ਮਤਲਬ ਇਹਨਾਂ ਦੇ ਕਹਿਣ ਦੇ ਮੁਤਾਬਕ ਸੀ। ਉਹ 26 ਜਨਵਰੀ ਵਾਲੀ ਘਟਨਾ ਹੋ ਗਈ, ਉੱਥੋਂ ਦੀਪ ਸਿੱਧੂ ਨੂੰ ਆਪਣੀ ਜਾਨ ਬਚਾ ਕੇ ਭੱਜਣਾ ਪਿਆ, ਜਾਣਾ ਪਿਆ। ਉਸ ਤੋਂ ਬਾਅਦ ਉਹ ਲੁਕਿਆ ਰਿਹਾ, ਲੁਕ ਕੇ ਜਿਸ ਦਿਨ ਉਸਨੇ ਇੱਕ ਐਸੀ ਭਾਵੁਕ ਵੀਡੀਓ ਪਾਈ ਕਿ ਆਹ ਦੇਖੋ ਮੇਰੇ ਹਾਲਾਤ, ਉਦੋਂ ਸਾਰਾ ਕੁਝ ਸਾਫ਼ ਹੋ ਗਿਆ ਵੀ ਨਾ ਇਹ ਅਮਿਤ ਸ਼ਾਹ ਦਾ ਬੰਦਾ। ਜਿਹੜੇ ਮੰਨਦੇ ਵੀ ਸੀ ਉਹ ਇਹ ਗੱਲਾਂ ਸਾਫ਼ ਹੋ ਗਈਆਂ ਵੀ ਨਾ ਇਹ ਅਮਿਤ ਸ਼ਾਹ ਦਾ, ਨਾ ਮੋਦੀ ਦਾ, ਨਾ ਸਨੀ ਦਿਓਲ ਦਾ ਬੰਦਾ ਹੈ। ਆ ਕਿਹੜੇ ਹਾਲਾਤਾਂ 'ਚ ਇਹਨੂੰ ਪਹੁੰਚਾ ਦਿੱਤਾ ਆਪਾਂ ਸਾਰਿਆਂ ਨੇ ਮਹਿਸੂਸ ਕੀਤਾ ਉਸ ਦਿਨ। ਉਸ ਤੋਂ ਬਾਅਦ ਕਹਿੰਦੇ ਵੀ ਨਹੀਂ ਇਹ ਫੜਿਆ ਨਹੀਂ ਜਾਣਾ, ਇਹ ਡਰਾਮੇ ਕਰ ਰਿਹਾ। ਅਗਲੀ ਗੱਲ ਜਿਹੜੀ ਆਈ ਬਾਹਰ, ਕਿਉਂਕਿ ਇਹ ਲੋਕ ਉਹ ਹੁੰਦੇ ਨੇ ਜਿਹੜਾ ਥੋੜਾ ਮਸਾਲਾ ਲਾ ਕੇ, ਥੋੜਾ ਚਾਟ ਮਸਾਲਾ ਜਾਂ ਚਾਟ ਪਾ ਕੇ ਤੇ ਚਸਕੇ ਲੈਣੇ ਚਾਹੁੰਦੇ ਹੁੰਦੇ ਨੇ, ਇਹ ਉਹ ਲੋਕ ਨੇ। ਸੋ ਜਿੱਦਣ ਫਿਰ ਦੀਪ ਸਿੱਧੂ ਫੜਿਆ ਗਿਆ, ਫਿਰ ਇਹਨਾਂ ਕੋਲ ਅਗਲੀ ਗੱਲ ਕੀ ਸੀ ਵੀ ਕੋਈ ਅਕਾਲੀ ਮੰਤਰੀ ਵਿੱਚ ਪਾ ਕੇ ਦੀਪ ਸਿੱਧੂ ਨੇ ਆਪਣੀ ਗ੍ਰਿਫਤਾਰੀ ਦੇ ਦਿੱਤੀ ਹੈ। ਆਹ ਗੱਲ ਸੀ। ਲਓ ਜੀ, ਉਹਦਾ 14 ਦਿਨ ਦਾ ਰਿਮਾਂਡ ਵੀ ਚੱਲਿਆ, ਉਹਦੇ ਵਿੱਚ ਉਹਦੇ ਉੱਤੇ ਟੌਰਚਰ ਹੋਇਆ। ਟੌਰਚਰ ਹੋਣ ਦੀ ਗੱਲ ਦਲਜੀਤ ਕਲਸੀ ਨੇ ਆ ਕੇ ਦੱਸ ਦਿੱਤੀ ਹੈ ਕਿ ਕਿਵੇਂ ਉੱਤੇ ਟੌਰਚਰ ਹੋਇਆ, ਉਹਨੂੰ ਸੌਣ ਨਹੀਂ ਸੀ ਦਿੱਤਾ ਜਾਂਦਾ, ਮੈਂਟਲੀ ਟੌਰਚਰ ਹੋਇਆ, ਆਹ ਹੋਇਆ, ਉਹ ਹੋਇਆ, ਉਹਨੇ ਦੱਸ ਦਿੱਤਾ। ਹੁਣ ਇੱਥੇ ਵੀ ਇਹ ਝੂਠੇ ਪੈ ਗਏ ਵੀ ਜੇ ਅਕਾਲੀ ਦਲ ਦੇ ਨਾਲ ਵੀ ਸੰਬੰਧਿਤ ਕੋਈ ਨੇਤਾ ਵੀ ਨਾਲ ਸੀ। ਦੂਜੀ ਗੱਲ, ਅਮਿਤ ਸ਼ਾਹ ਵਾਲਾ ਵੀ ਕੇਸ ਝੂਠਾ ਪੈ ਗਿਆ, ਮਤਲਬ ਕਿ ਹੁਣ ਤੀਜੀ ਆਹ ਗੱਲ ਆ ਗਈ। ਹੁਣ ਉਹ ਉਸ ਦਿਨ ਤੋਂ ਲੈ ਕੇ ਇਹਨਾਂ ਨੂੰ ਕੋਈ ਗੱਲ ਲੱਭ ਨਹੀਂ ਸਰੀ। ਹੁਣ ਦਲਜੀਤ ਕਲਸੀ ਜਦੋਂ ਮਿਲ ਕੇ ਆਏ ਆ
ਉਹ ਆ ਕੇ ਕਹਿੰਦੇ ਵੀ ਉਹ ਹੁਣ ਕਹਿੰਦੇ ਆ ਵੀ 7 ਨੰਬਰ ਬੈਰਕ 'ਚ ਰੱਖਿਆ ਹੋਇਆ। 7 ਨੰਬਰ ਬੈਰਕ ਉਹ ਆ ਜਿੱਥੇ ਪਰਲ ਗਰੁੱਪ ਵਾਲਾ ਜਿਹੜਾ ਇੱਕ ਫਰਾਡ ਸੀ, ਜਿਹਨੇ ਬੜੀ ਦੁਨੀਆ ਦਾ ਪੈਸਾ ਲੁੱਟਿਆ ਸੀ, ਉਹ ਉਸ ਜੇਲ੍ਹ ਦੇ ਵਿੱਚ ਹੈ। ਕਈ ਮੰਤਰੀ ਉਸ ਜੇਲ੍ਹ ਦੇ ਵਿੱਚ ਨੇ, ਕਈ ਪੁਲਿਸ ਅਫਸਰ ਨੇ ਉਸ ਜੇਲ੍ਹ 'ਚ ਹੈ, ਤੇ ਉਹ ਬੜੇ ਵਧੀਆ ਤਰੀਕੇ ਦੇ ਨਾਲ ਉੱਥੇ ਰਹਿ ਰਿਹਾ। ਦਲਜੀਤ ਕਲਸੀ ਹੋਰਾਂ ਨੇ ਆ ਕੇ ਗੱਲ ਕਰਤੀ। ਹੁਣ ਇਹ ਲੋਕ ਜਿਹੜੇ ਐਸੀ ਸੋਚ ਦੇ ਮਾਲਕ ਸੀ, ਜਿਨ੍ਹਾਂ ਨੂੰ ਕੁਝ ਦੀਪ ਸਿੱਧੂ ਦੇ ਖਿਲਾਫ ਲੱਭ ਨਹੀਂ ਸੀ ਰਿਹਾ, ਉਹ ਦੁਬਾਰਾ ਹੁਣ ਪੱਬਾਂ ਭਾਰ ਆ ਗਏ। VIP ਸਹੂਲਤਾਂ ਮਿਲਦੀਆਂ, ਉਹ ਦੀਪ ਸਿੱਧੂ ਨੂੰ VIP ਸਹੂਲਤਾਂ ਮਿਲ ਗਈਆਂ। ਉਹ ਸ਼ਰਮ ਕਰੋ ਤੁਸੀਂ ਜਾ ਕੇ। ਹੁਣ ਇਹਨਾਂ ਲੋਕਾਂ ਬਾਰੇ ਮੈਂ ਇੱਕੋ ਹੀ ਗੱਲ, ਵੈਸੇ ਤਾਂ ਅਸੀਂ ਇੱਕ ਆਪਾਂ ਕਹਿ ਲਈਏ ਪੰਜਾਬ ਦੇ ਵਾਰਸ ਹੋਣ ਦੇ ਨਾਤੇ, ਇੱਕ ਸਿੱਖ ਘਰਾਣੇ ਦੇ ਵਿੱਚ ਪੈਦਾ ਹੋਣ ਦੇ ਨਾਤੇ ਅਸੀਂ ਸਰਬੱਤ ਦਾ ਭਲਾ ਹੀ ਮੰਗਦੇ ਹਾਂ। ਪਰ ਅੱਜ ਮੈਂ ਇਹਨਾਂ ਲੋਕਾਂ ਨੂੰ, ਜੇ ਇਹ ਕਹਿੰਦੇ ਨੇ, ਜੇ ਇਹ ਲੋਕ ਕਹਿੰਦੇ ਆ ਵੀ ਦੀਪ ਸਿੱਧੂ VIP ਸਹੂਲਤਾਂ 'ਚ ਰਹਿ ਰਿਹਾ, ਤੇ ਮੈਂ ਉਸ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦਾ, ਇਹਨਾਂ ਸਾਰਿਆਂ ਨੂੰ ਉਹ VIP ਸਹੂਲਤਾਂ ਰੱਬਾ ਦਵਾਈ। ਜਿਹੜੀਆਂ ਸਹੂਲਤਾਂ ਦੇ ਵਿੱਚ, ਜਿਹੜੀਆਂ VIP ਸਹੂਲਤਾਂ 'ਚ ਦੀਪ ਸਿੱਧੂ ਰਹਿ ਰਿਹਾ, ਇਹ ਮੇਰੇ ਵੀਰ ਜਿਹੜੇ ਕਹਿ ਰਹੇ ਨੇ, ਜਿੰਨੇ ਵੀ ਸੋਸ਼ਲ ਮੀਡੀਆ ਦੇ ਉੱਤੇ ਕਹਿ ਰਹੇ ਆ ਭਈ ਉਹ VIP ਸਹੂਲਤਾਂ 'ਚ ਰਹਿ ਰਿਹਾ, ਇਹਨਾਂ ਸਾਰਿਆਂ ਨੂੰ ਰੱਬਾ ਇੱਕ ਵਾਰੀ ਉਸ VIP ਸਹੂਲਤ ਦੇ ਵਿੱਚ, ਉਹਨਾਂ ਸਹੂਲਤਾਂ ਦੇ ਵਿੱਚ ਜ਼ਰੂਰ ਲੈ ਕੇ ਜਾਈ। ਇਹਨਾਂ ਨੂੰ ਉਹ ਨਜ਼ਾਰਾ ਜਿਹੜਾ ਹੈ ਜ਼ਰੂਰ ਦਵਾਈ ਇੱਕ ਵਾਰੀ। ਮੈਂ ਇਹ ਨਹੀਂ ਕਹਿੰਦਾ, ਮੈਂ ਬੁਰਾ ਨਹੀਂ ਮੰਨ ਰਿਹਾ ਇਹਨਾਂ ਦਾ, ਕਿਉਂਕਿ ਇਹ ਕਹਿ ਰਹੇ ਨੇ ਕਿ ਉਹ VIP ਹਾਲਾਤਾਂ 'ਚ ਰਹਿ ਰਿਹਾ। ਇਸ ਕਰਕੇ ਮੈਂ ਬੇਨਤੀ ਕਰਦਾ, ਮਤਲਬ ਕਿ ਅਸੀਂ ਫਿਰ ਵੀ ਬੁਰਾ ਨਹੀਂ ਮੰਨਿਆ। ਤੁਸੀਂ ਇਹ ਕਿਹਾ ਨਾ ਕਿ ਉਹ VIP ਹਾਲਾਤਾਂ 'ਚ ਰਹਿ ਰਿਹਾ, ਉਹਨੂੰ ਉੱਥੇ ਸਾਰਾ ਕੁਝ ਮਿਲਿਆ ਹੋਇਆ। ਇਸ ਕਰਕੇ ਮੈਂ ਕਹਿਣਾ ਵੀ ਤੁਸੀਂ ਵੀ ਉਹਨਾਂ VIP ਹਾਲਾਤਾਂ ਦੇ ਵਿੱਚ ਜਾਓ। ਇਹ ਮੈਂ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦਾ ਤੁਹਾਡੇ ਸਾਰਿਆਂ ਵਾਸਤੇ। ਅਗਲੀ ਗੱਲ, ਹੁਣ ਜੇਲ੍ਹ ਕੀ ਹੁੰਦੀ ਹੈ? ਜਿਹੜੇ ਕਹਿੰਦੇ VIP ਸਹੂਲਤਾਂ, ਇੱਕ ਤਾਂ ਇਹ ਪੱਖ ਸੀ ਵੀ ਤੁਸੀਂ ਵੀ ਉੱਥੇ ਜਾਓ। ਦੂਜੀ ਇਹ ਗੱਲ, ਜੇਲ੍ਹ ਹੁੰਦੀ ਹੈ, ਚਾਹੇ ਉਹ VIP ਸਹੂਲਤਾਂ ਹੋਣ, ਚਾਹੇ ਇੱਕ ਆਮ ਜੇਲ੍ਹ ਹੋਵੇ। ਜੇਲ੍ਹ ਦਾ ਮਤਲਬ ਕੀ ਬਣਾਇਆ ਗਿਆ? ਸਰਕਾਰਾਂ ਵੱਲੋਂ ਜਾਂ ਵਰਲਡ ਲੈਵਲ ਦੇ ਉੱਤੇ ਜਦੋਂ ਵੀ ਦੇਸ਼ਾਂ ਨੇ ਇਹਦੇ ਉੱਤੇ ਖੋਜ ਕੀਤੀ ਕਿ ਮੁਜਰਮ ਨੂੰ ਜੇਲ੍ਹ ਦੇ ਵਿੱਚ ਰੱਖਣਾ, ਤਾਂ ਉਹਨਾਂ ਦਾ ਇੱਕੋ ਇੱਕ ਮਕਸਦ ਸੀ ਜੇਲ੍ਹ ਦੇ ਪਿੱਛੇ ਕਿ ਬੰਦੇ ਨੂੰ ਸਮਾਜ ਨਾਲੋਂ ਦੂਰ ਕੀਤਾ ਜਾਵੇ। ਬੰਦੇ ਨੂੰ ਸਮਾਜ ਨਾਲੋਂ ਦੂਰ ਕੀਤਾ ਜਾਵੇ, ਉਹਦੇ ਘਰਦਿਆਂ ਤੋਂ ਦੂਰ ਕੀਤਾ ਜਾਵੇ, ਉਹਦੇ ਜਿਹੜੇ ਆਪਣੇ ਸੀ, ਜਿਨ੍ਹਾਂ ਨੂੰ ਉਹ ਬਹੁਤ ਮੋਹ ਕਰਦਾ ਸੀ, ਉਹਦੇ ਤੋਂ ਦੂਰ ਕੀਤਾ ਜਾਵੇ। ਉਹਨੂੰ ਗਲੀਆਂ ਬਾਜ਼ਾਰਾਂ ਤੋਂ, ਖੁੱਲੀ ਹਵਾ ਲੈਣ ਤੋਂ ਦੂਰ ਕੀਤਾ ਜਾਵੇ। ਜੇਲ੍ਹ ਦਾ ਇਹ ਮਕਸਦ ਸੀ ਕਿ ਇਸ ਬੰਦੇ ਨੂੰ ਅੱਗੋਂ ਅਕਲ ਆ ਜਾਵੇ ਭਈ ਇਦਾਂ ਦਾ ਕੰਮ ਇਹਨੇ ਨਹੀਂ ਕਰਨਾ। ਸੋ ਇਸ ਕਰਕੇ ਜੇਲ੍ਹ ਬਣਾਈ ਗਈ। ਇਹ ਇਸ ਤਰ੍ਹਾਂ ਜਿਹੜੀ ਹੈ, ਮਤਲਬ ਜੇਲ੍ਹ ਦੀ ਸਥਾਪਨਾ ਹੋਈ ਹੈ। ਹੁਣ ਜਿੱਥੇ ਦੀਪ ਸਿੱਧੂ ਹੈ, ਉੱਥੇ ਕਿਹੜੀਆਂ VIP ਸਹੂਲਤਾਂ ਦੀਪ ਸਿੱਧੂ ਨੂੰ ਮਿਲ ਜਾਂਦੀਆਂ ਹੋਣਗੀਆਂ? ਉਹਨੂੰ ਆਪਣੇ ਮਿਲ ਜਾਂਦੇ ਹੋਣਗੇ, ਉਹਦੇ ਮਾਂ-ਬਾਪ ਮਿਲ ਜਾਂਦੇ ਹੋਣਗੇ। ਬਾਪ ਤਾਂ ਚਲੋ ਉਹਦਾ ਨਹੀਂ ਹੈ, ਉਹਦੇ ਭਰਾ, ਉਹਦਾ ਹੋਰ ਰਿਸ਼ਤੇਦਾਰੋਂ ਮਿਲ ਜਾਂਦੇ ਹੋਣਗੇ। ਉਹ ਆਪਣੀ ਮਾਂ ਦੇ ਹੱਥਾਂ ਦੀਆਂ ਗਰਮ-ਗਰਮ ਰੋਟੀਆਂ ਖਾ ਲੈਂਦਾ ਹੋਏਗਾ। ਰਾਤ ਨੂੰ ਸੌਣ ਲੱਗਾ ਆਪਣੀ ਮਾਂ ਨੂੰ ਕਹਿੰਦਾ ਹੋਊਗਾ ਵੀ ਮੈਨੂੰ ਗਰਮ-ਗਰਮ ਦੁੱਧ ਲਿਆ ਦਿਓ। ਜਾਂ ਕਦੇ ਉਹਦੀ ਮਾਂ ਉਹਦੇ ਸਿਰ ਦੇ ਵਿੱਚ, ਉਹਦੇ ਵਾਲਾਂ 'ਚ ਹੱਥ ਫੇਰ ਸਕਦੀ ਹੋਊਗੀ। ਉਹਦਾ ਭਰਾ ਆ ਕੇ ਕਹਿੰਦਾ ਹੋਊਗਾ ਵੀ ਆਜਾ ਬਾਜ਼ਾਰ ਚਲੀਏ, ਆਜਾ ਘੁੰਮ ਫਿਰ ਕੇ ਆਈਏ, ਅੱਜ ਮੋਹਾਲੀ ਦਾ ਗੇੜਾ ਲਾਈਏ। ਉਹਦੀਆਂ ਫਿਲਮ ਡਾਇਰੈਕਸ਼ਨ ਵਾਲੀਆਂ ਟੀਮਾਂ ਕਹਿੰਦੀਆਂ ਹੋਣਗੀਆਂ ਵੀ ਅੱਜ ਆਹ ਸ਼ਾਟ ਹੈ, ਅੱਜ ਆਹ ਸੀਨ ਹੈਗਾ, ਸਿੱਧੂ ਸਾਹਿਬ ਆ ਜਾਓ। ਇਹ ਸਾਰਾ ਕੁਝ ਚੱਲ ਰਿਹਾ। ਇਹ VIP ਸਹੂਲਤਾਂ ਨੇ, ਇਹ VIP ਸਹੂਲਤਾਂ। ਮੰਨ ਲਓ ਜੇ ਵੱਧ ਤੋਂ ਵੱਧ ਇੱਕ TV ਵੀ ਲੱਗਾ ਹੋਊਗਾ ਉਹਦੇ ਕਮਰੇ ਦੇ ਵਿੱਚ, ਇੱਕ ਬਿਸਤਰਾ ਜਿਹੜਾ ਹੈ, ਗੰਦੇ ਬਿਸਤਰੇ ਦੀ ਜਗ੍ਹਾ ਕੋਈ ਸਾਫ਼ ਬਿਸਤਰਾ ਵੀ ਮਿਲ ਗਿਆ ਹੋਊਗਾ ਦੀਪ ਸਿੱਧੂ ਨੂੰ। ਇਹ VIP ਸਹੂਲਤਾਂ ਨੇ। ਰੋੜਾਂ ਵਾਲੀ ਦਾਲ ਤੋਂ ਬਿਨਾਂ ਉਸ ਨੂੰ ਕਿਤੇ ਕੋਈ ਸਾਫ਼ ਸੁਥਰੀ ਦਾਲ ਮਿਲ ਜਾਂਦੀ ਹੋਊਗੀ ਖਾਣ ਨੂੰ। ਇਹ VIP ਸਹੂਲਤਾਂ ਤੁਹਾਡੇ ਹਿਸਾਬ ਦੇ ਨਾਲ। ਸ਼ਰਮ ਕਰੋ ਤੁਸੀਂ ਉਹ ਲੋਕੋ ਜਿਹੜੇ ਪੰਜਾਬ ਦੇ ਜੰਮੇ, ਪੰਜਾਬ ਦੇ ਵਾਰਸੋਂ, ਸਰਬੱਤ ਦਾ ਭਲਾ ਮੰਨਦੇ ਹੋ, ਤੁਸੀਂ ਮੰਗਦੇ ਹੋ, ਤੁਸੀਂ ਦੁਸ਼ਮਣ ਦਾ ਵੀ ਭਲਾ ਮੰਗਣ ਵਾਲੇ ਹੋ। ਅੱਜ ਤੁਸੀਂ ਕਹਿ ਰਹੇ ਹੋ ਉਹਨੂੰ VIP ਸਹੂਲਤਾਂ ਮਿਲਦੀਆਂ। ਉਹ ਸ਼ੁਕਰ ਕਰੋ ਜੇਕਰ ਉਹਨੂੰ ਚੱਜ ਦੀ ਰੋਟੀ ਮਿਲ ਜਾਂਦੀ ਹੈ, ਜੇਕਰ ਉਹਨੂੰ ਕਿਤੇ ਬਿਸਤਰਾ ਚੱਜ ਦਾ ਮਿਲ ਜਾਂਦਾ। ਤੁਹਾਨੂੰ ਤਾਂ ਸ਼ੁਕਰ ਕਰਨਾ ਚਾਹੀਦਾ ਭਾਰਤ ਸਰਕਾਰ ਨੂੰ, ਤਿਹਾੜ ਜੇਲ੍ਹ ਅਥਾਰਟੀ ਨੂੰ, ਕਿ ਸਾਡਾ ਯੋਧਾ ਇਹ, ਤੇ ਜੇਕਰ ਤੁਸੀਂ ਇਹਨੂੰ ਇੰਨੀਆਂ ਕੁ ਸਹੂਲਤਾਂ ਦੇ ਦਿੱਤੀਆਂ ਤਾਂ ਅਸੀਂ ਤੁਹਾਡੇ ਰਿਣੀ ਰਵਾਂਗੇ। ਸ਼ਰਮ ਕਰਨੀ ਚਾਹੀਦੀ ਹੈ ਤੁਹਾਨੂੰ ਇਹ ਆਵਾਜ਼, ਤੁਸੀਂ ਅੱਜ ਬਣੇ ਫਿਰਦੇ ਹੋ ਮਨੁੱਖਤਾ ਦੇ, ਬੜੇ ਰਾਖੇ ਅਸੀਂ ਮਨੁੱਖਤਾ ਦੇ। ਤੁਸੀਂ ਇੱਕ ਨੌਜਵਾਨ ਆਗੂ ਪੰਜਾਬ ਦਾ ਜਿਹੜਾ ਹੈ, ਉਹਨੂੰ ਜੇ 4 ਸਹੂਲਤਾਂ ਮਿਲ ਵੀ ਗਈਆਂ ਤਾਂ ਤੁਸੀਂ ਉਹਦੇ ਵਿਰੋਧ ਦੇ ਵਿੱਚ ਹੋ। ਤੁਸੀਂ ਆਪਣੇ ਆਪ ਨੂੰ ਵਾਰਸ ਕਹਿੰਦੇ ਹੋ ਪੰਜਾਬ ਦੇ, ਫਿੱਟੇ ਮੂੰਹ ਤੁਹਾਡੇ। ਤੁਹਾਨੂੰ ਤਾਂ ਇਹ ਕਹਿਣੀ ਚਾਹੀਦੀ ਸੀ ਗੱਲ ਆ ਕੇ ਵੀ ਦੀਪ ਸਿੱਧੂ ਵਾਲੀਆਂ ਸਹੂਲਤਾਂ ਬਾਕੀ ਕੈਦੀਆਂ ਨੂੰ ਵੀ ਦਿਓ। ਤਿਹਾੜ ਜੇਲ੍ਹ ਕੀ, ਜਿੰਨੀਆਂ ਵੀ ਜੇਲ੍ਹਾਂ ਨੇ, ਤੁਹਾਨੂੰ ਇਹ ਕਹਿਣਾ ਚਾਹੀਦਾ ਸੀ ਵੀ ਉਹ ਵੀ ਮਾਵਾਂ ਦੇ ਪੁੱਤ ਨੇ। ਜੇ ਉਹ ਰੋੜਾਂ ਵਾਲੀ ਦਾਲ ਖਾਂਦੇ ਆ ਤਾਂ ਦੀਪ ਸਿੱਧੂ ਵੀ ਆਹ ਖਾ ਰਿਹਾ, ਉਹਨਾਂ ਨੂੰ ਵੀ ਦਿਓ। ਤੁਹਾਨੂੰ ਇਹ ਪੈ ਗਈ। ਇੱਥੋਂ ਪਤਾ ਲੱਗਦਾ ਕਿ ਸਾਡੇ ਪੰਜਾਬੀਆਂ 'ਚ ਕਿੱਡੀ ਵੱਡੀ ਇੱਕ ਆਪਾਂ ਕਹਿ ਲਈਏ ਵੀ ਸਾਡਾ ਔਗੁਣ ਹੈਗਾ ਇਹ। ਅਸੀਂ ਕਿਸੇ ਨੂੰ ਵੇਖ ਨਹੀਂ ਸਿਖਾਉਂਦੇ।
ਮਖਮਲ ਦੀਆਂ ਸੇਜਾਂ ਦੇ ਉੱਤੇ ਸੌਣ ਵਾਲੇ, ਰਾਤ ਨੂੰ ਮਹਿੰਗੀਆਂ ਸ਼ਰਾਬਾਂ ਦੇ ਪਿਆਲਿਆਂ ਦੇ ਵਿੱਚ ਪੈਗ ਪੀਣ ਵਾਲੇ, ਭੁੰਨ ਭੁੰਨ ਕੇ ਮੀਟ ਖਾਣ ਵਾਲੇ ਅੱਜ ਆ ਗੱਲ ਕਹਿ ਰਹੇ ਆ ਕਿ ਦੀਪ ਸਿੱਧੂ VIP ਸਹੂਲਤਾਂ ਲੈ ਰਿਹਾ। ਤੁਸੀਂ ਚਾਹੇ ਦੁਨੀਆ ਦੇ ਜਿੰਨੇ ਮਰਜ਼ੀ ਲਗਜ਼ਰੀ ਜਿਹੜੇ ਹੈ ਸਹੂਲਤਾਂ ਲੈ ਰਹੇ ਹੋਵੋ, ਉਸ ਪ੍ਰਮਾਤਮਾ ਦਾ ਸ਼ੁਕਰ ਨਹੀਂ ਕਰਦੇ ਤੁਸੀਂ ਕਿ ਤੁਹਾਨੂੰ ਕੀ ਮਿਲ ਗਿਆ ਉਸ ਪ੍ਰਮਾਤਮਾ ਦੇ ਕੋਲ। ਪਰ ਤੁਹਾਨੂੰ ਇੱਕ ਜੇਲ੍ਹ ਦੇ ਵਿੱਚ ਬੰਦੇ ਦੀਆਂ ਜੇਕਰ 4 ਸਹੂਲਤਾਂ ਮਿਲ ਗਈਆਂ, ਤੁਹਾਨੂੰ ਉਹ ਚੁੱਭੀ ਜਾਂਦੀਆਂ। ਤੁਹਾਡੇ ਤੇ ਜਿੰਨੀਆਂ ਵੀ ਲਾਹਣਤਾਂ ਪਾ ਲਈਆਂ ਜਾਣ ਘੱਟ ਨੇ। ਹੁਣ ਆਪਾਂ VIP ਸਹੂਲਤਾਂ ਦੀ ਵੀ ਗੱਲ ਕਰ ਲਈਏ। ਇਹ ਜਿਹੜੇ ਕਹਿੰਦੇ ਨਾ VIP ਸਹੂਲਤਾਂ ਮਿਲਦੀਆਂ, ਉਹਦੀਆਂ ਵੀ ਗੱਲ ਕਰ ਲੈਨੇ। ਤਿਹਾੜ ਜੇਲ੍ਹ ਹੈ, ਤਿਹਾੜ ਜੇਲ੍ਹ ਦੇ ਵਿੱਚ ਇੱਕ 7 ਨੰਬਰ ਬੈਰਕ, ਜਿੱਥੋਂ ਤੱਕ ਮੇਰੀ ਜਾਣਕਾਰੀ ਹੈ, ਇਹ ਉਹ ਬੈਰਕ ਹੈ ਜਿੱਥੇ ਵਿੱਚ VIP ਲੋਕਾਂ ਨੂੰ ਰੱਖਿਆ ਜਾਂਦਾ। VIP ਇਹ ਲੋਕ ਨਹੀਂ ਵੀ ਜਿਹੜੇ ਸਰਕਾਰ ਦੇ ਜਿਹੜੇ ਉਹਨਾਂ ਦੇ ਪਸੰਦੀਦਾ ਹੋਣ, ਇਹ ਮਤਲਬ ਨਹੀਂ ਹੁੰਦਾ। ਮਤਲਬ ਕਿ ਉਹ ਇੱਕ ਵਿਸ਼ੇਸ਼ ਬੈਰਕ ਹੈਗੀ ਆ ਜਿੱਥੇ ਇੰਪੋਰਟੈਂਟ ਪਰਸਨ, VIP ਪਰਸਨ ਕਹਿ ਲਈਏ ਜਾਂ ਫਿਰ ਜਿਹੜੇ ਸਪੈਸ਼ਲ ਪਰਸਨ ਹੁੰਦੇ ਆ, ਉਹਨਾਂ ਨੂੰ ਉੱਥੇ ਥਾਂ ਦਿੱਤੀ ਜਾਂਦੀ। ਕਿਉਂਕਿ ਜੇਕਰ ਉਹ ਆਮ ਕੈਦੀਆਂ ਦੇ ਵਿੱਚ ਰਹਿੰਦੇ ਨੇ ਤੇ ਕੋਈ ਅਭੀ ਨਵੀ ਹੋ ਸਕਦੀ ਹੈ, ਕਿਸੇ ਨਾਲ ਕੋਈ ਗੱਲਬਾਤ ਹੋ ਸਕਦੀ ਹੈ। ਜਿਨ੍ਹਾਂ ਨੇ ਦੀਪ ਸਿੱਧੂ ਦਾ ਵਿਰੋਧ ਕੀਤਾ ਤੇ ਮੈਨੂੰ ਲੱਗਦਾ ਵੀ ਇਹ ਇਸੇ ਤਰ੍ਹਾਂ ਜਗਤਾਰ ਸਿੰਘ ਹਵਾਰੇ ਦਾ ਵੀ ਵਿਰੋਧ ਕਰਦੇ ਹੋਣਗੇ, ਜਥੇਦਾਰ ਦਾ ਵੀ, ਕਿ ਉਹਨੂੰ ਵੀ ਉੱਥੇ ਹੀ ਰੱਖੋ ਬਾਕੀਆਂ ਦੇ ਵਿੱਚ ਹੀ। ਸੋ ਇੱਕ ਐਸੀ ਸਪੈਸ਼ਲ ਬੈਰਕ ਹੈ ਜਿਹੜੇ ਕੁਝ ਸਪੈਸ਼ਲ ਪਰਸਨ ਹੁੰਦੇ ਨੇ, ਜਿਨ੍ਹਾਂ ਨੂੰ ਅਲੱਗ ਰੱਖਿਆ ਜਾਂਦਾ ਹੈ। ਉਹਦੇ ਵਿੱਚ ਪੁਲਿਸ ਅਫਸਰ ਵੀ ਹੁੰਦੇ ਆ, ਵੱਡੇ ਲੋਕ ਵੀ ਹੁੰਦੇ ਆ। ਹੁਣ ਨੀਰਵ ਮੋਦੀ ਜਦੋਂ ਆਊਗਾ ਤਾਂ ਉਹਨੂੰ ਆਮ ਲੋਕਾਂ ਦੇ ਵਿੱਚ ਨਹੀਂ ਰੱਖਿਆ ਜਾਣਾ, ਉਹਨੂੰ ਅਲੱਗ ਰੱਖਿਆ ਜਾਣਾ ਵੀ ਕਿਤੇ ਇਹਦੇ ਨਾਲ ਕੁਝ ਇਦਾਂ ਦੀ ਘਟਨਾ ਨਾ ਹੋ ਜਾਏ, ਕਿਉਂਕਿ ਇੰਟਰਨੈਸ਼ਨਲ ਲੈਵਲ ਦਾ ਕੇਸ ਹੈ ਉਹਦੇ ਨਾਲ ਜੁੜਿਆ ਹੋਇਆ, ਨੈਸ਼ਨਲ ਲੈਵਲ ਦਾ ਕੇਸ ਜੁੜਿਆ ਹੋਇਆ। ਉਹਨੂੰ ਹੁਣ ਜੇ ਤੁਸੀਂ ਕਹੋ ਵੀ ਬਾਕੀਆਂ ਦੇ ਨਾਲ ਹੀ ਉੱਥੇ ਕਈ ਕਾਤਲ ਹੁੰਦੇ ਨੇ, ਕਈ ਖੁੰਖਾਰ ਲੋਕ ਹੁੰਦੇ ਨੇ ਜਿਹੜੇ ਬੜੇ ਬੜੇ ਕਤਲ ਕਰਕੇ ਆਏ ਹੁੰਦੇ ਆ, ਐਸੇ ਲੋਕ ਫਿਰ ਐਸੀ ਸੋਚ ਜਿਹੜੇ ਬਾਬਾ ਬਖਸ਼ੀਸ਼ ਸਿੰਘ ਤੇ ਬਾਹਰ ਹਮਲਾ ਕਰਾ ਸਕਦੇ ਆ, ਫਿਰ ਉਹ ਐਸੇ ਲੋਕਾਂ ਨੂੰ ਭਾਵੇਂ 200 ਰੁਪਇਆ ਦੇ ਕੇ ਅੰਦਰ ਕਤਲ ਕਰਾ ਦੇਣ। ਫਿਰ ਤੁਸੀਂ ਸਾਰਿਆਂ ਨੇ ਖੁਸ਼ ਕਹਿਣਾ, ਫਿਰ ਤੁਸੀਂ ਕਹਿਣਾ ਉਹਦੀ ਸਿਕਿਉਰਿਟੀ ਕਿੱਥੇ ਸੀ, ਪ੍ਰਬੰਧ ਕਿਉਂ ਨਹੀਂ ਰੱਖਿਆ ਤੁਸੀਂ। ਅੱਜ ਤੁਹਾਨੂੰ ਇਹ ਗੱਲਾਂ ਚੁੱਭਦੀਆਂ ਪਈਆਂ। ਸੋ ਉਹ ਜਿਹੜੀ ਸਪੈਸ਼ਲ ਬੈਰਕ ਹੈ ਉਹਦੇ ਵਿੱਚ ਕੁਝ ਖਾਸ ਬੰਦਿਆਂ ਨੂੰ ਰੱਖਿਆ ਜਾਂਦਾ ਹੈ ਜਿਨ੍ਹਾਂ ਦੇ ਨਾਲ ਦੁਨੀਆ ਜੁੜੀ ਹੋਵੇ, ਜਾਂ ਫਿਰ ਇੱਕ ਸਿੰਪਥੀ ਦੇ ਤੌਰ ਤੇ ਵੀ ਰੱਖਿਆ ਜਾਂਦਾ ਵੀ ਆ ਬੰਦਾ ਬੜਾ ਪੜ੍ਹਿਆ ਲਿਖਿਆ, ਬੰਦਾ ਵੱਡੇ ਲੈਵਲ ਦਾ ਹੈ, ਇਹਦੀ ਗੱਲਬਾਤ ਹੋ ਗਈ ਹੈ, ਤਾਂ ਇਹਨੂੰ ਇਹ ਨਹੀਂ ਵੀ ਆਪਾਂ ਇਹਨਾਂ ਲੋਕਾਂ ਦੇ ਵਿੱਚ ਛੱਡ ਦਈਏ। ਇਸ ਕਰਕੇ ਸਾਨੂੰ ਲੋਕਾਂ ਨੂੰ ਤਿਹਾੜ ਜੇਲ੍ਹ ਅਥਾਰਟੀ, ਅਦਾਲਤਾਂ ਦਾ ਇਹ ਸ਼ੁਕਰ ਕਰਨਾ ਚਾਹੀਦਾ ਹੈ, ਉਹਨਾਂ ਨੂੰ ਥੈਂਕਸ ਕਰਨਾ ਚਾਹੀਦਾ ਵੀ ਦੀਪ ਸਿੱਧੂ ਨੂੰ ਤੁਸੀਂ ਇੱਕ ਵੱਖਰੇ ਥਾਂ ਦੇ ਉੱਤੇ ਰੱਖਿਆ ਹੋਇਆ। ਸੋ ਇਹ ਹੁੰਦੀ ਹੈ ਇੱਕ ਸਪੈਸ਼ਲ ਬੈਰਕ। ਇਹਦਾ ਇਹ ਮਤਲਬ ਨਹੀਂ ਹੁੰਦਾ ਕਦੇ ਵੀ ਕਿ VIP ਸਹੂਲਤਾਂ ਨੇ ਤਾਂ ਉਹਦੀ ਆਮ ਵਰਗੀ ਜ਼ਿੰਦਗੀ ਹੈ। ਜੇਲ੍ਹ ਦੋਸਤੋ, ਜੇਲ੍ਹ ਹੁੰਦੀ ਹੈ। ਆ ਜਿਹੜੇ ਲੋਕ VIP ਸਹੂਲਤਾਂ ਦੀ ਗੱਲ ਕਰਦੇ ਨਾ, ਸਾਰਾ ਦਿਨ ਆਪਣੇ ਇੱਕ ਦਿਨ ਅੰਦਰ ਵੜ ਜਿਓ ਸਾਰੀਆਂ ਸਹੂਲਤਾਂ ਲੈ ਕੇ, ਤੇ ਬਾਹਰੋਂ ਲਾ ਦਿਆਂਗੇ ਤੁਹਾਨੂੰ ਕੁੰਡਾ। ਇੱਕ ਵਾਰੀ ਟਰਾਈ ਕਰਕੇ ਵੇਖਿਓ ਤਾਂ ਫਿਰ ਤੁਹਾਨੂੰ ਪਤਾ ਲੱਗੂਗਾ VIP ਸਹੂਲਤਾਂ ਦਾ ਕੀ ਹੁੰਦੀਆਂ। VIP ਸਹੂਲਤਾਂ, ਸਰਸੇ ਵਾਲਾ ਸਾਧ ਜਿਹੜਾ ਉਹ ਅੰਦਰ ਰਹਿ ਰਿਹਾ, ਭਾਵੇਂ ਉਹਨੂੰ VIP ਸਹੂਲਤਾਂ ਮਿਲ ਗਿਆ, ਪਰ ਉਹਦੀ ਆਪਣੀ ਜਿਹੜੀ ਲਾਈਫ ਸੀ ਜਿਹਦੇ ਵਿੱਚ ਉਹ ਬਹੁਤ ਕੁਝ ਕਰਦਾ ਹੁੰਦਾ ਸੀ, ਉਹ ਸਾਰਾ ਖਤਮ ਹੈ ਨਾ। ਜਿਹੜੇ ਉਹਨੂੰ ਬੰਦੇ ਨੂੰ ਦੇਖ ਕੇ ਆਉਂਦੇ ਸਰਸੇ ਵਾਲੇ ਨੂੰ, ਉਹ ਕਹਿੰਦੇ ਉਹਦੇ ਵਾਲ ਚਿੱਟੇ ਹੋ ਚੁੱਕੇ ਆ, ਉਹਦਾ ਰੰਗ ਪੀਲਾ ਪੈ ਚੁੱਕਿਆ। ਇਹ ਜੇਲ੍ਹ ਜਿਹੜੀ ਹੈ, ਜੇਲ੍ਹ ਹੁੰਦੀ ਹੈ। ਤੁਸੀਂ ਉੱਥੇ ਨਹੀਂ ਬੋਲਦੇ ਜਦੋਂ ਮਿਨਿਸਟਰਾਂ ਨੂੰ ਜੇਲ੍ਹ ਹੁੰਦੀ ਹੈ ਜਾਂ ਕੋਈ ਵੱਡੇ ਵੱਡੇ, ਉੱਥੇ ਨਹੀਂ ਬੋਲਦੇ ਤੁਸੀਂ। ਤੁਹਾਨੂੰ ਅੱਜ ਦੀਪ ਸਿੱਧੂ ਦੀਆਂ 4 ਸਹੂਲਤਾਂ ਜਿਹੜੀਆਂ ਨੇ ਉਹ ਚੁੱਭਦੀਆਂ। ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਕਿ ਉਹਨੂੰ ਸਪੈਸ਼ਲ ਸੈੱਲ 'ਚ ਕਿਉਂ ਰੱਖਿਆ। ਕਿਉਂਕਿ ਦੀਪ ਸਿੱਧੂ ਦੇ ਵਕੀਲ ਜਿਹੜੇ ਮਨਦੀਪ ਸਿੱਧੂ ਨੇ, ਉਹਨਾਂ ਦੇ ਭਰਾ, ਉਹਨਾਂ ਵੱਲੋਂ ਇੱਕ ਅਰਜੀ ਪਾਈ ਗਈ ਸੀ ਕਿ ਦੀਪ ਸਿੱਧੂ ਦੀ ਜਾਨ ਨੂੰ ਜੇਲ੍ਹ ਦੇ ਵਿੱਚ ਖਤਰਾ ਹੈ। ਇਸ ਕਰਕੇ ਉਹਨਾਂ ਨੂੰ 7 ਨੰਬਰ ਬੈਰਕ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਜਿੱਥੇ ਕੁਝ ਖਾਸ ਬੰਦੇ ਹੁੰਦੇ ਨੇ। ਸੋ ਇਹ ਗੱਲਬਾਤ ਹੋ ਗਈ ਦੀਪ ਸਿੱਧੂ ਵਾਲੀ, ਤੇ ਇਹ ਸਾਰੀ ਗੱਲਬਾਤ ਜਿਹੜੀ ਹੈ ਆਪਾਂ ਕਲੀਅਰ ਕਰ ਲਈ ਹੈ। ਸੋਨੀਆ ਮਾਨ ਵਾਲੀ ਵੀ ਗੱਲ ਜਿਹੜੀ ਹੈ ਉਹ ਕਲੀਅਰ ਹੋ ਚੁੱਕੀ ਹੈ। ਤੇ ਹੁਣ ਆਪਾਂ ਅਖੀਰ ਦੇ ਉੱਤੇ ਗੱਲ ਕਰ ਲਈਏ ਕਿਸਾਨ ਆਗੂਆਂ ਦੀ ਹੈਂਕੜਬਾਜੀ ਦੀ। ਹੈਂਕੜਬਾਜੀ ਜੇਕਰ ਮੁੱਕਦੀ ਹੈ ਤਾਂ ਉਹ ਕਿਸ ਤਰੀਕੇ ਦੇ ਨਾਲ ਮੁੱਕੇਗੀ। ਹੁਣ ਸਾਡੇ ਕੁਝ ਕਲਾਕਾਰ ਵੀਰ ਨੇ, ਮੈਂ ਇਹ ਵੀ ਹੁਣ ਇੱਥੇ ਕਹਿ ਦਵਾਂ ਕਿ ਕਲਾਕਾਰ ਵੀਰ ਨੇ, ਗਾਉਂਦੇ ਵਧੀਆ ਨੇ ਤੇ ਨਾਲ ਤੁਰੇ ਹੋਏ ਮੋਰਚੇ ਦੇ ਉਹ ਵੀ ਵਧੀਆ, ਕੁਝ ਸਮਾਜ ਸੇਵੀ ਵੀ ਹੈਗੇ ਆ, ਸੋ ਉਹ ਵੀ ਵਧੀਆ ਨੇ, ਨਾਲ ਤੁਰੇ ਹੋਏ ਆ। ਪਰ ਆਪਾਂ ਨੂੰ ਇਹ ਨਹੀਂ ਚਾਹੀਦਾ ਵੀ ਸਾਰਿਆਂ ਨੂੰ ਹੀਰੋ ਬਣਾ ਲਈਏ, ਵੀ ਤੂੰ ਕੁਝ ਕਹੇਂਗਾ ਤੇ ਅਸੀਂ ਤੁਰਾਂਗੇ, ਭੇਡ ਨਾ ਬਣੀਏ। ਜੇ ਕੋਈ ਕਨਵਰ ਗਰੇਵਾਲ ਨੇ ਜਾਂ ਕੋਈ ਹੋਰ ਇੱਕ ਹਰਫ ਚੀਮਾ ਹੋਰੀ ਹੈਗੇ ਆ, ਸੋ ਇਹਨਾਂ ਦਾ ਆਪਣਾ ਸਥਾਨ ਹੈਗਾ, ਇਹਨਾਂ ਨੂੰ ਉੱਥੇ ਰੱਖੀਏ, ਨਾ ਇਹਨਾਂ ਨੂੰ ਤੋਮਤਾਂ ਲਾਈਏ, ਨਾ ਇਹਨਾਂ ਤੋਂ ਆਸ ਉਨੀ ਰੱਖੀਏ। ਮਤਲਬ ਜਿਹੜਾ ਉਹ ਰੋਲ ਪਲੇ ਕਰ ਰਹੇ ਨੇ ਉੱਥੇ ਤੱਕ ਰੱਖੀਏ, ਤੇ ਸੁਖ ਜਗਰਾਉਂ ਜਿਹੜਾ ਉਹ ਵੀ ਆਪਣਾ ਰੋਲ ਅਦਾ ਕਰ ਰਿਹਾ ਉਹਨੂੰ ਵੀ ਉੱਥੇ ਤੱਕ ਰੱਖੀਏ। ਪਰ ਇਹਨਾਂ ਲੋਕਾਂ ਨੂੰ ਮੇਰੀ ਅਪੀਲ ਇੱਕੋ ਇੱਕ ਹੈ ਕਿ ਜਿੱਥੇ ਹੁਣ ਅਸੀਂ ਗੱਲ ਕਰਦੇ ਆ ਰਹੇ ਹਾਂ ਵੀ ਕਿਸਾਨੀ ਆਗੂ ਜਿਹੜੇ ਨੇ ਉਹ ਸਿਰਫ ਲੱਖੇ ਦਾ ਨਾਮ ਲੈ ਰਹੇ ਆ, ਦੀਪ ਸਿੱਧੂ ਦਾ ਨਹੀਂ ਲੈ ਰਹੇ, ਤੇ ਸੁਖ ਜਗਰਾਉਂ, ਕਨਵਰ ਗਰੇਵਾਲ, ਹਰਫ ਚੀਮਾ, ਇਹਨਾਂ ਲੋਕਾਂ ਦੇ ਮੂੰਹੋਂ ਵੀ ਅਸੀਂ ਲੱਖੇ ਸਿਧਾਣੇ ਦਾ ਹੀ ਨਾਮ ਸੁਣਿਆ, ਦੀਪ ਸਿੱਧੂ ਦਾ ਨਹੀਂ ਸੁਣਿਆ।
ਜੋ ਕਿ ਹੁਣ ਇੱਕ ਆਪਾਂ ਕਹਿ ਲਈਏ ਵੀ ਤੁਹਾਡਾ ਵਿਰੋਧ ਹੋਣਾ ਇਸ ਗੱਲੋਂ ਸੁਭਾਵਿਕ ਹੈਗਾ। ਸੋ ਜੇਕਰ ਤੁਹਾਨੂੰ ਲੱਗਦਾ ਵੀ ਤੁਸੀਂ ਅੱਗੇ ਨਹੀਂ ਨਿਭਾ ਸਕਦੇ, ਮਤਲਬ ਤੁਹਾਡੇ ਕੋਲੋਂ ਇਹ ਭਾਰ ਜਿਹੜਾ ਨਹੀਂ ਚੱਲਿਆ ਜਾਂਦਾ, ਤਾਂ ਇੱਥੇ ਹੀ ਮੋਰਚਾ ਛੱਡ ਕੇ ਬਾਹਰ ਹੋ ਜਾਓ ਭਾਈ। ਆਹ ਗੱਲਾਂ ਨਾ ਕਰੋ ਵੀ ਇੱਕ ਤੁਹਾਡੀ ਫਿਰ ਉਹਨਾਂ ਦੀ ਸੋਚ ਤੁਹਾਡੀ ਸੋਚ ਦੇ ਵਿੱਚ ਫਰਕ ਕੀ ਹੋਇਆ। ਤੁਹਾਡੇ ਮੂੰਹੋਂ ਬਰਾਬਰ ਲੱਖੇ ਦੇ ਦੀਪ ਸਿੱਧੂ ਦਾ ਨਾਮ ਆਉਣਾ ਚਾਹੀਦਾ, ਭਾਵੇਂ ਜੇਲ੍ਹ ਦੇ ਵਿੱਚ ਹੈ, ਭਾਵੇਂ ਜੇਲ੍ਹ ਦੇ ਵਿੱਚ ਹੈ, ਉਹਦਾ ਨਾਮ ਬਰਾਬਰ ਹੋਣਾ ਚਾਹੀਦਾ। ਜੇਕਰ ਨਹੀਂ ਆਉਂਦਾ ਤਾਂ ਤੁਹਾਡੇ ਉੱਤੇ ਵੀ ਸਵਾਲ ਆਪਾਂ ਪੈਦਾ ਕਰਨੇ ਨੇ, ਪੈਦਾ ਹੋਣੇ ਨੇ। ਫਿਰ ਭਾਵੇਂ ਭੱਦੀ ਸ਼ਬਦਾਵਲੀ ਹੋਵੇ, ਚੰਗੀ ਹੋਵੇ, ਇਹ ਨੌਜਵਾਨ ਜਾਣਨਗੇ। ਅਸੀਂ ਨਹੀਂ ਕਿਸੇ ਨੂੰ ਕਹਿੰਦੇ ਵੀ ਕੋਈ ਗਲਤ ਬੋਲੇ, ਪਰ ਇਹ ਕੀ ਹੋਇਆ ਗੱਲ ਪਈ, ਤੁਸੀਂ 4 ਦਿਨ ਪਹਿਲੇ ਕਹਿੰਦੇ ਹੋ ਅਸੀਂ ਨਾਮ ਨਸ਼ਰ ਕਰ ਦਿਆਂਗੇ, ਆਹ ਕਰ ਦਿਆਂਗੇ, ਅਸੀਂ ਉਹ ਕਰ ਦਿਆਂਗੇ। ਚੌਥੇ ਦਿਨ ਆ ਕੇ ਤੁਸੀਂ ਕਹਿੰਦੇ ਮੈਨੂੰ ਮੋਰਚੇ ਦਾ ਫਿਕਰ ਸੀ, ਇਸ ਕਰਕੇ ਮੈਂ ਆਹ ਨਹੀਂ ਕਰ ਰਿਹਾ, ਮੈਂ ਉਹ ਕਰ ਰਿਹਾ। ਫਿਰ ਤੁਸੀਂ ਵੀ ਦੀਪ ਸਿੱਧੂ ਦਾ ਨਾਮ ਨਹੀਂ ਲੈਂਦੇ। ਤੁਹਾਨੂੰ ਵੀ ਉਸੇ ਤਰ੍ਹਾਂ ਹੀ ਸਮਰਥਨ ਨੌਜਵਾਨ ਦਿੰਦੇ ਨੇ, ਪਰ ਜੇਕਰ ਤੁਸੀਂ ਵੀ ਆਪਣਾ ਆਹ ਕਿਰਦਾਰ ਪੇਸ਼ ਕਰੋਗੇ ਤਾਂ ਤੁਹਾਡੇ ਨਾਲ ਵੀ ਸਾਡਾ ਕੋਈ ਲੈਣ ਦੇਣ ਨਹੀਂ ਫਿਰ। ਸੋ ਦੋਸਤੋ, ਲਾਈਵ ਬਹੁਤਾ ਲੰਬਾ ਹੋ ਗਿਆ ਤੇ ਮੇਰੀਆਂ ਬੇਨਤੀਆਂ ਜਿਹੜੀਆਂ ਹੈਗੀਆਂ ਖਾਸ ਤੌਰ ਤੇ ਇਹ ਸੀ ਵੀ ਨਾ ਤਾਂ ਆਪਾਂ ਲੱਖੇ ਸਿਧਾਣੇ ਨੂੰ ਇਹਦੇ ਵਿੱਚ ਹੁਣ ਬੁਰਾ ਕਹਿਣਾ ਕਿ ਉਹ ਬੋਲ ਕੁਛ ਨਹੀਂ ਰਿਹਾ। ਹਰ ਇੱਕ ਆਗੂ, ਹਰ ਇੱਕ ਮਾਈਂਡ ਜਿਹੜਾ ਹੁੰਦਾ ਉਹ ਆਪਣੇ ਹਿਸਾਬ ਨਾਲ ਚੱਲਦਾ। ਸਾਨੂੰ ਪਤਾ ਵੀ ਲੱਖਾ ਪੰਜਾਬ ਦੇ ਹਿੱਤ ਦੇ ਵਿੱਚ ਹੈਗਾ। ਸੋ ਅਗਲੀ ਗੱਲ, ਨਾ ਅਸੀਂ ਸੋਨੀਆ ਮਾਨ ਨੂੰ ਗਲਤ ਬੋਲਣਾ ਹੈ ਜਾ ਕੇ ਕਮੈਂਟਾਂ ਦੇ ਵਿੱਚ। ਆਪਾਂ ਆਪਣੇ ਕਿਰਦਾਰ ਦੇ ਉੱਤੇ ਡਟੇ ਰਹਿਣਾ। ਇਹ ਚਾਹੇ ਭਾਵੇਂ ਜਿੰਨੀ ਮਰਜ਼ੀ ਸੋਚ ਜਿਹੜੀ ਇਹਨਾਂ ਦੀ ਵਿਗੜ ਜਾਵੇ, ਜਿੱਥੋਂ ਤੱਕ ਮਰਜ਼ੀ ਚਲੇ ਜਾਣ, ਕਾਮਰੇਡੀ ਸੋਚ ਜਿੰਨੀ ਮਰਜ਼ੀ ਹੋ ਜੇ, ਆਪਾਂ ਨੂੰ ਤੇ ਇਹ ਸ਼ਿਕਵਾ ਕਰਨਾ ਚਾਹੀਦਾ ਵੀ ਆ ਜਿਹੜਾ ਅੰਦੋਲਨ ਸੀ ਸਾਡਾ, ਅਸੀਂ ਕਿਹੜੇ ਵੇਲੇ ਕਾਮਰੇਡਾਂ ਨੂੰ ਦੇ ਦਿੱਤਾ। ਸਾਰਾ ਖਾਲਸਾਈ ਜਕਾਰਿਆਂ ਦੇ ਨਾਲ, ਲੰਗਰਾਂ ਦੇ ਨਾਲ ਦਿੱਲੀ ਪਹੁੰਚਾ ਕੇ ਅਸੀਂ ਚੱਕ ਕੇ ਉਹਨਾਂ ਨੂੰ ਫੜਾਤਾ ਵੀ ਆਹ ਲਓ ਫੜੋ। ਹੁਣ ਅੱਜ ਅਸੀਂ ਉਹਨਾਂ ਨੂੰ ਕਹਿੰਦੇ ਵੀ ਸਾਡੇ ਤੋਂ ਮਾਫੀਆਂ ਆ ਕੇ ਮੰਗਣ। ਕਿਸੇ ਦੀ ਰਜਿਸਟਰੀ ਨਹੀਂ ਕਰਾਈ ਹੋਈ ਅੰਦੋਲਨ ਦੇ ਉੱਤੇ, ਕਿਸੇ ਦੀ ਰਜਿਸਟਰੀ ਨਹੀਂ ਹੈਗੀ। ਇਹ ਲੋਕਾਂ ਦਾ ਅੰਦੋਲਨ ਹੈ, ਇਹ ਗੱਲ ਸੁਣ ਲਿਓ। ਤੇ ਜਿੰਨੀਆਂ 32-33 ਜਿੰਨੀਆਂ ਜਥੇਬੰਦੀਆਂ ਨੇ, ਮੈਂ ਬੇਨਤੀ ਕਰ ਦਿੰਦਾ, 3 ਕ ਬੰਦੇ ਨੇ ਤੁਹਾਡੇ, ਜੇਕਰ ਬਾਹਰ ਕੱਢ ਦਿਓ ਤਾਂ ਸਾਰੀ ਨੌਜਵਾਨੀ ਤੁਹਾਡੇ ਨਾਲ ਹੈ, ਸਾਰਾ ਪੰਜਾਬ ਤੁਹਾਡੇ ਨਾਲ ਹੈ। ਦੁਨੀਆ ਦੇ ਵਿੱਚ ਵਸਣ ਵਾਲੇ ਲੋਕਾਂ ਦੀ ਅੱਖ ਹੈ ਅੱਜ ਤੁਹਾਡੇ ਤੇ ਜੇ ਤੁਸੀਂ ਉਹੀ ਬਕਵਾਸਬਾਜੀ ਧੌਣ ਦੇ ਵਿੱਚ ਕੀਲਾ ਰੱਖਣਾ ਤਾਂ ਫਿਰ ਰੱਖੋ। ਤੁਸੀਂ ਆਉਣ ਵਾਲੇ ਦਿਨ ਹੋਣਗੇ, ਫਿਰ ਤੁਹਾਡੇ ਤੋਂ ਬਿਲਕੁਲ ਕਿਨਾਰਾ ਹੋ ਜਾਊਗਾ। ਤੁਹਾਨੂੰ ਬਹੁਤ ਸਾਰੀਆਂ ਵੀਡੀਓਜ਼ ਬਣਾ ਕੇ ਅਪੀਲਾਂ ਕੀਤੀਆਂ, ਬੇਨਤੀਆਂ ਕੀਤੀਆਂ, ਪਰ ਤੁਹਾਡੀ ਹੈਂਕੜ ਜਿਹੜੀ ਆ ਉੱਥੇ ਦੀ ਉੱਥੇ ਹੀ ਹੈ। ਤੁਸੀਂ ਕਹਿੰਦੇ ਹੋ ਮਾਫੀਆਂ ਮੰਗੋ ਸਾਡੇ ਕੋਲੋਂ ਆ ਕੇ। ਮਾਫੀਆਂ ਤੁਹਾਨੂੰ ਮੰਗਣੀਆਂ ਚਾਹੀਦੀਆਂ, ਤੁਸੀਂ ਖਰਾਬ ਕੀਤਾ ਅੰਦੋਲਨ ਨੂੰ। ਅਖੀਰਲੀ ਬੇਨਤੀ ਮੇਰੀ ਇਹ ਹੈ ਕਿ ਮਈ ਦੇ ਵਿੱਚ ਸੱਦਾ ਦਿੱਤਾ ਗਿਆ ਚੜੂਨੀ ਹੋਰਾਂ ਵੱਲੋਂ ਕਿ ਸੰਸਦ ਘੇਰਨੀ ਹੈ। ਨੌਜਵਾਨੋਂ ਪਹਿਲਾਂ ਲਿਖਾ ਲਿਓ, ਵੀਡੀਓਜ਼ ਬਣਾ ਲਿਓ। ਵੀਡੀਓ ਤਾਂ ਚਲੋ ਬਣੀਆਂ ਸੀ ਇਹਨਾਂ ਦੀ, ਉਦੋਂ ਮੁੱਕਰ ਗਏ ਇਹ। ਇਹਨਾਂ ਕੋਲੋਂ ਲਿਖਾ ਲਿਓ ਚੰਗੀ ਤਰ੍ਹਾਂ ਵੀ ਜੇ ਤੁਹਾਡੇ ਨਾਲ ਅਸੀਂ ਉਦੋਂ ਤੁਰਾਂਗੇ ਤਾਂ ਕਿਸ ਤਰੀਕੇ ਦੇ ਨਾਲ ਤੁਸੀਂ ਸਾਨੂੰ ਹਿਫਾਜ਼ਤ ਦਿਓਗੇ, ਸੇਫਟੀ ਸਾਡੀ ਦੇ ਪ੍ਰਬੰਧ ਕੀ ਹੋਣਗੇ। ਜੇਕਰ ਸਾਡੇ ਤੇ ਕੇਸ ਹੋਏ ਸਾਡੇ ਪਿੱਛੇ ਜਾਓਗੇ, ਜੇ ਕਿਸੇ ਦੇ ਗੋਲੀ ਵੱਜ ਗਈ ਉਹਨੂੰ ਸ਼ਹੀਦ ਮੰਨੋਗੇ। ਇਹ ਗੱਲਾਂ ਇਹਨਾਂ ਕੋਲ ਲਿਖਾ ਲਿਓ। ਇਹ ਵੀ ਲਿਖਾ ਲਿਓ ਵੀ ਉੱਥੇ ਖਾਲਸਾਈ ਜਕਾਰਿਆਂ ਦੇ ਨਾਲ ਸੰਸਦ ਵੱਲ ਨੂੰ ਵਧਣਾ ਜਾਂ ਕਾਮਰੇਡੀ ਸੋਚ ਦੇ ਨਾਲ ਵਧਣਾ ਜਾਂ ਲਾਲ ਝੰਡੇ ਲੈ ਕੇ ਜਾਣੇ ਨੇ। ਇਹ ਸਾਰੀਆਂ ਗੱਲਾਂ ਇਹਨਾਂ ਦੇ ਕੋਲੋਂ ਪਹਿਲਾਂ ਲਿਖਾ ਲਿਓ, ਅਦਰਵਾਈਜ਼ ਕੋਈ ਵੀ ਪਲੰਗ ਨਾ ਪੱਟਿਓ। ਤੁਹਾਡਾ ਫਿਰ ਪਿੱਛੇ ਨਹੀਂ ਖੜਨਾ ਇਹਨਾਂ ਨੇ। ਏਕਤਾ ਕੂਕਣ ਵਾਲੇ ਅੱਜ ਕਹਿੰਦੇ ਆ ਵੀ ਦੀਪ ਸਿੱਧੂ ਬਾਹਰ ਹੋ ਗਿਆ, ਲੱਖਾ ਵਿੱਚ ਆ ਗਿਆ ਤੇ ਆਹ ਏਕਤਾ ਹੋ ਗਈ ਸਾਡੀ। ਇਹ ਕੋਈ ਏਕਤਾ ਉਕਤਾ ਦੇ ਹਾਮੀ ਨਹੀਂ। ਇਹਨਾਂ ਦੀ ਸੋਚ ਹੈ ਕਾਮਰੇਡੀ ਸੋਚ। ਇਹ ਕਦੇ ਵੀ ਪੰਥਕ ਜਜ਼ਬਾ ਦੇਖਣਾ ਪਸੰਦ ਨਹੀਂ ਕਰਦੇ ਲੋਕ। ਇਹ ਗੱਲ ਯਾਦ ਰੱਖਿਓ। ਇਹਨਾਂ ਨੂੰ ਕੋਈ ਲੈਣ ਦੇਣ ਨਹੀਂ ਅੰਦੋਲਨ ਦੇ ਨਾਲ। ਕੁਝ ਬਾਹਰਲੇ ਦੇਸ਼ਾਂ 'ਚ ਬੈਠੇ ਆ, ਕੁਝ ਪੰਜਾਬ 'ਚ ਬੈਠੇ ਹੋਏ ਨੇ। ਆ ਵੀ ਗਲਤ ਹੈ, ਉਹ ਵੀ ਗਲਤ ਹੈ। ਇਹ ਜਦੋਂ ਸੋਨੀਆ ਮਾਨ ਦੇ ਉੱਤੇ ਆਈ ਸਾਰੇ ਉਹਦੀ ਸਪੋਰਟ 'ਚ ਆ ਗਏ। ਫਿਰ ਇਹ ਜਨਰਲ ਸੁਬੇਗ ਸਿੰਘ ਦੀ ਪੋਤਰੀ ਹੈ, ਸੌਰੀ ਭਾਂਜੀ ਹੈ। ਫਿਰ ਤੁਹਾਨੂੰ ਜਨਰਲ ਸੁਬੇਗ ਸਿੰਘ ਵੀ ਯਾਦ ਆ ਜਾਂਦਾ। ਉਦਾਂ ਤੁਸੀਂ ਕਹਿੰਦੇ ਹੋ ਵੀ ਲੈਨਨ ਸਾਡਾ ਹੈ, ਮਾਰਕਸਵਾਦ ਸਾਡਾ ਹੈ, ਉਹ ਫਲਾਨਾ ਸਾਡਾ, ਆਹ ਸਾਡਾ। ਪਾਸ਼ ਦੀਆਂ ਫੋਟੋਆਂ ਤੁਸੀਂ ਲੈ ਕੇ ਉੱਥੇ ਪਹੁੰਚ ਜਾਂਦੇ ਹੋ। ਇੱਕ ਪਾਸਾ ਰੱਖਿਆ ਕਰੋ, ਸੋਚ ਇੱਕ ਅਪਣਾਓ, ਕਾਮਯਾਬ ਹੋਵੋਗੇ। ਬੁਰਾ ਲੱਗਿਆ ਹੋਏ ਕਿਸੇ ਨੂੰ ਤਾਂ ਮਾਫੀ ਚਾਹੁੰਦਾ, ਪਰ ਗੱਲਾਂ ਸੱਚੀਆਂ ਨੇ। ਇਹਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ, ਆਪਣੇ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਪਹੁੰਚਾ ਦਿਓ। ਬੇਨਤੀਆਂ ਮੇਰੀਆਂ ਬਾਰ-ਬਾਰ ਨੇ। ਆਪਾਂ ਬੁਰਾ ਭਲਾ ਕਿਸੇ ਨੂੰ ਨਹੀਂ ਕਹਿਣਾ। ਔਰਤ ਹੈ ਇੱਕ, ਸਾਡੀ ਪੰਜਾਬ ਦੀ ਹੋਈ ਹੈ, ਚਾਹੇ ਭੁੱਲੀ ਹੋਈ ਹੈ, ਚਾਹੇ ਉਹ ਪੋਲੀਟੀਕਲ ਕੈਰੀਅਰ ਲੱਭ ਰਹੀ ਹੈ, ਕੁਝ ਵੀ ਹੈਗਾ, ਉਹਨੂੰ ਤਰਕ ਦੇ ਨਾਲ ਗੱਲਬਾਤ ਕਰੋ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਫਿਰ ਤੋਂ ਲਾਈਵ ਹੋਵਾਂਗੇ। ਸ਼ੇਅਰ ਕਰ ਦਿਓ ਦੋਸਤੋ। ਬਹੁਤ ਧੰਨਵਾਦ। ਕਮੈਂਟ ਜ਼ਿਆਦਾ ਹੋ ਜਾਂਦੇ ਇਸ ਕਰਕੇ ਪੜ੍ਹੇ ਨਹੀਂ ਜਾਣੇ, ਤੇ ਕੰਮ ਤੇ ਦੁਬਾਰਾ ਲੱਗਣਾ। ਹੁਣ ਚੜ੍ਹਦੀ ਕਲਾ ਚ ਰਹੋ, ਖੁਸ਼ ਰਹੋ। ਕਿਸਾਨੀ ਸੰਘਰਸ਼ ਜਿਹੜਾ ਆਪਾਂ ਜਿੱਤ ਕੇ ਵਾਪਸ ਜਾਵਾਂਗੇ, ਪਰ ਇਹ ਦਰਾਰ ਜਿਹੜੀ ਪੈਦਾ ਹੋ ਰਹੀ ਹੈ, ਜੇਕਰ ਇਹਨੂੰ ਆਪਾਂ ਰੋਕ ਲਿਆ, ਕਿਸਾਨੀ ਆਗੂਆਂ ਨੂੰ ਬੇਨਤੀ ਕਰ ਦਿੰਦੇ ਆ, ਜੇ ਕੁਝ ਖੱਟਣਾ ਹੈ ਤਾਂ ਆ ਬਿਨਾਂ ਮਾਫੀਆਂ ਮੂਫੀਆਂ ਵਾਲੇ ਆ ਲੱਲੇ ਭੱਬੇ ਕਰਨੇ ਬੰਦ ਕਰ ਦਿਓ। ਗੱਲ ਇੱਕ ਕਰੋ ਆ ਕੇ। ਆ ਜਿਹੜੇ 2-3 ਬੰਦੇ ਨੇ ਮਾਰੋ ਬਾਹਰ ਕੱਢ ਕੇ ਉਹਨਾਂ ਨੂੰ। ਚੰਗਾ ਜੀ, ਸਤਿ ਸ਼੍ਰੀ ਅਕਾਲ, ਚੜ੍ਹਦੀ ਕਲਾ ਚ ਰਹੋ।
ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪ੍ਰਾਈਡ ਪੰਜਾਬ ਟੀਵੀ ਤੇ ਸਾਡਾ Facebook ਪੇਜ ਪ੍ਰਾਈਡ ਪੰਜਾਬ ਟੀਵੀ ਨੂੰ ਫੋਲੋ ਜ਼ਰੂਰ ਕਰੋ ਤੇ ਨਾਲ ਹੀ ਨਾਲ ਇਸ ਨੂੰ ਲਾਈਕ ਵੀ ਕਰ ਲਵੋ।